PTN 24 ਤੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ। ਆਪਣੇ ਆਸ ਕਰਦਾ ਦੁਆ ਕਰਦਾ ਵੀ ਸਾਰੇ ਸੁੱਖ ਸਾਂਦ ਹੋਵੇ, ਖੁਸ਼ ਰਹੋ, ਆਬਾਦ ਰਹੋ, ਸੇਫ ਰਹੋ। ਐਂਡ ਮੈਂ ਆਪਣੇ ਫਰੰਟ ਲਾਈਨਰਸ ਦਾ ਜਿਹੜੇ ਆਪਣੇ ਵਰਕਰਸ ਹੈਗੇ ਆ, ਡਾਕਟਰਸ, ਨਰਸਿਸ, ਪੁਲਿਸ ਆਫਿਸਰਸ ਔਰ ਸਰਵਿਸਿਜ਼ ਵਾਲੇ ਜਿਨ੍ਹਾਂ ਦੇ ਇੱਕ ਬਹੁਤ ਹੀ ਵੱਡੇ ਉਪਰਾਲੇ ਦੇ ਨਾਲ, ਜਿਨ੍ਹਾਂ ਦੇ ਇੱਕ ਖਾਸ ਉਪਰਾਲੇ ਦੇ ਉਦਮ ਦੇ ਨਾਲ ਅਸੀਂ ਸੇਫ ਹਾਂ, ਤਾਂ ਮੈਂ ਉਹਨਾਂ ਦਾ ਵੀ ਸਵਾਗਤ ਕਰਦਾ ਜਿਹੜੇ ਘਰਾਂ ਦੇ ਵਿੱਚ ਰਹਿ ਰਹੇ ਆ। ਐਂਡ ਜਿਹੜਾ ਲੋਕਡਾਊਨ ਨੂੰ ਜ਼ਿਆਦਾ ਆਪਾਂ ਉਹਨੂੰ ਤੋੜ ਨਹੀਂ ਰਹੇ, ਉਹਨਾਂ ਦਾ ਵੀ ਸਵਾਗਤ ਕਰਦਾ। ਉਹਨਾਂ ਦਾ ਵੀ ਉਨਾ ਹੀ ਯੋਗਦਾਨ ਹੈ ਜਿੰਨਾ ਕਿ ਆਪਣੇ ਫਰੰਟ ਲਾਈਨਰਸ ਦਾ। ਥੈਂਕ ਯੂ ਕਰਦਾ ਤੁਹਾਡਾ। ਐਂਡ ਅੱਜ ਮੈਂ ਇੰਟਰੋਡਿਊਸ ਕਰਨ ਜਾ ਰਿਹਾ ਜੀ ਇੱਕ ਖਾਸ ਮਹਿਮਾਨ, ਮੇਰੇ ਵਾਈਫ ਮਨਜੀਤ, ਐਂਡ ਫਸਟ ਟਾਈਮ। ਐਂਡ ਮਨਜੀਤ, ਥੈਂਕ ਯੂ ਰਾਜ। ਐਂਡ ਮੈਂ PTN 24 ਪ੍ਰੋਗਰਾਮ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਵੈਲਕਮ ਕਰਦੀ ਹਾਂ, ਸਵਾਗਤ ਕਰਦੀ ਹਾਂ। ਅਤੇ ਮੈਂ ਜਿੱਦਾਂ ਰਾਜ ਨੇ ਕਿਹਾ, ਮਨਜੀਤ ਮੰਡਾਲ, ਰਾਜ ਵਾਈਫ, ਫਸਟ ਟਾਈਮ ਇਸ TV ਪ੍ਰੋਗਰਾਮ 'ਤੇ ਅੱਜ ਪਹਿਲੀ ਵਾਰ ਪ੍ਰੋਗਰਾਮ ਕੋਈ ਕਰਨ ਲੱਗੇ ਹਾਂ। ਸੋ ਹੋ ਸਕਦਾ ਕੋਈ ਗਲਤੀਆਂ ਵੀ ਹੋ ਜਾਣ, ਸੋ ਸ਼ੁਰੂ ਦੇ ਵਿੱਚ ਹੀ ਮਾਫੀ ਮੰਗਦੇ ਹਾਂ ਜੇ ਕੁਛ ਵੱਧ ਘੱਟ ਬੋਲਿਆ ਗਿਆ ਤਾਂ ਪਲੀਜ਼ ਫਰਗਿਵ ਅਸ। ਨਹੀਂ, ਬਿਲਕੁਲ ਜੀ। ਕਈ ਵਾਰੀ ਕਿਉਂਕਿ TV 'ਤੇ ਆਉਣ ਦੇ ਨਾਲ ਇਹ ਨਹੀਂ ਹੈਗਾ ਵੀ ਜੇ ਅਸੀਂ ਬਾਹਰ ਸਪੀਚਿਸ ਕਰਦੇ ਹਾਂ, ਲੋਕਾਂ ਨੂੰ ਮਿਲਦੇ ਹਾਂ, ਪਰ ਜੋ TV 'ਤੇ ਆਉਂਦੇ ਹਾਂ, ਕਿਉਂਕਿ ਇਟਸ ਆਲ ਓਵਰ ਦਾ ਵਰਲਡ ਆਲਮੋਸਟ। ਇਹ ਜਿੱਥੇ ਮਰਜ਼ੀ ਫੇਸਬੁੱਕ ਲਾਈਵ ਤੁਸੀਂ ਜਦੋਂ ਮਰਜ਼ੀ ਪ੍ਰੋਗਰਾਮ ਦੇਖ ਸਕਦੇ ਹਾਂ, ਜਦੋਂ ਮਰਜ਼ੀ ਔਨ ਕਰ ਸਕਦੇ ਹਾਂ, ਕਿਉਂਕਿ ਆਲਵੇਜ਼ ਇਹ ਉਸ ਮੈਮਰੀ 'ਤੇ ਰਹਿੰਦੇ ਆ। ਤਾਂਹੀਓ ਕਿਹਾ ਜਾਂਦਾ ਅੱਜ ਕੱਲ੍ਹ ਵੀ ਜੋ ਵੀ ਤੁਸੀਂ ਰਿਕਾਰਡ ਕਰਦੇ ਆ, ਇਹ ਅਗਲੇ 50 ਸਾਲ ਵੀ ਤੁਹਾਡਾ ਰਿਕਾਰਡ ਹੀ ਰਹਿ ਜਾਣਾ ਆ। ਇਹਨੂੰ ਤੁਸੀਂ ਡਿਲੀਟ ਨਹੀਂ ਕਰ ਸਕਦੇ। ਸੋ ਜੋ ਵੀ ਬੋਲਿਆ ਜਾਵੇ ਉਹ ਪ੍ਰੋਪਰ ਵੇ ਨਾਲ ਬੋਲਿਆ ਜਾਵੇ। ਇਹਨੂੰ ਤੁਸੀਂ ਕਦੇ ਵੀ ਐਵੀਡੈਂਸ ਤੋਂ ਦੂਰ ਨਹੀਂ ਲੈ ਕੇ ਜਾ ਸਕਦੇ ਜੀ। ਸੋ ਠੀਕ ਹੈ ਜੀ ਮਨਜੀਤ, ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ। ਆਪਾਂ ਗੱਲਾਂ ਬਾਤਾਂ ਕਰਾਂਗੇ, ਪਰਿਵਾਰਕ ਗੱਲਾਂ ਬਾਤਾਂ ਕਰਾਂਗੇ, ਕਈ ਆਪਣੀਆਂ ਨੋਕ ਝੋਕ ਵੀ ਹੁੰਦੀਆਂ ਰਹਿੰਦੀਆਂ ਘਰਾਂ ਦੇ ਵਿੱਚ, ਉਹਨਾਂ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ। ਹੋਰ ਗੱਲਾਂ ਬਾਤਾਂ ਕਰਾਂਗੇ ਵੀ ਆਪਣਾ ਜਿਹੜਾ ਵਾਧੂ ਟਾਈਮ ਹੈ ਉਹਨੂੰ ਆਪਾਂ ਕਿਸ ਤਰੀਕੇ ਨਾਲ ਯੂਜ਼ ਕਰਨਾ। ਹਾਂਜੀ। ਤਾਂ ਸਾਰਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬਹੁਤ ਹੀ ਜਿਹੜੀ ਦੁਖਦਾਈ ਘਟਨਾ, ਐਕਚੁਅਲੀ ਕਹਿ ਸਕਦੇ ਹਾਂ, ਕਰਮ ਸਿੰਘ ਜੀ ਪੂਨੀਆ, ਜਿਨ੍ਹਾਂ ਦੀ ਡੈਥ ਹੋਈ ਹੈ ਕੱਲ੍ਹ। ਸੋ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਪੂਰਾ ਦੁੱਖ ਪ੍ਰਗਟਾਉਂਦੇ ਹਾਂ, ਉਹਨਾਂ ਦੇ ਦੁੱਖ ਦੇ ਸ਼ਰੀਕ ਹੁੰਦੇ ਹਾਂ ਜੀ। ਇੱਕ ਉੱਘੇ ਆਗੂ ਸੀਗੇ, ਟੈਕਸੀ ਯੂਨੀਅਨ ਜਿਹੜੀ ਏਅਰਪੋਰਟ ਦੇ ਉਹਨਾਂ ਦੇ ਉਹ ਚੇਅਰਮੈਨ ਸੀਗੇ, ਤਾਂ ਪੱਤਰਕਾਰ ਵੀ ਸੀਗੇ, ਤਾਂ ਬਹੁਤ ਚਿਰ ਤੋਂ ਇੱਥੇ ਸੇਵਾਵਾਂ ਜਿਹੜੇ ਦਿੰਦੇ ਆ ਰਹੇ ਸੀਗੇ। ਸੋ ਮੈਂ ਤਾਂ ਇਹ ਕਹਿੰਦਾ ਵੀ ਜੋ ਸਾਡੇ ਤੋਂ ਪਹਿਲਾਂ ਆਏ ਸੀਗੇ, ਜੋ ਬਜ਼ੁਰਗ ਸੀਗੇ, ਉਹਨਾਂ ਦੇ ਮੋਢਿਆਂ 'ਤੇ ਅਸੀਂ ਚੜ੍ਹ ਕੇ ਉਹਨਾਂ ਨੇ ਸਾਡੇ ਲਈ ਇੱਕ ਪੇਮੈਂਟ ਜਿਹੜੀ ਸੀਗੀ ਉਹ ਪੇਵ ਕੀਤੀ ਆ ਉਹਨਾਂ 'ਤੇ। ਅੱਜ ਅਸੀਂ ਪੰਜਾਬ ਤੋਂ ਆ ਕੇ ਛੇਤੀ ਤਰੱਕੀਆਂ ਕਰ ਸਕਦੇ ਹਾਂ। ਮੈਂ ਉਹਨਾਂ ਦਾ ਸਾਰਿਆਂ ਦਾ, ਜਿਨ੍ਹਾਂ ਨੇ ਸਾਡੇ ਲਈ ਕੱਲ੍ਹ ਬਾਰਿਆ, ਉਹਨਾਂ ਦਾ ਅੱਜ ਯੂਜ਼ ਕਰ ਰਹੇ ਹਾਂ। ਸੋ ਮੈਂ ਉਹਨਾਂ ਦਾ ਥੈਂਕ ਯੂ ਵੀ ਕਰਦਾ, ਪਰ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਦਾ ਪ੍ਰਗਟਾਵਾ ਵੀ ਕਰਦਾ। ਠੀਕ ਹੈ ਜੀ। ਸੋ ਫਿਰ ਇੱਕ ਅੱਜ ਕੱਲ੍ਹ ਆਮ ਜਿਹੜੀ ਖਬਰ ਚੱਲ ਰਹੀ ਹੈ ਉਹ ਹੈਗੀ ਸਿੱਧੂ ਮੂਸੇਵਾਲੇ ਦੀ। ਠੀਕ ਹੈ ਜੀ। ਲਾਕਡਾਊਨ ਦੇ ਵਿੱਚ ਜਦ ਉੱਥੇ ਕਰਫਿਊ ਲੱਗਾ ਹੋਇਆ, ਲੋਕਾਂ ਨੇ ਬਾਹਰ ਨਹੀਂ ਜਾਣਾ। ਹਾਂਜੀ। ਤੁਸੀਂ ਜੇ ਦੇਖਦੇ ਆ ਵੀ ਜੇ ਕੋਈ ਆਮ ਆਦਮੀ ਬਾਹਰ ਜਾਂਦਾ ਤਾਂ ਪੁਲਿਸ ਉਹਨੂੰ ਫੜ ਲੈਂਦੀ ਆ, ਕਈ ਵਾਰੀ ਕੁੱਟਦੀ ਬੁਰੇ ਤਰੀਕੇ ਦੇ ਨਾਲ। ਪਰ ਸਿੱਧੂ ਮੂਸੇਵਾਲੇ ਨਾਲ ਜਿਹੜੀ ਵੀਡੀਓ ਰਿਲੀਜ਼ ਕੀਤੀ ਗਈ ਆ, ਨਾਲੇ ਉਹਨਾਂ ਦੇ ਸੰਮਨ ਵੀ ਆ ਚੁੱਕੇ ਆ, ਜਿਹੜੇ 9 ਪੁਲਿਸ ਵਾਲੇ ਐਂਡ ਸਿੱਧੂ ਮੂਸੇਵਾਲਾ, ਉਹਨਾਂ ਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਚੁੱਕੇ ਉਹਨਾਂ ਦੇ, ਕਿਉਂਕਿ ਉਹਨਾਂ ਨੇ ਲਾਕਡਾਊਨ ਤੋੜਿਆ। ਦੂਜਾ ਜੇ ਪੁਲਿਸ ਵਾਲੇ ਸੀਗੇ, ਉਹਨਾਂ ਨੇ ਉਹਦਾ ਸਹਿਯੋਗ ਦਿੱਤਾ, ਉੱਥੇ ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਰੱਖੀ ਗਈ। ਸੋ ਮੈਂ ਤਾਂ ਇਹੀ ਚਾਹੁੰਦਾ ਵੀ ਜੋ ਵੀ ਕੋਈ ਜ਼ਿੰਮੇਵਾਰ ਆ, ਜਿਹੜੇ ਤੁਸੀਂ ਆਈਕਨ ਹੈਗੇ ਇਸ ਨੌਜਵਾਨ ਪੀੜ੍ਹੀ ਦੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਥੋੜ੍ਹੇ ਜਿਹੇ ਪ੍ਰੀਕਾਸ਼ਨਸ ਰੱਖੋ। ਉਹਨੀ ਤੁਹਾਨੂੰ ਹੀ ਫਾਲੋ ਕਰਨਾ, ਕਿਉਂਕਿ ਉਹ ਤੁਹਾਡੇ ਗੀਤ ਸੁਣਦੇ ਆ। ਜੋ ਤੁਸੀਂ ਕਰੋਗੇ ਉਹਨਾਂ ਨੇ ਉਹ ਫਾਲੋ ਕਰਨਾ। ਪਲੀਜ਼ ਹੁਣ ਇਹ ਟਾਈਮ ਹੈਗਾ ਜਦੋਂ ਆਪਾਂ ਇਸ ਚੀਜ਼ ਨੂੰ ਪ੍ਰੋਪਰ ਵੇ ਹੈਂਡਲ ਕਰ ਸਕਦੇ ਹਾਂ। ਥੋੜ੍ਹਾ ਜਿਹਾ ਠਰਮਾ ਰੱਖੋ, ਤੁਹਾਡਾ ਟਾਈਮ ਆ ਜਾਣਾ, ਮੁੜ ਕੇ ਤੁਸੀਂ ਫਿਰ ਗਾਉਣ ਲੱਗ ਪੈਣਾ, ਤੁਹਾਡੀਆਂ ਸਟੇਜਾਂ ਫਿਰ ਲੱਗਣੀਆਂ, ਫਿਰ ਪ੍ਰਸਿੱਧੀ ਮਿਲ ਜਾਣੀ ਹੈ। ਕੋਈ ਜ਼ਰੂਰੀ ਨਹੀਂ ਵੀ ਇਸ ਤਰੀਕੇ ਨਾਲ ਹੀ ਪ੍ਰਸਿੱਧੀ ਮਿਲਣੀ ਆ। ਪ੍ਰਸਿੱਧੀ ਲੈਣ ਦੇ ਹੋਰ ਜਿਹੜੇ ਆ, ਫੇਮਸ ਹੋਣ ਦੇ ਹੋਰ ਬਹੁਤ ਤਰੀਕੇ ਹੈਗੇ ਆ ਜੀ। ਸੋ ਮਨਜੀਤ, ਕੋਈ ਗੱਲਬਾਤ ਤੁਸੀਂ ਸੁਣਨੀ ਚਾਹੋਗੇ? ਹਾਂਜੀ, ਸੋ ਟਰੂ। ਦੇਖੋ, ਫੇਮ ਸਾਰੇ ਚਾਹੁੰਦੇ ਆ ਕਿ ਅਸੀਂ ਕਾਮਯਾਬ ਹੋਈਏ, ਨੇਮ ਫੇਮ ਸਾਨੂੰ ਮਿਲੇ, ਬਟ ਚੰਗੇ ਕੰਮ ਕਰਕੇ ਨੇਮ ਫੇਮ ਮਿਲੇ ਤਾਂ ਬਹੁਤ ਜ਼ਿਆਦਾ ਵਧੀਆ ਆ। ਬਿਲਕੁਲ ਜੀ। ਹਾਂਜੀ। ਦੂਜੀ ਗੱਲ ਹੈ ਜੀ, ਜਿਹੜੀ ਇੱਕ ਚੰਗੀ ਖਬਰ ਆਈ ਆ ਵੀ ਅੰਟੇਰੀਓ ਦੇ ਵਿੱਚ ਕਰੋਨਾ ਦੇ ਜਿਹੜੇ ਕੇਸਿਸ ਆ ਉਹ ਘਟ ਰਹੇ ਆ। ਬਹੁਤ ਵਧੀਆ ਖਬਰ ਹੈ ਜੀ। ਅਸੀਂ ਤਾਂ ਇਹ ਦੁਆ ਕਰਦੇ ਹਾਂ ਜਿੰਨੀ ਛੇਤੀ ਹੋ ਸਕੇ ਇਹ 0 'ਤੇ ਆ ਜਾਵੇ। ਦੂਜੀ ਗੱਲ ਹੈ ਵੀ ਜੇ ਹੁਣ ਕੇਸਿਸ ਘੱਟ ਆ ਰਹੇ ਆ, ਮੂਹਰੇ ਸਮਰ ਆ ਰਹੀ ਆ, ਹਰ ਬੰਦੇ ਦਾ ਜੀਅ ਕਰਦਾ ਵੀ, ਕਿਉਂਕਿ ਮਹੀਨਾ ਡੇਢ ਮਹੀਨਾ ਹੋ ਚੁੱਕਿਆ ਆਪਾਂ ਘਰਾਂ ਦੇ ਵਿੱਚ ਬੈਠੇ ਹਾਂ, ਹੁਣ ਬਾਹਰ ਧੁੱਪ ਦੇਖ ਕੇ ਜੀਅ ਕਰਦਾ ਵੀ ਆਪਾਂ ਵੀ ਕਿਤੇ ਘੁੰਮ ਕੇ ਆਈਏ।
ਰਾਈਟ ਗਾਂ ਨਿਆਣੇ ਵੀ ਇਸ ਤਰੀਕੇ ਨਾਲ ਵੀ ਬੱਚੇ ਵੀ ਉਹ ਵੀ ਕਹਿੰਦੇ ਨਹੀਂ ਅਸੀਂ ਬਾਹਰ ਜਾਣਾ ਪਰ ਪਲੀਜ਼ ਯੂਜ਼ ਪ੍ਰੀਕਾਸ਼ਨਸ। ਹਾਂਜੀ ਇਹਦੇ ਵਿੱਚ ਹੀ ਸਾਡੀ ਸਾਰਿਆਂ ਦੀ ਭਲਾਈ। ਹੁਣ ਵੇਸਲੇ ਨਾ ਹੋ ਜਾਈਏ, ਕਈ ਵਾਰੀ ਹੁੰਦਾ ਆਪਾਂ ਜਿਹੜੀ ਇੱਕ ਬਹੁਤ ਪੀਕ ਤੇ ਕੋਈ ਵੀ ਚੀਜ਼ ਹੋਵੇ ਉਸ ਵੇਲੇ ਆਪਾਂ ਬਹੁਤ ਹੀ ਜ਼ਿਆਦਾ ਸਤਰਕ ਰਹਿੰਦੇ ਹਾਂ, ਬਹੁਤ ਹੀ ਸਾਵਧਾਨ ਰਹਿੰਦੇ ਹਾਂ, ਪਰ ਥੋੜ੍ਹੀ ਜਿਹੀ ਕਿਤੇ ਉਹ ਟੇਪਰ ਹੋ ਜਾਵੇ ਜਾਂ ਥੋੜ੍ਹਾ ਘੱਟ ਜਾਵੇ ਖਤਰਾ ਉਸ ਚੀਜ਼ ਤੋਂ, ਆਪਾਂ ਉਸੇ ਵੇਲੇ ਵੇਸਲੇ, ਇਹ ਇੱਕ ਹਿਊਮਨ ਟੈਂਡੈਂਸੀ ਹੈਗੀ ਆ। ਸੋ ਆਹ ਟਾਈਮ ਜਿਹੜਾ ਆ ਬਹੁਤ ਹੀ ਇਤਿਹਾਦ ਜਾਂ ਪ੍ਰੀਕਾਸ਼ਨ ਸਾਵਧਾਨੀ ਵਰਤਣ ਦਾ ਹੈਗਾ। ਮੈਂ ਆਪ ਅਸੀਂ ਉਹਨਾਂ 'ਚ ਸ਼ਾਮਲ ਹਾਂ, ਅਸੀਂ ਤੁਹਾਡੇ ਨਾਲ ਹਾਂ, ਅਸੀਂ ਵੀ ਟਰਾਈ ਕਰ ਰਹੇ ਹਾਂ ਵੀ ਇਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਅਵੇਸਲੇ ਨਾ ਹੋਈਏ, ਆਪਾਂ ਯੋਗਦਾਨ ਪਾਈਏ ਵੱਧ ਤੋਂ ਵੱਧ। ਹੋ ਰਿਹਾ ਮਹੀਨਾ 2 ਮਹੀਨੇ ਆਪਾਂ ਇਸ ਚੀਜ਼ 'ਤੇ ਕਾਬੂ ਪਾ ਲਈਏ, ਫਿਰ ਆਪਣਾ ਟਾਈਮ ਹੈ ਜਿੱਦਾਂ ਮਰਜ਼ੀ ਇੰਜੋਏ ਕਰੋ। ਜਦੋਂ ਇਕਨੋਮੀ ਲੋਕਡਾਊਨ ਨਹੀਂ ਰਹੀ, ਜਦੋਂ ਸਾਨੂੰ ਗਵਰਨਮੈਂਟ ਨੇ ਕਹਿ ਦਿੱਤਾ ਵੀ ਹਾਂ ਤੁਸੀਂ ਜਿਹੜਾ ਆ ਉਹ ਲੋਕਡਾਊਨ ਨਹੀਂ ਰਿਹਾ, ਤੁਸੀਂ ਬਾਹਰ ਘੁੰਮ ਫਿਰ ਸਕਦੇ ਹੋ, ਉਦੋਂ ਪਹਿਲਾਂ ਨਾ ਜਾਇਓ ਪਲੀਜ਼। ਹਾਂਜੀ ਜੇ ਪ੍ਰੀਕਾਸ਼ਨ ਯੂਜ਼ ਕਰਾਂਗੇ ਦੈਨ ਆਪਾਂ ਜਲਦੀ ਇਸ ਲੋਕਡਾਊਨ ਚੋਂ ਬਾਹਰ ਆ ਸਕਦੇ ਹਾਂ ਨਾ। ਹਾਂਜੀ ਸੋ ਸਾਰਿਆਂ ਨੂੰ ਇਸ ਚੀਜ਼ ਦੇ ਵਿੱਚ ਸਪੋਰਟ ਕਰਨ ਦੀ ਲੋੜ ਹੈ। ਬਿਲਕੁਲ ਬਿਲਕੁਲ ਜੀ। ਸਟਿਲ ਵਾਸ਼ ਯੋਰ ਹੈਂਡ ਐਂਡ ਵਾਸ਼ ਯੋਰ ਡਿਸ਼ਿਜ਼ ਟੂ। ਓਕੇ, ਇੱਕ ਜੋਕ ਚੱਲ ਰਿਹਾ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਵੀ ਹੁਣ ਹੱਥ ਤਾਂ ਧੋਣੇ ਆ, ਨਾਲ 4 ਭਾਂਡੇ ਵੀ ਧੋ ਦਿਆ ਕਰੋ। ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਦਾ ਵੀ ਭਾਂਡੇ ਧੋ ਲਿਆ ਕਰੋ, ਕੋਈ ਨੁਕਸਾਨ ਨਹੀਂ ਹੈਗਾ। ਠੀਕ ਹੈ ਜੀ। ਹਾਂਜੀ ਜਿਸ ਦਿਨ ਦਾ ਲੋਕਡਾਊਨ ਹੋਇਆ ਐਕਚੁਅਲੀ ਵਾਇਰਸ ਸ਼ੁਰੂ ਹੋਈ ਆ, ਸੋ ਸਾਡੇ ਘਰ ਦੇ ਸਾਰੇ ਕੰਮ ਤਾਂ ਰਾਜ ਹੀ ਕਰ ਰਹੇ ਆ ਨਾ। ਸੋ ਮੈਂ ਤੇ ਮੰਮੀ ਤਾਂ ਉਸ ਦਿਨ ਤੋਂ ਅਸੀਂ ਰੈਸਟ ਫੁੱਲ ਕਰ ਰਹੇ ਆ। ਸੋ ਮੈਨੂੰ ਲੱਗਦਾ ਤੁਸੀਂ ਕੱਪੜੇ ਵਾਲੀਆਂ ਮਸ਼ੀਨਾਂ ਹੀ ਬੰਦ ਕਰਤੀਆਂ। ਹਾਂਜੀ ਸੋ ਉਸ ਦਿਨ ਤੋਂ ਅਸੀਂ ਕਿਚਨ ਦੇ ਵਿੱਚ ਜਿਹੜਾ ਸਾਰਾ ਕੰਮ ਖਾਣ ਪੀਣਾ ਬਣਾਉਣਾ, ਜੋ ਲਾਂਡਰੀ ਕਰਨੀ ਸਾਡੀ, ਜੋ ਸਾਫ ਸਫਾਈ ਦਾ ਸਾਰਾ ਕੰਮ ਰਾਜ ਨੇ ਸਾਂਭਿਆ ਆ। ਸੋ ਮੇਰੇ ਭਰਾਵਾਂ ਨੂੰ ਬੇਨਤੀ ਕਿ ਜਿੰਨਾ ਕੁ ਰਾਜ ਨੇ ਸਾਂਭਿਆ ਆ ਉਹਨਾਂ ਕੁ ਤੁਸੀਂ ਵੀ ਨਾਲ ਸਾਂਭੋ। ਚਲੋ ਇੰਨਾ ਕੁ ਕਰ ਲਿਆ ਕਰੋ ਜੀ, ਜਦੋਂ ਤੁਸੀਂ ਖਾਣੇ ਪੀਣੇ ਆਪਣੇ ਭਾਂਡੇ ਚੱਕ ਕੇ ਜਿਹੜੇ ਸਿੰਕ ਦੇ ਵਿੱਚ ਰੱਖ ਦਿਆ ਕਰੋ। ਹਾਂਜੀ ਠੀਕ ਹੈ ਜੀ। ਐਂਡ ਇਹੀ ਕੰਮ ਹੈ ਜੀ, ਹੋਰ ਆਪਾਂ ਕੀ ਕਰ, ਕਿਉਂਕਿ ਆਪਾਂ ਕਦੇ ਸਿੱਖਿਆ ਨਹੀਂ ਕਿਵੇਂ ਰੋਟੀ ਬਣਾਉਣੀ ਹੈ, ਕਿਵੇਂ ਸਬਜ਼ੀ ਬਣਾਉਣੀ ਹੈ। ਹੁਣ ਵੀ ਨਹੀਂ ਜੀ ਕਰਦਾ ਕਿਉਂ ਮੈਨਸ ਆਰ ਮੈਨਸ। ਉਹਨਾਂ ਨੂੰ ਤਾਂ ਇਹੀ ਆ ਵੀ ਜੇ ਆਪਾਂ ਬਾਹਰ ਕੰਮ ਕਰ ਲਿਆ ਤਾਂ ਆਪਾਂ ਤਾਂ ਜਹਾਨ ਜਿੱਤ ਲਿਆ, ਘਰ ਜਾ ਕੇ ਹੱਥ ਨਹੀਂ ਲਾਉਣਾ ਆਪਾਂ। ਹਾਂਜੀ ਠੀਕ ਹੈ ਜੀ। ਮੇਰੀ ਬੇਨਤੀ ਆਪਣੇ ਭਰਾਵਾਂ ਨੂੰ ਵੀ ਥੋੜ੍ਹਾ ਬਹੁਤਾ ਕੰਮ ਕਰ ਲਿਆ ਕਰੋ, ਜ਼ਿਆਦਾ ਨਾ ਕਰੋ, ਥੋੜ੍ਹਾ ਬਹੁਤਾ, ਵੀ ਤੁਸੀਂ ਵੀ ਕੇਅਰਿੰਗ ਪਰਸਨੈਲਿਟੀ ਹੈਗੇ ਆ। ਹਾਂਜੀ ਪਰ ਜਿਹੜੀਆਂ ਆਦਤਾਂ ਕਹਿੰਦੇ ਨਹੀਂ ਪੈ ਜਾਂਦੀਆਂ ਉਹ ਚੇਂਜ ਕਰਨੀਆਂ ਇੰਨੀਆਂ ਜ਼ਿਆਦਾ ਈਜ਼ੀ ਨਹੀਂ ਹੈਗੀਆਂ। ਸੋ ਆਪਾਂ ਮੈਨ ਜਿਹੜੇ ਆ ਉਹ ਸੋ ਯੂਜ਼ ਟੂ ਹੋਏ ਵਾ ਕਿ ਜੇ ਅਸੀਂ ਬਾਹਰ ਕੰਮ ਕਰ ਲਿਆ ਉਹੀ ਕੰਮ ਆ, ਜੇ ਉਦੋਂ ਘਰ ਆ ਕੇ ਜੇ ਕੋਈ ਵੀ ਵਾਈਫ ਕੰਮ ਕਹਿ ਦਿੰਦੀ ਆ ਉਹਦੇ ਲਈ ਹੈਗਾ ਕਿ ਫੇਰ ਕਰ ਲਵਾਂਗੇ ਰਾਈਟ ਵੇ ਆਪਾਂ ਨਹੀਂ ਐਕਟ ਕਰਦੇ, ਆਪਾਂ ਕਹਿੰਦੇ ਨੇ ਫੇਰ ਸਹੀ। ਫਿਰ ਜਦੋਂ ਉਹ ਬਾਰ-ਬਾਰ ਇੱਕ ਕੰਮ ਨੂੰ ਬਾਰ-ਬਾਰ ਇੱਕ ਗੱਲ ਨੂੰ ਰਿਪੀਟ ਕਰਦੇ ਆ ਦੈਨ ਫਿਰ ਕੀ ਹੈਗਾ, ਫਿਰ ਕਹਿੰਦੇ ਕਿ ਵਾਈਫ ਤੇ ਵੀ ਰਿਮੋਟ ਕੰਟਰੋਲ ਹੋਣਾ ਚਾਹੀਦਾ, ਜਿੱਦਾਂ ਟੀਵੀ ਤੇ ਰਿਮੋਟ ਬਟਨ ਹੈਗਾ ਨਾ, ਪਲੇ ਕਰ ਲਿਆ, ਆਫ ਕਰ ਲਿਆ। ਹਾਂਜੀ ਤੇ ਫਿਰ ਉਹੀ ਲੱਭਦੇ ਆ ਵੀ ਇਸ ਤਰੀਕੇ ਨਾਲ ਉਹ ਵੀ ਚੁੱਪ ਹੋ ਜਾਣ। ਯਾ ਬਿਲਕੁਲ ਜੀ ਬਿਲਕੁਲ। ਇਹ ਤਾਂ ਬੰਦੇ ਦਾ ਇੱਕ ਕਹਿੰਦੇ ਸੀ, ਇੱਕ ਜਿਹੜੀਆਂ ਜਿੰਨੀਆਂ ਕਾਢਾਂ ਹੁੰਦੀਆਂ ਨਾ ਉਹ ਇੱਕ ਬੇਸਿਕਲੀ ਲੇਜ਼ੀ ਬੰਦੇ ਹੀ ਕਰਦੇ ਆ। ਹਾਂਜੀ ਰਿਮੋਟ ਕੰਟਰੋਲ ਦੀ ਜੇ ਕਿਸੇ ਨੇ ਕਾਢ ਕੱਢੀ ਉਹ ਲੇਜ਼ੀ ਬੰਦੇ ਨਹੀਂ ਕੱਢੀ, ਉਹ ਉੱਠ ਕੇ ਜਿਹੜਾ ਅਸੀਂ ਚੈਨਲ ਨਹੀਂ ਚੇਂਜ ਕਰਨਾ ਚਾਹੁੰਦਾ ਉਹਨੇ ਬੈਠੇ ਬੈਠੇ ਨੇ ਸੋਚਿਆ ਵੀ ਕੁਝ ਇਦਾਂ ਹੀ ਡਿਵਾਈਸ ਕੱਢੀਏ ਜਿਹੜੀ ਸੋਫੇ ਦੇ ਪਏ ਆਪਾਂ ਟੀਵੀ ਚੈਨਲ ਚੇਂਜ ਕਰ ਲਈਏ। ਸੋ ਕਈ ਵਾਰੀ ਜਿਹੜੇ ਲੇਜ਼ੀ ਬੰਦੇ ਆ ਉਹ ਕਾਢਾਂ ਜ਼ਿਆਦਾ ਕੱਢ ਲੈਣ, ਜਿੱਦਾਂ ਬਿਲ ਗੇਟਸ ਨੇ ਕਿਹਾ ਸੀਗਾ ਵੀ ਇਹ ਜਿਹੜਾ ਇਹ ਸੰਸਾਰ ਹੈ ਲੇਜ਼ੀ ਬੰਦਿਆਂ ਨੂੰ ਜਿਹੜੇ ਉਹ ਕਾਢਾਂ ਕੱਢਣ ਦੇ ਵਿੱਚ ਮਾਰ ਹੈ ਜੀ। ਠੀਕ ਹੈ ਜੀ। ਸ਼ਾਇਦ ਮੈਂ ਜੀ ਇਸੇ ਕਰਕੇ ਅੱਗੇ ਆ। ਮੈਂ ਤਾਂ ਇਹ ਕਹਿੰਦਾ ਹੁੰਦਾ ਜੀ ਪੰਜਾਬੀਆਂ ਦੇ ਘਰਾਂ ਦੇ ਵਿੱਚੋਂ ਸੋਫੇ ਜਿਹੜੇ ਆ ਉਹ ਇਸ ਤਰੀਕੇ ਨਾਲ ਕਿਤੇ ਬਣਨੇ ਚਾਹੀਦੇ ਆ, ਉਹ 10-11 ਵਜੇ ਤੱਕ ਖੁੱਲ੍ਹਣੇ ਨਹੀਂ ਚਾਹੀਦੇ। ਠੀਕ ਹੈ ਜੀ। ਸਪੈਸ਼ਲੀ ਜਦੋਂ ਬ੍ਰੇਕਫਾਸਟ ਤੋਂ ਬਾਅਦ, ਤਾਂ ਫਿਰ ਗਾਂ 3-4 ਵਜੇ ਤੋਂ ਬਾਅਦ ਨਹੀਂ ਖੁੱਲ੍ਹਣੇ ਚਾਹੀਦੇ। ਉਹ ਥੋੜ੍ਹੇ 2 ਘੰਟੇ ਦਾ ਵਕਫਾ ਹੋਵੇ ਜਿੱਥੇ ਸੋਫੇ ਖੁੱਲ੍ਹ ਕੇ ਫੈਮਿਲੀ ਰੂਮ 'ਚ ਲੱਗ ਜਾਣ ਤਾਂ ਬੈਠ ਲਓ, ਉਦੋਂ ਬਾਅਦ ਉਹ ਬੰਦ ਹੋਣੇ ਹੋਣ, ਫਿਰ ਹੀ ਆਪਾਂ ਸੋਫਿਆਂ 'ਤੇ ਉੱਠ ਸਕਦੇ ਹਾਂ ਪੰਜਾਬੀ। ਨਹੀਂ ਤਾਂ ਫਿਰ ਸੋਫਾ ਦਾ ਪੱਕਾ ਆ ਬਈ ਰੋਟੀ ਖਾ ਲਈ, ਚਾਹ ਪੀ ਲਈ, ਮੂਹਰੇ ਟੀਵੀ ਲਾ ਲਿਆ, ਫਿਰ 4-5 ਘੰਟੇ ਗਏ ਜੀ, ਫਿਰ ਮੂਹਰੇ ਸੋਸ਼ਲ ਮੀਡੀਆ ਜੀ। ਜੇ ਟੀਵੀ ਨਹੀਂ ਚੰਗਾ ਲੱਗਾ, ਅੱਜ ਕੱਲ੍ਹ ਤਾਂ ਇਹ ਆ ਮਨਜੀਤ, ਟੀਵੀ ਆਪਾਂ ਲਾ ਜਾਂਦਾ ਨਾਲ ਸੋਸ਼ਲ ਮੀਡੀਆ ਵੀ ਚੱਲ ਰਿਹਾ ਹੁੰਦਾ। ਇੰਨੇ ਕੁ ਬਿਜ਼ੀ ਹੋ ਗਏ, ਸਾਨੂੰ ਇਹ ਨਹੀਂ ਸਮਝ ਆ ਰਹੀ ਵੀ ਅਸੀਂ ਕਰੀਏ ਕੀ। ਦੇਖੋ ਆਪਾਂ ਵਿਹਲੇ ਬਿਜ਼ੀ ਹੋ ਗਏ। ਰਾਈਟ। ਸੋ ਵਿਹਲੇ ਵੀ ਆਪਾਂ ਵਿਹਲੇ ਨਹੀਂ, ਕਿਉਂਕਿ 24 ਆਵਰਸ ਨਾਲ ਆ। ਹਾਂ ਵਿਹਲੇ ਤਾਂ ਵਿਹਲੇ ਹੈ ਹੀ ਨਹੀਂ। ਹਾਂਜੀ ਰਾਈਟ। ਉੱਦਾਂ ਤਾਂ ਵਿਹਲੇ ਜਦੋਂ ਲੋਕ ਕੰਮ ਕਾਰ ਕਰਦੇ ਆ ਉਦੋਂ ਵਿਹਲ ਮਿਲ ਜਾਂਦੀ ਹੈ, ਲੋਕਾਂ ਨੂੰ ਪਤਾ ਵੀ ਇੰਨਾ ਕੁ ਟਾਈਮ ਹੀ ਮੇਰੇ ਕੋਲ ਹੈਗਾ, ਇਹਨੂੰ ਮੈਂ ਯੂਜ਼ ਕਰ ਲਵਾਂ। ਹੁਣ ਤਾਂ ਵਿਹਲ ਹੀ ਇੰਨੀ ਹੋ ਚੁੱਕੀ ਆ, ਵਿਹਲ 'ਚ ਪਤਾ ਹੀ ਨਹੀਂ ਲੱਗਦਾ ਮੈਂ ਵਿਹਲਾ ਟਾਈਮ ਕਿਹੜਾ ਕੱਢਾਂ। ਹਾਂਜੀ ਟਰੂ। ਕਿਉਂਕਿ ਇਹਦੇ ਵਿੱਚ ਆਪਾਂ ਪਹਿਲਾਂ ਤੋਂ ਯੂਜ਼ ਟੂ ਨਹੀਂ ਹੈਗੇ। ਹਾਂਜੀ ਚਲੋ ਇਹ ਤਾਂ ਗੱਲਾਂ ਬਾਤਾਂ ਹੈਗੀਆਂ, ਆਪਾਂ ਗੱਲਾਂ ਬਾਤਾਂ ਕਰਦੇ ਰਵਾਂਗੇ। ਬਾਕੀ ਇਹ ਹੈ ਬਈ ਜਿਸ ਤਰੀਕੇ ਦੇ ਨਾਲ
ਅੱਜ ਟਾਈਮ ਆਪਣੇ ਕੋਲ ਵੱਧ ਚੁੱਕਿਆ, ਉਸ ਜਿਹੜਾ ਇਹ ਟਾਈਮ ਆ ਇੱਕ ਬਲੈਸਿੰਗ ਵੀ ਕਹਿ ਲਓ, ਕਿਉਂਕਿ ਅੱਗੇ ਕਦੇ ਆਪਾਂ ਫੈਮਿਲੀ ਨਾਲ ਟਾਈਮ ਬਿਤਾਉਣ ਨੂੰ ਤਰਸਦੇ ਹੁੰਦੇ ਸੀ, ਹੁਣ ਫੈਮਿਲੀ ਨਾਲ ਟਾਈਮ ਬਿਤਾਉਣ ਦਾ ਹੀ ਜੇ ਕਹਿ ਲਈਏ ਵੀ ਆਪਾਂ ਨੂੰ ਇੱਕ ਕੁਐਸਚਨ ਪੈਦਾ ਹੋ ਚੁੱਕਿਆ ਵੀ ਹੁਣ ਕਿੱਦਾਂ ਕਰੀਏ, ਇਸ ਟਾਈਮ ਨੂੰ ਬਿਤਾਈਏ ਕਿੱਦਾਂ। ਇਹਨਾਂ ਚੀਜ਼ਾਂ ਦੇ ਨਾਲ ਆਪਾਂ ਜੇ ਦੇਖਦੇ ਹਾਂ ਤਾਂ ਘਰਾਂ ਦੇ ਵਿੱਚ ਵਾਇਲੈਂਸ ਵੀ ਬਹੁਤ ਵੱਧ ਚੁੱਕੀ ਆ। ਕਿਉਂਕਿ ਅੱਜ ਹੀ ਆਪਾਂ ਸਮਾਜ ਸੇਵੀ ਇੱਕ ਲੇਡੀ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਨੇ ਸਾਨੂੰ ਦੱਸਿਆ ਵੀ 50% ਜਿਹੜੀ ਵਾਇਲੈਂਸ ਆ ਉਹ ਘਰਾਂ ਦੇ ਵਿੱਚ ਵੱਧ ਚੁੱਕੀ ਆ, ਬਿਕਾਜ਼ ਬੱਚਿਆਂ ਦੇ ਨਾਲ ਹਸਬੈਂਡ ਵਾਈਫ ਦੀ ਵਾਇਲੈਂਸ, ਐਂਡ ਉਹਦੇ ਵਿੱਚ ਇੱਕ ਰੀਜ਼ਨ ਆ ਜਾਂਦਾ, ਇੱਕ ਫਾਈਨੈਂਸ਼ੀਅਲ ਜਿਹੜਾ ਸਟ੍ਰੈਸ ਆ ਉਹ ਵੀ ਇੱਕ ਰੀਜ਼ਨ ਬਣਦਾ। ਸੋ ਮੈਂ ਇੱਕ ਕਾਲ ਲੈ ਲਵਾਂ ਮਨਜੀਤ ਆਪਾਂ। ਹੈਲੋ, ਸਵਾਗਤ ਹੈ ਜੀ PTN 24। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ? ਕੌਣ ਬੋਲ ਰਹੇ? ਭਾਜੀ ਮੈਂ ਇੰਦਰਜੀਤ ਸਿੰਘ ਬੋਲ ਰਿਹਾ ਜੀ। ਹਾਂਜੀ ਇੰਦਰਜੀਤ ਸਿੰਘ ਜੀ, ਕੀ ਹਾਲ ਚਾਲ? ਬਸ ਚੜ੍ਹਦੀ ਕਲਾ ਭਾਜੀ। ਤੁਸੀਂ ਭਾਜੀ ਗੱਲ ਕੀਤੀ ਵਿਹਲਿਆਂ ਦੀ, ਹਾਂਜੀ, ਤੇ ਮੈਂ ਵੀ ਵਿਹਲਾ ਬਹੁਤ ਹਾਂ ਜੀ ਅੱਜ ਕੱਲ। ਬਸ ਸਵੇਰੇ ਉੱਠੀ ਦਾ, ਹਾਂਜੀ ਠੀਕ ਹੈ ਜੀ, ਸਵੇਰੇ ਉੱਠੀ ਦਾ ਸ਼ਾਮ ਨੂੰ ਫੇਰ ਸੋ ਜਾਈਦਾ, ਸਵੇਰੇ ਉੱਠੀ ਦਾ ਸ਼ਾਮ ਨੂੰ ਫੇਰ ਸੋ ਜਾਈਦਾ। ਮਤਲਬ ਉੱਠੀ ਦਾ ਘੱਟ ਹੈ, ਸੋਈ ਦਾ ਜ਼ਿਆਦਾ ਹੈ। ਉੱਠੀ ਦਾ ਮਤਲਬ ਇਹ ਕਿ ਇੱਥੋਂ ਉੱਠ ਕੇ ਆਪਣੇ ਵਾਸ਼ਰੂਮ ਤੱਕ ਜਾਈਦਾ, ਆ ਕੇ ਫੇਰ ਸੋ ਜਾਈਦਾ। ਹਾਂਜੀ, ਹੁਣ ਤਾਂ ਕਹਿੰਦੇ ਜੀ ਸੁਪਨੇ ਵੀ ਰਿਪੀਟ ਹੋਣੇ ਸ਼ੁਰੂ ਹੋ ਗਏ ਜੀ, ਮੁੜ ਕੇ ਉਹੀ ਆਉਂਦੇ ਆ। ਮੈਨੂੰ ਤਾਂ ਆਣੇ ਬੰਦ ਹੋ ਗਏ ਜੀ, ਮੇਰੇ ਤਾਂ ਫਲੈਸ਼ ਵੀ ਬੰਦ ਹੋ ਗਏ। ਤੁਹਾਡੇ ਪੂਰੇ ਹੋ ਚੁੱਕੇ ਸੁਪਨੇ ਜੀ? ਮੇਰੇ ਤਾਂ ਪੂਰੇ ਹੋ ਗਏ। ਹੁਣ ਮੈਂ ਕੋਈ ਨਵਾਂ ਸੁਪਨਾ ਸੋਚਦਾ ਕੀ ਕੱਢੀਏ ਕੀ ਨਾ ਕੱਢੀਏ, ਕੋਈ ਬਾਹਰ ਜਾਈਏ ਤਾਂ ਕੋਈ ਸੁਪਨਾ ਆਏਗਾ। ਹਾਂਜੀ ਬਿਲਕੁਲ। ਕੋਈ ਅਸੀਂ ਕੱਲ ਪਰਸੋਂ ਬਾਹਰ ਮਾਲ ਘੁੰਮਣ ਗਏ, ਮਾਲ ਬੰਦ ਪਿਆ। ਮੈਂ ਤਾਂ ਮਾਲ ਵੀ ਬਾਏ ਬਾਏ ਕਰਾਂ, ਮੈਂ ਕਿਹਾ ਜੀ ਬਾਏ 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 ਬਾਏ, ਹੁਣ ਤਾਂ ਨਹੀਂ ਆਉਂਦਾ ਭਾਈ, ਤਰਸ ਗਏ ਤਾਂ ਭਾਜੀ ਮਾਲ। ਬਿਲਕੁਲ ਜੀ ਬਿਲਕੁਲ। ਬਾਹਰ ਦਾ ਖਾਣਾ ਨਹੀਂ ਖਾਂਦੇ, ਘਰੇ ਬਹਿ ਕੇ ਉਹੀ ਰੋਟੀਆਂ ਉਹੀ ਦਾਲ ਸਬਜ਼ੀ ਖਾਈ ਜਾਂਦੇ ਆ। ਨਹੀਂ, ਵਾਹਿਗੁਰੂ ਦਾ ਸ਼ੁਕਰ ਕਰੋ ਜੀ, ਆਪਾਂ ਨੂੰ ਰੋਟੀਆਂ ਮਿਲ ਜਾ ਰਹੀਆਂ। ਇਹ ਅਸੀਂ ਮਹਾਰਾਜ ਦਾ ਬੜਾ ਧੰਨਵਾਦ ਕਰਦੇ ਹਾਂ, ਸ਼ੁਕਰਗੁਜ਼ਾਰ ਹਾਂ ਕਿ ਅਸੀਂ ਆਪਣੀ ਪਰਿਵਾਰ ਦੇ ਵਿੱਚ ਬੈਠੇ ਹਾਂ। ਹਾਂਜੀ, ਸਭ ਨਾਲੋਂ ਵੱਡੀ ਗੱਲ ਹੈ ਅਸੀਂ ਸੇਫ ਬੈਠੇ ਹਾਂ। ਬਿਲਕੁਲ, ਬਹੁਤ ਜੀ ਬਹੁਤ ਸੇਫ ਆ। ਆਪਣੇ ਕੋਲ ਸਹੂਲਤਾਂ ਹੈਗੀਆਂ ਆ, ਆਪਣੇ ਕੋਲ ਖਾਣ ਪੀਣ ਲਈ ਹੈਗਾ ਆ, ਆਪਣੇ ਕੋਲ ਇੰਟਰਨੈਟ ਹੈਗਾ ਆ। ਸੋ ਗਵਰਨਮੈਂਟ ਨੇ ਆਪਾਂ ਨੂੰ ਪ੍ਰਬੰਧ ਕਰਕੇ ਦੇ ਦਿੱਤੇ ਜਿੱਥੇ ਆਪਾਂ ਜ਼ਿਆਦਾ ਸਟ੍ਰੈਸ। ਹਾਂਜੀ, ਸੋ ਇਹਦੇ ਵਿੱਚ ਤਾਂ ਆਪਾਂ ਕਹਿ ਸਕਦੇ ਹਾਂ ਵੀ ਥੈਂਕ ਗॉड ਵੀ ਆਪਾਂ ਕੈਨੇਡਾ ਵਰਗੇ ਦੇਸ਼ ਦੇ ਵਿੱਚ ਆ ਕੇ ਬਹਿ ਗਏ। ਬਿਲਕੁਲ। ਸੋ ਤੁਸੀਂ ਕੀ ਸੋਚਦੇ ਆ, ਜਿਸ ਤਰੀਕੇ ਨਾਲ ਆਪਾਂ ਘਰਾਂ ਦੇ ਵਿੱਚ ਰਹਿ ਰਹੇ ਹਾਂ ਤਾਂ ਇਹਦੇ ਵਿੱਚ ਵਾਇਲੈਂਸ ਦਾ ਕਿੰਨਾ ਕੁ ਵਧਣ ਦਾ ਤੁਹਾਡਾ ਸ਼ੰਕਾ ਹੈਗਾ? ਵੱਧ ਰਹੀ ਆ ਕਿ ਤੁਹਾਨੂੰ ਲੱਗਦਾ ਵੀ ਨਹੀਂ? ਭਾਜੀ ਮੇਰੀ ਅਗਰ ਨਜ਼ਰੀਏ ਨਾਲ ਦੇਖੋ ਤਾਂ ਇਹ ਸਾਰੀ ਆਪਣੀ ਸੋਚ ਦਾ ਨਤੀਜਾ ਸਾਰਾ। ਤੁਸੀਂ ਆਪਣੀ ਸੋਚ ਨੂੰ ਕਿੱਦਾਂ ਦੀ ਰੱਖਦੇ ਹੋ? ਹਾਂਜੀ, ਹਨਾ, ਹੁਣ ਆਪਾਂ ਜਿੱਥੋਂ ਆਏ ਹਾਂ ਬੈਕਵਰਡ, ਆਪਾਂ ਆਪਣੇ ਇੰਡੀਆ ਤੋਂ ਪੰਜਾਬ ਤੋਂ ਆਪਾਂ ਲਾ ਦੀ ਆਪਾਂ ਆਏ ਹੋਏ ਹਾਂ, ਤੇ ਸਾਡੇ ਉੱਥੇ ਇਸ ਚੀਜ਼ ਦਾ ਬੜਾ ਚੱਲ ਰਿਹਾ। ਹਾਂਜੀ, ਪਰ ਅਗਰ ਅਸੀਂ ਇੱਥੇ ਆ ਕੇ ਵੀ ਆਹ ਚੀਜ਼ਾਂ ਕਰਾਂਗੇ ਤਾਂ ਮੈਂ ਕਹਿੰਦਾ ਫਿਰ ਆਪਾਂ ਐਡਵਾਂਸ ਕੰਟਰੀ ਸਾਡੇ ਆਉਣ ਦਾ ਕੋਈ ਨਹੀਂ। ਬਿਲਕੁਲ ਜੀ ਬਿਲਕੁਲ। ਦੇਖੋ ਇੰਦਰਜੀਤ ਸਿੰਘ ਜੀ, ਗੱਲ ਇਹ ਹੁੰਦੀ ਆ ਕਿ ਕਈ ਵਾਰੀ ਫਾਈਨੈਂਸ਼ੀਅਲ ਸਟ੍ਰੈਸ ਜਿਹੜੀ ਆ ਨਾ ਬੰਦੇ ਨੂੰ ਇੱਕ ਇੱਦਾਂ ਦੀ ਸਿਚੁਏਸ਼ਨ ਲਾ ਕੇ ਖੜੀ ਕਰਦਾ ਜਿੱਥੇ ਪਰਿਵਾਰਕ ਵਾਇਲੈਂਸ ਸ਼ੁਰੂ ਹੋ ਜਾਂਦੀ ਹੈ ਜੀ। ਉਹ ਫਰਸਟ੍ਰੇਸ਼ਨ ਕਿਤੇ ਨਾ ਕਿਤੇ ਕੱਢਣੀ ਚਾਹੁੰਦਾ। ਦੇਖੋ ਜੀ, ਆਪਾਂ ਇਹ ਗੱਲ ਜਾਣਦੇ ਹਾਂ ਵੀ ਸੁੱਖ ਤੇ ਦੁੱਖ ਦੋਨੋਂ ਨਾਲ ਚੱਲਦੇ ਨੇ। ਹਾਂਜੀ, ਜਿੱਥੇ ਸੁੱਖ ਹੈ ਉੱਥੇ ਨਾਲ ਦੁੱਖ ਵੀ ਹੈ। ਬਿਲਕੁਲ ਜੀ, ਠੀਕ ਹੈ ਜੀ। ਜੇ ਤੁਹਾਡਾ ਪਰਿਵਾਰ ਇਕਜੁੱਟ ਹੈਗਾ ਨਾ ਨਾਲ ਤੁਹਾਡੇ, ਹਾਂਜੀ, ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆ ਸਕਦੀ। ਦੇਖੋ ਜੇ ਤੁਹਾਡੇ ਆਪਸ ਦੇ ਪਰਿਵਾਰ ਦੇ ਵਿੱਚ ਤੁਸੀਂ ਅਗਰ ਪੈਸੇ ਨੂੰ ਲੈ ਕੇ ਆਪਾਂ ਗੱਲ ਕਰਦੇ ਹਾਂ ਤਾਂ ਨਹੀਂ। ਅਗਰ ਤੁਹਾਡੇ ਪਰਿਵਾਰ ਦੇ ਵਿੱਚ ਪਿਆਰ ਹੈਗਾ ਨਾ ਤਾਂ ਪੈਸਾ ਪੂਸਾ ਕੋਈ ਮੈਟਰ ਨਹੀਂ ਕਰਦਾ। ਬਿਲਕੁਲ ਜੀ ਬਿਲਕੁਲ। ਇੰਦਰਜੀਤ ਸਿੰਘ ਜੀ, ਥੈਂਕ ਯੂ ਵੈਰੀ ਮਚ ਜੀ ਫॉर ਕਾਲਿੰਗ। ਜਸਟ ਨੈਕਸਟ ਕਾਲ ਜੀ ਅਸੀਂ ਲੈ ਲਈਏ, ਫਿਰ ਫਲੈਸ਼ ਕਰ ਰਿਹਾ ਜੀ। ਹਾਂਜੀ, ਥੈਂਕ ਯੂ। ਹੈਲੋ PTN 24, ਸਵਾਗਤ ਹੈ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਈ, ਮੇਰਾ ਨਾਮ ਰਮਨ ਗਿੱਲ ਹੈ। ਹਾਂਜੀ ਰਮਨ, ਕੀ ਹਾਲ ਚਾਲ ਜੀ? ਹਾਂਜੀ ਵਧੀਆ ਭਾਈ, ਬਹੁਤ ਵਧੀਆ ਲੱਗ ਰਿਹਾ ਤੁਹਾਨੂੰ ਟੀਵੀ ਤੇ ਦੇਖ ਕੇ। ਮਨਜੀਤ ਮੈਮ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ। ਹੋਰ ਰਮਨ, ਤੁਸੀਂ ਕੀ ਕਹਿਣਾ? ਹਾਂਜੀ, ਕੀ ਕਹਿਣਾ ਚਾਹੁੰਦੇ ਆ ਜੋ ਇੱਥੇ ਕੋਵਿਡ ਦੇ ਕਰਕੇ ਆਪਣਾ ਲਾਕਡਾਊਨ ਹੋਇਆ, ਉਹਦੇ ਬਾਰੇ ਤੁਹਾਡੇ ਕੀ ਖਿਆਲ ਹੈ? ਕਿੰਨਾ ਔਖਾ ਹੋ ਰਿਹਾ? ਬਈ ਤੁਸੀਂ ਹੁਣੇ ਡਿਸਕਸ ਕੀਤਾ ਨਾ ਕਿ ਆਪਾਂ ਟੀਵੀ ਲਗਾ ਕੇ ਟੀਵੀ ਦੇ ਨਾਲ ਸਾਹਮਣੇ ਸੋਫਿਆਂ ਤੇ ਫੋਨ ਯੂਜ਼ ਕਰਨਾ ਸਟਾਰਟ ਕਰ ਦਿੰਦੇ ਆ, ਜੋ ਕਿ ਮੇਰੇ ਘਰ 'ਚ ਬਹੁਤ ਜ਼ਿਆਦਾ ਹੋ ਰਿਹਾ। ਤੇ ਇਹ ਸੱਚੀ ਬਹੁਤ ਪ੍ਰੋਬਲਮ ਹੈ ਕਿਉਂਕਿ ਵਾਈਫਾਈ ਦੀ ਸਪੀਡ ਬਹੁਤ ਜ਼ਿਆਦਾ ਘਟ ਗਈ ਇਹਦੇ ਕਰਕੇ। ਦੇਖੋ ਜੀ, ਇਹ ਵੀ ਇੱਕ ਪ੍ਰੋਬਲਮ ਆ ਰਹੀ ਆ ਹੁਣ। ਜਦੋਂ ਅਸੀਂ ਕਈ ਵਾਰੀ ਜ਼ੂਮ ਜਾਂ ਕਾਨਫਰੰਸ ਕਾਲ ਕਰਨੀ ਹੁੰਦੀ ਆਪਣੀ ਟੀਮ ਦੇ ਨਾਲ, ਤਾਂ ਉਹ ਜਿਹੜਾ ਕੰਪਿਊਟਰ ਆ ਉਹ ਰੁਕਣਾ ਸ਼ੁਰੂ ਹੋ ਜਾਂਦਾ, ਜਿਹੜੀ ਕਾਲ ਹੈ ਜੀ।
ਹਾਂਜੀ ਬਿਲਕੁਲ, ਕਿਉਂਕਿ ਘਰ ਦੇ ਵਿੱਚ 5 ਮੈਂਬਰ ਜੇ ਰਹਿ ਰਹੇ ਆ, 5 ਨੇ ਫੋਨ ਤੇ ਵੀ ਚੱਲ ਰਿਹਾ, ਪਲੱਸ ਟੀਵੀ ਤੇ ਵੀ ਚੱਲ ਰਿਹਾ, ਕੰਪਿਊਟਰ ਤੇ ਵੀ ਚੱਲ ਰਿਹਾ, ਤੇ ਬਹੁਤ ਪ੍ਰੋਬਲਮ ਆ ਰਹੀ ਹੈ। ਔਰ ਉੱਪਰ ਜਦੋਂ ਤੁਸੀਂ ਵਿਹਲੇ ਰਹਿਣ ਦੀ ਗੱਲ ਕੀਤੀ ਆ, ਸੱਚੀ ਉਹ ਬਹੁਤ ਵਿਹਲੇ ਆ, ਸਮਝ ਨਹੀਂ ਆਉਂਦੀ ਕਰੀਏ ਕੀ, ਉੱਠ ਲਈਦਾ, ਖਾ ਲਈਦਾ, ਪੀ ਲਈਦਾ, ਸੌ ਲਈਦਾ। ਬਿਲਕੁਲ। ਸੋ ਰਮਨ, ਮੈਂ ਗੱਲ ਪੁੱਛਣੀ ਚਾਹੁੰਦਾ, ਜਦੋਂ ਕੰਮਕਾਰ ਕਰਦੇ ਸੀ, ਜਦੋਂ ਬਹੁਤ ਹੀ ਜ਼ਿਆਦਾ ਬਿਜੀ ਸੀਗੇ, ਉਦੋਂ ਇੱਕੋ ਗੱਲ ਕਹਿੰਦੇ ਸੀ, ਬੇਲ ਹੀ ਨਹੀਂ ਮਿਲਦੀ। ਹੁਣ ਆਪਾਂ ਨੂੰ ਬੇਲ ਮਿਲ ਗਈ, ਹੁਣ ਬੇਲ ਤੋਂ ਵੀ ਔਖੇ ਹੋ ਗਏ। ਉਹੀ ਨਾ, ਹੁਣ ਇਹ ਸੋਚਦੇ ਆ ਕਿ ਜਦ ਕੰਮ ਕਰਦੇ ਸੀ ਨਾ, ਤਦ ਸਾਰੇ ਕੰਮ ਮੈਨੇਜ ਵੀ ਕਰ ਲਈਦੇ ਸੀ, ਲਾਈਕ ਪੜ੍ਹਨ ਦਾ ਵੀ ਟਾਈਮ ਕੱਢ ਦੇਈਦਾ ਸੀ, ਹਾਂਜੀ, ਬਾਹਰ ਵੀ ਜਾਈਦਾ ਸੀ, ਕੰਮ ਤੇ ਵੀ। ਹੁਣ ਜਮਾ ਮਿਲਦੇ ਆ ਤੇ ਹੁਣ ਕੁਝ ਵੀ ਨਹੀਂ ਹੋ ਰਿਹਾ, ਨਾ ਤਾਂ ਪੜ੍ਹਦੇ ਆ, ਨਾ ਪ੍ਰੋਪਰ ਟਾਈਮ ਹੀ ਯੂਟਿਲਾਈਜ਼ ਕਰਦੇ ਆ, ਕਿਉਂਕਿ ਹੁਣ ਉਹ ਲਾਈਕ ਲੇਜ਼ੀਨੈਸ ਜ਼ਿਆਦਾ ਆ ਚੁੱਕੀ ਹੈ, ਮਤਲਬ ਆਦਤ ਜੀ ਬਣ ਗਈ ਵਿਹਲੇ ਰਹਿਣ ਦੀ। ਨਹੀਂ, ਉਹਦੇ ਵਿੱਚ ਇਹ ਹੁੰਦਾ ਨਾ, ਰੂਟੀਨ ਤੋੜ ਦਿੱਤੀ ਆਪਾਂ। ਅੱਗੇ ਜਦੋਂ 9-10 ਵਜੇ ਸੌਂ ਜੀਦਾ, ਫਿਰ ਹੁਣ 2 ਵਜੇ ਸੌਣਾ ਸ਼ੁਰੂ ਕਰਤਾ, ਸਵੇਰ ਨੂੰ 8-9 ਵਜੇ ਉੱਠਣਾ। ਉਹਦੇ ਨਾਲ ਵੀ ਆਪਣੀ ਸਾਰੀ ਰੂਟੀਨ ਹੀ ਚੇਂਜ ਹੋ ਗਈ। ਠੀਕ ਹੈ ਜੀ ਰਮਨ, ਥੈਂਕ ਯੂ ਵੈਰੀ ਮਚ ਫॉर ਕਾਲਿੰਗ। ਸੋ ਫਿਊ ਕਾਲਸ ਆਰ ਫਲੈਸ਼ਿੰਗ। ਆਪਾਂ ਥੋੜ੍ਹਾ ਜਿਹਾ ਵਕਤ ਤੋਂ ਬਾਅਦ ਤੁਹਾਡੇ 20 ਕਾਲਾਂ ਲੈਂਦੇ ਹਾਂ ਜੀ। ਥੈਂਕ ਯੂ ਰਮਨ। ਥੈਂਕ ਯੂ ਸੋ ਮਚ ਬਾਈ, ਥੈਂਕ ਯੂ ਸੋ ਮਚ, ਪਲੀਜ਼ ਟੇਕ ਕੇਅਰ, ਬਾਏ। ਓਕੇ, ਹਾਂਜੀ ਮਨਜੀਤ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਜਿਵੇਂ ਹੁਣ ਆਪਣੇ ਕਾਲਰਸ ਕਹਿ ਰਹੇ ਆ ਕਿ ਜਦੋਂ ਆਪਣੇ ਕੋਲ ਬਹੁਤ ਜ਼ਿਆਦਾ ਟਾਈਮ ਵੀ ਹੈਗਾ ਆ ਨਾ, ਦੈਨ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਆਪਾਂ ਇਹਨੂੰ ਪ੍ਰੋਪਰ ਯੂਜ਼ ਕਿਵੇਂ ਕਰੀਏ। ਸਭ ਤੋਂ ਪਹਿਲੀ ਗੱਲ ਹੈਗੀ, ਜਿਵੇਂ ਆਪਾਂ ਕਹਿੰਦੇ ਕਿ ਕੰਮ ਨੇ ਆਪਾਂ ਨੂੰ ਡਿਸਪਲਿਨ ਕੀਤਾ ਆ ਸੀ। ਹਾਂਜੀ, ਜਦੋਂ ਆਪਾਂ ਜੌਬ ਤੇ ਜਾਂਦੇ, ਆਪਣਾ ਇੱਕ ਸਕੇਜੂਲ ਬਣਿਆ ਸੀ ਕਿ ਆਪਾਂ ਕਿੰਨੇ ਵਜੇ ਉੱਠਣਾ, ਕਿੰਨੇ ਵਜੇ ਖਾਣਾ, ਬਿਲਕੁਲ, ਕਿੰਨੇ ਵਜੇ ਘਰ ਨੂੰ ਆਉਣਾ, ਤੇ ਘਰ ਆ ਕੇ ਕੀ ਕੀ ਐਕਟੀਵਿਟੀਜ਼ ਕਰਨੀਆਂ ਨਾ। ਟਰੂ ਜੀ। ਇੱਕ ਕਾਲ ਲੈ ਲਈ ਮਨਜੀਤ, ਬਹੁਤ ਲਾਈਨਾਂ ਫਲੈਸ਼ ਕਰ ਰਹੀਆਂ ਆਪਣੀਆਂ। ਹਾਂਜੀ, ਠੀਕ ਹੈ ਜੀ। ਹੈਲੋ, ਇੱਕ ਮਿੰਟ ਜੀ। ਹੈਲੋ, ਸਵਾਗਤ ਹੈ ਜੀ। ਹੈਲੋ, ਸਵਾਗਤ ਹੈ PTN 24। ਹੈਲੋ ਹੈਲੋ, ਹਾਂਜੀ, ਸਵਾਗਤ ਹੈ ਜੀ PTN 24 ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਬਹੁਤ ਵਧੀਆ ਭਾਜੀ। ਆ ਤੁਸੀਂ ਲੇਜੀ ਪੁਣੇ ਵਾਲੀ ਗੱਲ ਕੀਤੀ, ਉੱਤੇ ਹੀ ਉਸ ਕਰਕੇ ਮੈਂ ਤੁਹਾਨੂੰ ਕਾਲ ਕਰ ਰਿਹਾ ਵੀ ਮੈਂ ਇੰਨਾ ਲੇਜ਼ੀ ਬੰਦਾ ਸੀ। ਹਾਂਜੀ, ਵੀ ਮੈਂ ਸਾਰੀ ਦਿਹਾੜੀ ਟੀਵੀ ਦੇਖ ਕੇ ਬੋਰ ਨਹੀਂ ਹੁੰਦਾ, ਚਾਹੇ ਇੱਕ ਚੈਨਲ ਹੀ ਚੱਲਦਾ ਹੋਵੇ। ਇੱਕ ਮੂਵੀ ਨੂੰ ਹੀ ਬਾਰ-ਬਾਰ ਕਿਉਂ ਨਾ ਦੇਖਣਾ ਪਵੇ, ਰਾਈਟ? ਬਸ ਹਾਂਜੀ, ਇੰਨਾ ਸੀਗਾ ਜੀ। ਹੁਣ ਮੈਂ ਆਪਣੇ ਘਰਦਿਆਂ ਦੀ ਹੈਲਪ ਇਸ ਕੰਮ 'ਚ ਕਰ ਰਿਹਾ। ਜਦੋਂ ਆਨਲਾਈਨ ਨਿਆਣਿਆਂ ਦੀ ਕਲਾਸ ਲੱਗਦੀ ਆ ਨਾ, ਮੇਰੇ ਹਿਸਾਬ ਨਾਲ ਹੋਰ ਵੀ ਮੇਰੇ ਭਰਾਵਾਂ ਨੂੰ ਇਹ ਕੰਮ ਕਰਨਾ ਚਾਹੀਦਾ ਵੀ ਉਸ ਟਾਈਮ ਮਾਂ ਨਾਲੋਂ ਜ਼ਰੂਰੀ ਹੈ ਜੇ ਫਾਦਰ ਕੋਲ ਬੈਠੇ ਨਿਆਣੇ। ਹਾਂ, ਇਹ ਥਾਣੇਦਾਰ ਬਣ ਕੇ ਨਾ ਵੀ ਡਰਨ ਨਿਆਣੇ। ਹਾਂਜੀ ਹਾਂਜੀ, ਬਿਗ ਸਪੋਰਟ ਹੈ ਜੀ। ਮੈਂ ਜਿੱਦਾਂ ਦਾ ਇਹ ਬੈਂਦਾ ਜੀ, ਮੇਰੀ ਦਾਲ 'ਚ ਘੇ ਵੀ ਪੈਣ ਲੱਗ ਪਿਆ ਤੇ ਰੋਟੀ ਵੀ ਗਰਮ ਆਉਣ ਲੱਗ ਪਈ। ਨਹੀਂ, ਬਹੁਤ ਵਧੀਆ, ਬਹੁਤ ਵਧੀਆ ਜੀ। ਥੋੜੇ ਹੋਰ ਕੰਮ ਕਰੋ, ਇੱਥੇ ਰੋਟੀ ਤਾਂ ਹੋਰ ਗਰਮ ਆਊਗੀ। ਹਾਂਜੀ, ਤੇ ਰੋਟੀ ਦੇ ਨਾਲ ਕੁਝ ਹੋਰ ਤਾਂ ਨਹੀਂ ਰੋਟੀ ਤੋਂ ਪਹਿਲਾਂ ਮਿਲਣ ਲੱਗਾ? ਨਹੀਂ ਜੀ, ਨਹੀਂ। ਠੀਕ ਹੈ, ਉਹ ਹਾਂਜੀ, ਥੈਂਕ ਯੂ ਫॉर ਕਾਲਿੰਗ ਜੀ। ਓਕੇ ਜੀ, ਇੱਕ ਕਾਲ ਹੋਰ ਲੈ ਲਈ ਆਪਾਂ। ਹੈਲੋ, ਸਵਾਗਤ ਹੈ ਜੀ PTN 24। ਹੈਲੋ, ਹਾਂਜੀ, ਆਉਂਦਾ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਹਾਲ ਚਾਲ? ਸਵਾਗਤ ਜੀ PTN 24। ਬਹੁਤ ਵਧੀਆ, ਥੈਂਕ ਯੂ ਵੈਰੀ ਮਚ। ਹਾਂਜੀ, ਹੋਰ ਕੌਣ ਬੋਲ ਰਹੇ ਹੋ ਤੁਸੀਂ? ਮੈਂ ਸੰਦੀਪ ਬੋਲਦੀ ਹਾਂ ਜੀ। ਹਾਂਜੀ ਸੰਦੀਪ, ਕੀ ਹਾਲ ਚਾਲ ਜੀ? ਬਹੁਤ ਵਧੀਆ, ਬਹੁਤ ਵਧੀਆ। ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਜਿੱਦਾਂ ਆਪਣੀ ਹੁਣ ਟੌਪਿਕ ਚੱਲ ਹੀ ਰਿਹਾ ਸੀਗਾ ਕਿ ਮਤਲਬ ਆਪਾਂ ਇੰਨੇ ਵਿਹਲੇ ਹੋ ਗਏ ਆ, ਇੰਨਾ ਜ਼ਿਆਦਾ ਵਿਹਲਾ ਟਾਈਮ ਹੋ ਗਿਆ ਕਿ ਉਹਦੇ ਵਿੱਚੋਂ ਸਹੀ ਕੰਮ ਕਰਨ ਲਈ ਵਿਹਲ ਕੱਢਣਾ ਔਖਾ ਹੋ ਗਿਆ। ਬਸ ਆਹੀ ਚੀਜ਼ ਹੈ, ਕਈ ਵਾਰੀ ਇੱਥੋਂ ਵਾਇਲੈਂਸ ਕ੍ਰੀਏਟ ਹੋ ਜਾਂਦੀ ਹੈ ਜੀ, ਕਿਉਂਕਿ ਆਪਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿਹੜੇ ਟਾਈਮ ਤੇ ਕੰਮ ਕੀ ਕਰਨਾ। ਬਿਲਕੁਲ ਬਿਲਕੁਲ, ਇਹਦਾ ਮੈਂ ਐਗਰੀ ਕਰਦੀ ਹਾਂ। ਜਿੱਦਾਂ ਪਹਿਲਾਂ ਆਪਾਂ ਹੁੰਦਾ ਸੀ ਕਿ 10 ਵਜੇ ਡੈਡਲਾਈਨ ਹੁੰਦੀ ਸੀ ਕਿ ਸੌਂ ਜਾਓ, ਹੁਣ ਉਹ 2 ਵਜੇ ਹੋ ਗਈ ਆ। ਬਿਲਕੁਲ, ਇਹ ਕਈ ਤਾਂ ਜੀ 7-8 ਵਜੇ ਵੀ ਸੌਂ ਜਾਂਦੇ, ਸਵੇਰੇ 4 ਵਜੇ ਉੱਠਣਾ। ਬਿਲਕੁਲ ਬਿਲਕੁਲ ਬਿਲਕੁਲ, ਮਤਲਬ ਅੱਗੇ ਹੁੰਦਾ ਸੀਗਾ ਕਿ ਚਲੋ ਹੁਣ ਜਦੋਂ ਹਸਬੈਂਡ ਟਰੱਕ ਚਲਾਉਂਦੇ ਕਿ ਚਲੋ ਹੁਣ ਉਹ ਕੰਮ ਤੇ ਚਲ ਗਏ, ਹੁਣ ਵਾਕ ਵੀ ਕਰੇ ਆਂਦੀ, ਫਿਰ ਬੱਚਿਆਂ ਨੂੰ ਛੱਡਣ ਦਾ ਟਾਈਮ ਹੈ, ਬੱਚਿਆਂ ਨੂੰ ਛੱਡ ਵੀ ਆਂਦਾ, ਸਾਰਾ ਕੰਮ ਟਾਈਮ ਨਾਲ ਹੋ ਜਾਂਦਾ, ਇੱਕ ਸਕੈਜੂਅਲ ਸੀਗਾ ਲਾਈਫ ਦੇ ਵਿੱਚ। ਹਾਂਜੀ, ਹੁਣ ਕੋਈ ਸਕੈਜੂਅਲ ਨਾਮ ਦੀ ਕੋਈ ਚੀਜ਼ ਹੀ ਨਹੀਂ ਰਹੀ ਹੈਗੀ ਲਾਈਫ ਦੇ ਵਿੱਚ। ਆਪਾਂ ਨਾ ਉੱਠਣ ਦਾ ਟਾਈਮ ਆ, ਨਾ ਖਾਣ ਦਾ ਟਾਈਮ ਆ। ਦੇਖੋ ਸੰਦੀਪ, 3 ਟਾਈਮ ਵੀ ਖਾ ਲੈਂਦੇ ਸੀਗੇ ਤਾਂ ਡਾਈਜੈਸਟ ਹੁੰਦਾ ਸੀ, ਹੁਣ ਇੱਕ ਟਾਈਮ ਵੀ ਖਾ ਲਓ ਤੇ ਇਦਾਂ ਲੱਗਦਾ ਕਿ ਹਜੇ ਮਤਲਬ ਜ਼ਰੂਰਤ ਨਹੀਂ ਖਾਣ ਦੀ। ਨਹੀਂ, ਬਿਲਕੁਲ ਬਿਲਕੁਲ, ਇਸ ਚੀਜ਼ ਦਾ ਮੈਂ ਵੀ ਸ਼ਿਕਾਰ ਹੋਇਆ, ਪਰ ਮੈਂ ਰੂਟੀਨ ਚੇਂਜ ਕਰ ਦਿੱਤੀ। ਮੈਂ ਹੁਣ 5, 5:30, 6 ਵਜੇ ਉੱਠਣਾ ਸ਼ੁਰੂ ਕਰ ਦਿੱਤਾ। ਪਹਿਲਾਂ ਮੈਂ 9-10 ਵਜੇ ਉੱਠਦਾ ਸੀ,
ਠੀਕ ਹੈ ਜੀ ਓਕੇ ਕਿਉਂਕਿ ਲੈਟਸ ਗੋ ਬੈਕ ਟੂ ਦੈਟ ਰੂਟੀਨ ਜੇ ਆਪਾਂ ਪ੍ਰੋਡਕਟਿਵ ਰਹਿਣਾ ਹੀ ਆ। ਹਾਂਜੀ ਮੈਂ ਇੱਕ ਸੰਦੀਪ ਤੁਹਾਨੂੰ ਕੁਐਸਚਨ ਪੁੱਛਣਾ ਚਾਹੂੰਗੀ। ਹਾਂਜੀ। ਜਿਵੇਂ ਆਪਾਂ ਕਿਹਾ ਕਿ ਮੈਨ ਪਹਿਲਾਂ ਉਹਨਾਂ ਦਾ ਕੰਮ ਤੇ ਜਾਣ ਦਾ ਇੱਕ ਸਕੇਜੂਲ ਸੀ, ਹੁਣ ਕੰਮ ਤੋਂ ਉਹ ਵੀ ਘਰੇ ਨੇ, ਬੱਚੇ ਵੀ ਘਰ ਨੇ, ਸੋ ਲੇਡੀਜ਼ ਦੇ ਲਈ ਆਪਣੇ ਲਈ ਤੁਹਾਨੂੰ ਕੀ ਲੱਗਦਾ? ਮੇਰੇ ਹਿਸਾਬ ਨਾਲ ਕਿ ਹੁਣ ਲੇਡੀਜ਼ ਲਈ ਤਾਂ ਪਹਿਲਾਂ ਨਾਲੋਂ ਵੀ ਜ਼ਿਆਦਾ ਕੰਮ ਹੈਗਾ ਹੁਣ ਘਰ ਦੇ ਵਿੱਚ ਨਾ। ਆਈ ਐਗਰੀ। ਸੋ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਕਿਉਂਕਿ ਬੱਚੇ ਸਪੈਸ਼ਲ ਡਿਮਾਂਡ ਕਰਦੇ ਆ ਡਿਫਰੈਂਟ ਫੂਡ ਦੀ, ਹਸਬੈਂਡ ਡਿਫਰੈਂਟ ਫੂਡ ਦੀ ਡਿਮਾਂਡ ਕਰਦੇ ਆ। ਬਿਲਕੁਲ ਹਾਂਜੀ ਹਾਂਜੀ ਤੇ ਕਿ ਲੇਡੀਜ਼ ਲਈ ਤਾਂ ਉਹ ਪਹਿਲਾਂ ਨਾਲੋਂ ਵੀ ਵੱਧ ਘਰ ਦੇ ਵਿੱਚ ਹੋ ਗਿਆ ਨਾ ਕੰਮ ਤਾਂ ਕਰਨ ਕੁਝ ਦੇ ਲਈ। ਨਵਾਂ ਵੀ ਸਿੱਖਿਆ ਬਣਾਉਣਾ ਕਿ ਨਹੀਂ? ਬਿਲਕੁਲ ਨਵੀਂ ਕੁਕਿੰਗ ਵੀ ਸਿੱਖ ਰਹੇ ਆ ਤੇ ਜਿੱਦਾਂ ਤੁਸੀਂ ਦੀਦੀ ਨੇ ਗੱਲ ਕਰ ਰਹੇ ਹੈਗੇ ਆ ਕਿ ਮਤਲਬ ਕੰਮ ਵੱਧ ਗਿਆ, ਦੈਟਸ ਰੀਅਲੀ ਟਰੂ। ਪਹਿਲਾਂ ਹੁੰਦਾ ਸੀਗਾ ਤੁਸੀਂ ਹਸਬੰਡ ਨੂੰ ਸਵੇਰ ਨੂੰ ਬਣਾ ਕੇ ਪੈਕ ਕਰਕੇ ਭੇਜਤਾ ਤੇ ਫਿਰ ਰਾਤ ਦੀ ਰੋਟੀ ਹੀ ਆ ਕੇ ਖਾਂਦੇ ਸੀਗੇ, ਰਾਈਟ? 12 ਘੰਟੇ ਬਾਹਰ ਕੋਈ ਟੈਨਸ਼ਨ ਨਹੀਂ ਸੀ। ਹਾਂਜੀ। ਹੁਣ ਕੀ ਹੁੰਦੀ ਆ ਕਿ ਲਾਸਟ ਬੁਰਕੀ ਮੂੰਹ 'ਚ ਹੁੰਦੀ ਆ ਤੇ ਚਾਹ ਰੱਖ ਲਓ, ਆਹ ਰੱਖ ਲਓ, ਮਿੱਠਾ ਬਣਾ ਲਓ, ਆਹ ਕਰ ਲਓ। ਮੈਨੂੰ ਤਾਂ ਸੰਦੀਪ ਇਸ ਤਰੀਕੇ ਨਾਲ ਲੱਗ ਰਿਹਾ ਜੀ ਜਿੱਦਾਂ ਅੱਗੇ ਇੰਡੀਆ 'ਚ ਨਹੀਂ ਹੁੰਦੇ ਸੀ ਵੀ ਨਿਆਣੇ ਜਦੋਂ ਛੁੱਟੀ ਹੋ ਜਾਣੀ ਤਾਂ ਮਾਪਿਆਂ ਨੇ ਕਹਿਣਾ ਵੀ ਇਹਨਾਂ ਤਾਂ ਚੰਗਾ ਸੀ ਤੂੰ ਸਕੂਲੇ ਹੀ। ਇਦਾਂ ਹੀ ਸੇਮ ਵੇ ਹੈਗੇ ਹੁਣ ਤਾਂ ਮੈਨੂੰ ਲੱਗਦਾ ladies ਦੇ ਹਸਬੈਂਡ ਘਰੇ ਆ ਨਾ, ਉਹ ਇਹਨਾਂ ਦਾ ਕਹਿੰਦੇ ਕਿ ਚੰਗਾ ਤੁਸੀਂ ਘਰੇ ਤੁਸੀਂ ਕੰਮਾਂ ਤੇ ਰਹੋ। ਹਾਂਜੀ ਦੈਟਸ ਰੀਅਲੀ ਟਰੂ। ਹੁਣ ਮਤਲਬ ਸਮਝ ਆਉਂਦੇ ਸਾਡੇ ਪੇਰੈਂਟਸ ਸਾਨੂੰ ਕਾਹਤੇ ਕਹਿੰਦੇ ਸੀ ਕਿ ਤੁਸੀਂ ਸਕੂਲ ਲਈ ਚੰਗੇ ਆ। ਹਾਂਜੀ। ਸੋ ਉਹੀ ਆ ਮਤਲਬ ਜੇ ਸਾਰੇ ਆਪਣੇ ਆਪਣੇ ਸਕੇਜੂਲ ਦੇ ਵਿੱਚ ਹੈਗੇ ਤੇ ਤਾਂ ਹੀ ਸਾਰਾ ਕੁਝ ਠੀਕ ਹੈਗਾ, ਨਹੀਂ ਤਾਂ ਆਊਟ ਆਫ ਸਕੇਜੂਲ ਹੀ ਹੈਗਾ ਸਾਰਾ ਕੁਝ। ਨਹੀਂ ਬਿਲਕੁਲ ਬਿਲਕੁਲ ਸੰਦੀਪ ਥੈਂਕ ਯੂ ਵੈਰੀ ਮਚ ਫॉर ਕਾਲਿੰਗ। ਥੈਂਕ ਯੂ ਜੀ। ਇੱਕ ਹੋਰ ਕਾਲ ਲਈ ਮਨਜੀਤ ਕੋ ਕੁਝ ਕਹਿਣਾ? ਨਹੀਂ ਗੋ ਹੈਡ। ਬਹੁਤ ਜ਼ਿਆਦਾ ਫਲੈਸ਼ ਲਾਈਨਾਂ ਅੱਜ ਆ ਰਹੀਆਂ ਜੀ। ਹਾਂਜੀ ਹਾਂਜੀ ਸਵਾਗਤ ਹੈ ਜੀ PTN 24। ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਜੀ? ਬਸ ਠੀਕ ਠਾਕ ਵਧੀਆ ਭਾਜੀ। ਮੈਂ ਹਰਪ੍ਰੀਤ ਜੋਸਨ ਬੋਲ ਰਿਹਾ ਸੀਗਾ। ਪਹਿਲਾਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ, ਬਹੁਤ ਵਧੀਆ। ਅੱਜ ਪ੍ਰੋਗਰਾਮ ਥੋੜਾ ਜਿਹਾ ਪਹਿਲਾਂ ਨਾਲੋਂ ਬਹੁਤ ਡਿਫਰੈਂਟ। ਅੱਛਾ ਕੀ ਡਿਫਰੈਂਟ ਲੱਗਿਆ ਤੁਹਾਨੂੰ? ਡਿਫਰੈਂਟ ਪਹਿਲੀ ਗੱਲ ਤੇ ਇਹ ਆ ਵੀ ਭੈਣ ਜੀ ਨਾਲ ਆਇਆ ਤੇ ਕਿਉਂਕਿ ਅੱਜ ਪ੍ਰੋਗਰਾਮ ਮੈਨੂੰ ਲੱਗਦਾ ਕਿ ਥੋੜਾ ਜਿਹਾ ਕਿਹਨਾਂ ਜ਼ਿਆਦਾ ਫਨੀ ਆ, ਜ਼ਿਆਦਾ ਲਾਈਕ ਜਿੱਦਾਂ ਕਹਿੰਦਾ ਐਕਸਾਈਟਡ ਆ। ਤਾਂ ਤੁਹਾਨੂੰ ਕੀ ਲੱਗਦਾ ਫਨ ਮੇਰਾ ਹੀ ਬਣ ਰਿਹਾ ਲੱਗਦਾ ਨਾ? ਇਹ ਭਾਜੀ ਸੋਚ ਸਾਰੇ ਅਸੀਂ ਇਹੀ ਸੋਚ ਰਹੇ ਸੀਗੇ ਵੀ ਫਨ ਨਹੀਂ, ਪਰ ਇਦਾਂ ਨਾ ਬਰਾਬਰ ਦੀ ਗੱਲ ਹੋ ਰਹੀ ਹੈ। ਹਾਂਜੀ ਹਾਂਜੀ ਇਹ ਨਹੀਂ ਹੈ ਵੀ ਮਤਲਬ ਉਹ ਤੇ ਫਨ ਬਰਾਬਰ ਦੀ ਗੱਲ ਹੋ ਰਹੀ, ਪਰ ਅਗਰ ਅਮੇਜ਼ਿੰਗ ਪ੍ਰੋਗਰਾਮ, ਫਨੀ ਪ੍ਰੋਗਰਾਮ, ਅਸੀਂ ਸਾਰੀ ਫੈਮਿਲੀ ਬੈਠ ਕੇ ਤੁਹਾਡਾ ਪ੍ਰੋਗਰਾਮ ਸੁਣ ਰਹੇ ਹਾਂ। ਥੈਂਕ ਯੂ ਹਰਪ੍ਰੀਤ ਸਿੰਘ ਜੀ, ਥੈਂਕ ਯੂ ਵੈਰੀ ਮਚ ਜੀ। ਆਪਣੀਆਂ ਲਾਈਨਾਂ ਬਹੁਤ ਫਲੈਸ਼ ਕਰ ਰਹੀਆਂ ਹਰਪ੍ਰੀਤ ਸਿੰਘ ਜੀ। ਮੈਂ ਅਸੀਂ ਲੈ ਲਈਏ ਇੱਕ ਹੋਰ ਕਾਲ? ਹਾਂਜੀ ਜੀ ਲੈ ਲਓ। ਥੈਂਕ ਯੂ ਥੈਂਕ ਯੂ। ਨੋ ਹੈਲੋ ਸਵਾਗਤ ਹੈ ਜੀ PTN 24। ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਜੀ? ਕੌਣ ਬੋਲ ਰਹੇ? ਵਧੀਆ ਜੀ, ਜਗਦੀਪ ਸਿੰਘ ਗੱਲ ਕਰ ਰਿਹਾ ਜੀ। ਹਾਂਜੀ ਜਗਦੀਪ ਸਿੰਘ ਜੀ, ਕੀ ਹਾਲ ਚਾਲ ਜੀ? ਹਾਂਜੀ ਪ੍ਰੋਗਰਾਮ ਵਧੀਆ ਚੱਲ ਰਿਹਾ ਸੀ, ਮੇਰਾ ਵੀ ਦਿਲ ਕੀਤਾ ਮੈਂ ਕਿਹਾ ਮੈਂ ਵੀ ਕਾਲ ਕਰਾਂ, ਕੁਝ ਆਪਣੀ ਵੀ ਗੱਲ ਕਰਾਂ। ਥੈਂਕ ਯੂ, ਕਰੋ ਜੀ ਕਰੋ ਜ਼ਰੂਰ। ਹਾਂਜੀ ਇੱਕ ਤਾਂ ਜਿੱਥੇ ਕਿ ਜ਼ਿੰਦਗੀ ਸਾਰੀ ਉਥਲ ਪੁਥਲ ਹੋ ਗਈ ਆ ਵਾਇਰਸ ਦਾ ਕਰਕੇ, ਹਾਂਜੀ ਕਿ ਸਭ ਨੂੰ ਪਤਾ, ਤੇ ਦੂਜਾ ਆਪਾਂ ਜਾਣਦੇ ਜਿੱਦਾਂ ਕਿ ਡੋਮੈਸਟਿਕ ਵਾਇਲੇਸ਼ਨ ਆ ਜਿਹੜੀ ਉਹ ਵੀ ਥੋੜਾ ਵਧੀ ਆ। ਹਾਂਜੀ ਤੇ ਦੂਸਰਾ ਯਾਨੀ ਕਿ ਜਿਹੜੇ ਘਰ ਦੇ ਰੁਝੇਵੇਂ ਆ ਬੀਬੀਆਂ ਦੇ, ਉਹ ਵਾਕਿਆ ਭੈਣ ਜੀ ਮੇਰੇ ਤੋਂ ਪਹਿਲਾਂ ਗੱਲ ਕਰ ਗਿਆ ਕਿ ਵੀ ਉਹ ਕਾਫੀ ਵੱਧ ਗਏ ਆ ਕਿ ਉਹ ਰੋਟੀ ਕਹਿੰਦੇ ਲਾਸਟ ਬੁਰਕੀ ਮੂੰਹ 'ਚ ਹੁੰਦੀ ਆ ਤੇ ਕਹਿੰਦੇ ਵੀ ਹੁਣ ਚਾਹ ਕਰ ਲਓ ਤੇ ਉਹ ਬਣਾ ਲਓ। ਇਹ ਤਾਂ ਜੀ ਤੁਸੀਂ ਮੇਰੀ ਗੱਲ ਤਾਂ ਨਹੀਂ ਕਰਤੀ। ਮੈਨੂੰ ਇਹ ਆ, ਮੈਨੂੰ ਹਨਾ ਆਪਦੇ, ਮੈਨੂੰ ਉਹ ਚੀਜ਼ ਦੇਖ ਕੇ ਨਾ ਮੈਨੂੰ ਆਪਦੇ ਹੱਥ ਚੇਤੇ ਆ ਗਏ ਵੀ ਮੇਰੇ ਹੱਥ ਅੱਗੇ ਨਾਲੋਂ ਬੜੇ ਚਿੱਟੇ ਨਿਕਲ ਆਏ ਆ। ਯਾਰ ਇਹੀ ਸਲਾਹ ਦਿੰਦੇ ਆ ਬੀਬੀਆਂ ਵੀ, ਜੋ ਹੱਥ ਧੋਣੇ ਆ ਨਾਲ ਇੱਕ ਕੌਲੀ ਵੀ ਧੋ ਦਿਆ ਕਰੋ ਜੀ। ਉਹ ਮੈਂ ਨਹੀਂ ਜੀ, ਕੌਲੀ ਛੱਡੋ ਜੀ, ਉਹ ਜੋ ਜਿੰਨੇ ਭਾਂਡੇ ਉਹ ਸਾਰੇ ਭਾਂਡੇ ਧੋਣੇ ਪੈਂਦੇ ਆ ਜੀ। ਬੀਬੀਆਂ ਕਹਿੰਦੀਆਂ ਵਿਹਲੇ ਘਰੇ ਬੈਠੇ ਆ ਵੀ ਇੰਨਾ ਕੰਮ ਤੇ ਕਰਾਓ। ਨਹੀਂ ਇਹ ਜ਼ਰੂਰੀ ਹੈ। ਭਾਂਡੇ ਆਪਣੇ ਹੀ ਆ, ਆਪਣੇ ਹੀ ਕਰਦੇ ਆ। ਬਿਲਕੁਲ ਬਿਲਕੁਲ ਬਿਲਕੁਲ। ਤੇ ਦੂਜਾ ਮੇਰੇ ਖਿਆਲ ਨਾਲ ਜਿਹੜੀ ਹੈ ਨਾ ਸਭ ਤੋਂ ਵੱਡੀ ਮੁਸੀਬਤ ਸੀ ਇਹਨਾਂ ਕੰਟਰੀਆਂ ਦੀ ਕਿ ਪਾਪੂਲੇਸ਼ਨ ਘੱਟ ਵਾ, ਮੇਰੇ ਖਿਆਲ ਨਾਲ ਉਹ ਚਿੰਤਾ ਦੂਰ ਹੋ ਜਾਣੀ ਆ। ਸਾਲ ਦੇ ਵਿੱਚ ਘਰੇ ਬੈਠਾ ਪਾਪੂਲੇਸ਼ਨ ਚੰਗੀ ਵੱਧ ਜਾਣੀ ਆ। ਨਹੀਂ ਹੋ ਸਕਦਾ ਜੀ, ਇਹ 'ਚ ਕੋਈ ਸੰਭਾਵਨਾਵਾਂ ਤਾਂ ਬਥੇਰੀਆਂ ਜੀ। ਠੀਕ ਹੈ ਜੀ। ਹਾਂਜੀ ਹਾਂਜੀ ਮਿਹਰਬਾਨੀ ਜੀ। ਥੈਂਕ ਯੂ ਜਗਦੀਪ ਸਿੰਘ ਜੀ, ਥੈਂਕ ਯੂ ਥੈਂਕ ਯੂ। ਇੱਕ ਤਾਂ ਹੁਣ ਆਪਣੇ ਕੋਲ ਜੀ ਕਾਲਾਂ ਬਹੁਤ ਆ ਰਹੀਆਂ। ਹੈਲੋ ਸਵਾਗਤ ਹੈ ਜੀ PTN 24 ਤੇ ਜੀ। ਹੈਲੋ ਸਵਾਗਤ ਹੈ ਜੀ PTN 24। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਜੀ? ਵਧੀਆ ਜੀ ਵਧੀਆ। ਸੁੱਖੀ ਬੋਲਦਾ ਜੀ। ਹਾਂਜੀ ਸੁੱਖੀ, ਕੀ ਹਾਲ ਚਾਲ? ਹੋਰ ਸਭ ਕੀ ਬਣਦਾ? ਵਧੀਆ ਭਾਜੀ ਵਧੀਆ। ਤੁਸੀਂ ਕੀ ਕਹਿਣਾ ਚਾਹੋਗੇ ਜੋ ਕੋਵਿਡ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਆ, ਜਿਹਦੇ ਲਈ ਆਪਾਂ ਰੈਡੀ ਨਹੀਂ ਸੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਭਾਜੀ, ਆਪਾਂ ਪ੍ਰਿਪੇਅਰ ਤਾਂ ਕਦੇ ਵੀ ਕਿਸੇ ਚੀਜ਼ ਲਈ ਨਹੀਂ ਹੋ ਸਕਦੇ ਹੈਗੇ ਹਨਾ। ਇਹ ਕਦੇ ਆਪਣੀ ਜਿੱਦਾਂ ਬਿਜ਼ਨਸ ਪਲਾਨ ਦੇ ਵਿੱਚ ਕਿਸੇ ਵੀ ਕਲਾਈਮੇਟ ਜਾਂ ਕਿਸੇ ਵੀ ਅਚਨਚੇਤ ਜਿਹਨੂੰ ਕਹਿ ਦਈਏ
ਸਮੱਸਿਆ ਦਾ ਕਦੇ ਵੀ ਕੋਈ ਕਿਸੇ ਪਲਾਨ ਦੇ ਵਿੱਚ ਹੱਲ ਨਹੀਂ ਜਾਂ ਲਿਖਿਆ ਨਹੀਂ ਹੁੰਦਾ, ਸੇਮ ਵੀ ਆਪਣੀ ਜ਼ਿੰਦਗੀ 'ਚ ਵੀ ਇਸੇ ਤਰੀਕੇ ਨਾਲ ਹੈ ਜੀ। ਬਿਲਕੁਲ ਜੀ, ਬਿਲਕੁਲ। ਤੇ ਬਾਕੀ ਇੱਕ ਮੇਜਰ ਕੰਸਰਨ ਅੱਜ ਕੱਲ੍ਹ ਸਾਰਿਆਂ ਦਾ ਹੋ ਰਿਹਾ ਕਿ ਉਹਨਾਂ ਨੂੰ ਟਾਈਮ ਦਾ ਪਤਾ ਨਹੀਂ ਲੱਗ ਰਿਹਾ ਹੈ ਜਾਂ ਉਹ ਟਾਈਮ ਮੈਨੇਜਮੈਂਟ ਨਹੀਂ ਕਰ ਪਾ ਰਹੇ ਆਪਣਾ ਬਰਾਬਰ। ਉਹਨਾਂ ਨੂੰ ਇੱਕ ਹੀ ਗੱਲ ਕਹਿਣਾ ਚਾਹਾਂਗੇ ਕਿ ਜੀ ਆਪਣਾ ਜਿਹੜਾ ਸੈਲਫ ਡਿਸਿਪਲਿਨ ਹੈਗਾ ਆ, ਜੇ ਤਾਂ ਤੁਸੀਂ ਸੈਲਫ ਡਿਸਿਪਲਿਨ ਹੈਗੇ ਹੋ ਦੈਨ ਨਥਿੰਗ ਕੈਨ ਓਵਰਕਮ ਯੂ। ਬਿਲਕੁਲ ਹਰ ਇੱਕ ਬੰਦੇ ਨੂੰ ਸੈਲਫ ਡਿਸਿਪਲਿਨ ਹੋਣਾ ਚਾਹੀਦਾ। ਜਿਹੜਾ ਤੁਹਾਡਾ ਪਿਛਲਾ ਸਕੇਜੂਲ ਹੁੰਦਾ ਸੀਗਾ ਹੈ ਨਾ, ਫ੍ਰੀ ਵਾਇਰਸ ਦਾ ਜਿਹੜਾ ਸਕੇਜੂਲ ਹੁੰਦਾ ਸੀਗਾ, ਹਾਂਜੀ, ਉਹ ਤੇ ਵਾਪਸ ਜਾਓ। ਮੈਂ ਇਹ ਕਹਿੰਦਾ ਵੀ ਉਹ ਤੇ ਵਾਪਸ ਜਾਓ। ਐਗਜ਼ੈਕਟਲੀ। ਜੇਕਰ ਤੁਸੀਂ ਉਹਦੇ ਤੇ ਵਾਪਸ ਜਾਓਗੇ ਗਾਹਾਂ ਤੁਹਾਨੂੰ ਐਡਜਸਟ ਕਰਨ ਨੂੰ ਔਖਾ ਨਹੀਂ ਹੋਊਗਾ। ਦਿਸ ਇਜ਼ ਗੋਇੰ ਟੂ ਐਂਡ ਸਮ ਟਾਈਮ ਸੂਨ, ਰਾਈਟ? ਕਦੇ ਨਾ ਕਦੇ ਇਹਨੇ ਐਂਡ ਹੋਣਾ ਆ। ਉਸ ਤੋਂ ਬਾਅਦ ਤੇ ਲੋਕਾਂ ਨੂੰ ਫੇਰ ਪ੍ਰੋਬਲਮ ਆਣੀ ਹੈ ਰੀਐਡਜਸਟ ਕਰਨ ਵਾਸਤੇ। ਹਾਂਜੀ, ਦੇਖੋ ਸੁੱਕੀ ਗੱਲ ਇਹ ਹੁੰਦੀ ਆ ਬਈ ਉਹ ਫਿਰ ਇੰਡੀਆ ਵਾਲਾ ਕੰਮ ਹੋ ਜਾਣਾ। ਜਦੋਂ ਆਪਾਂ ਇੰਡੀਆ ਤੋਂ ਪਹਿਲੀ ਵਾਰ ਆਉਨੇ ਆ ਉਦੋਂ ਹਰ ਚੀਜ਼ ਹੀ ਔਖੀ ਲੱਗੀ ਜਾਂਦੀ ਆ। ਅੱਛਾ, ਫਿਰ ਕੰਮ ਤੇ ਜਾਣਾ ਯਾਰ, ਸਵੇਰੇ ਉੱਠਣਾ ਪੈਣਾ, ਫਿਰ ਉਹ ਬੰਦਾ ਯੂਜ਼ ਟੂ ਨਹੀਂ ਹੁੰਦਾ। ਉਸੇ ਹੀ ਆਪਾਂ ਫਿਰ ਮੁੜ ਕੇ ਉਸੇ ਰੂਟੀਨ ਦੇ ਵਿੱਚ ਫਿਰ ਚਲੇ ਜਾਣਾ ਆਪਾਂ। ਹਾਂਜੀ, ਬਿਲਕੁਲ ਭਾਜੀ। ਜਿੱਦਾਂ ਹੁਣ ਟਾਈਮ ਚੇਂਜ ਕਰਦੇ ਆਪਾਂ ਹੈ ਨਾ, ਓਨਟਾਰੀਓ ਦੇ ਵਿੱਚ ਟਾਈਮ ਚੇਂਜ ਹੁੰਦਾ ਹੈ, ਕਈ ਹੋਰ ਸੂਬਿਆਂ ਦੇ ਵਿੱਚ ਟਾਈਮ ਚੇਂਜ ਹੁੰਦਾ ਆ। ਜਿਹੜੇ ਸਾਇੰਟਿਸਟ ਆ ਉਹ ਕਹਿੰਦੇ ਜੇ ਤੁਸੀਂ 1 ਘੰਟਾ ਵੀ ਆਪਣਾ ਕਲੌਕ ਸ਼ਿਫਟ ਕਰਦੇ ਆ, ਤੁਹਾਡੇ ਬੋਡੀ ਦੇ ਉੱਤੇ, ਤੁਹਾਡੀ ਹੈਲਥ ਦੇ ਉੱਤੇ ਇਫੈਕਟ ਪੈਂਦਾ ਹੈ, ਬਹੁਤ ਸਟ੍ਰੈਸ ਪੈਂਦੀ ਹੈ। ਤੇ ਇਸ ਟਾਈਮ ਤੇ ਜਦੋਂ ਕਰੋਨਾ ਖਤਮ ਹੋਊਗਾ, ਜਦ ਲੋਕਾਂ ਨੇ ਕੰਮਾਂ ਕਾਰਾਂ ਤੇ ਵਾਪਸ ਜਾਣਾ ਆ, ਜੇਕਰ ਉਹਨਾਂ ਦੇ ਉੱਤੇ ਹੈਲਥ ਦੇ ਉੱਤੇ ਇਫੈਕਟ ਕਰਦੀ ਆ, ਇਟ ਇਜ਼ ਨੋ ਗੁੱਡ। ਹਾਂਜੀ, ਇਹਦਾ ਕੋਈ ਫਾਇਦਾ ਨਹੀਂ ਹੋਇਆ ਕਿ ਹਾਂ ਜੀ ਲਾਕਡਾਊਨ ਦੇ ਅੰਦਰ ਵੀ ਤੁਸੀਂ ਘਰੇ ਬੈਠੇ ਆ, ਉਸ ਤੋਂ ਬਾਅਦ ਵੀ ਤੁਸੀਂ ਸਿਕ ਲੀਵ ਲੈ ਕੇ ਘਰੇ ਬੈਠੇ ਹੈਗੇ ਆ। ਦੂਜੀ ਭਾਜੀ ਇੱਕ ਗੱਲ ਮੈਂ ਤੁਹਾਡੇ ਕਰਨਾ ਚਾਹੁੰਦਾ ਸੀ ਕਿ ਸਾਡੇ ਪੀਲ ਏਰੀਆ ਦੇ ਵਿੱਚ ਜਿਹੜਾ ਡੋਮੈਸਟਿਕ ਵਾਇਲੈਂਸ ਹੈਗਾ ਉਹ 43% ਇਨਕਰੀਜ਼ ਹੋਇਆ ਹੈ ਡਿਊਰਿੰਗ ਦਿਸ ਟਾਈਮ। ਹਾਂਜੀ, ਬਿਲਕੁਲ ਜੀ। which is unacceptable, ਹੈ ਨਾ? ਦੇਖੋ ਇਹਦੇ ਵਿੱਚ ਕਈ ਰੀਜ਼ਨ ਹੋ ਸਕਦੇ ਆ। ਫਾਈਨੈਂਸ਼ੀਅਲ ਸਟ੍ਰੈਸ, ਦੈਨ ਹਸਬੈਂਡ ਵਾਈਫ ਨੇ ਟੀਮ ਬਣਾ ਕੇ ਕਿੱਦਾਂ ਰਹਿਣਾ। ਇੱਕ ਉਹ ਸਾਰਿਆਂ ਨਾਲੋਂ ਵੱਡਾ ਜਿਹੜੀ ਇੱਕ ਪ੍ਰੋਬਲਮ ਹੈਗੀ ਹੈ, ਕਿਉਂਕਿ ਕਦੇ ਹਸਬੈਂਡ ਵਾਈਫ ਰਹਿੰਦੇ ਜ਼ਰੂਰ ਇਕੱਠੇ ਆ, ਹਾਂਜੀ ਹਾਂਜੀ, ਠੀਕ ਆ, ਪਰ ਉਹ ਕਦੇ ਟੀਮ ਐਜ ਟੀਮ ਕੰਮ ਨਹੀਂ ਸੀ ਕੀਤਾ। ਉਹ ਆਪਣੀਆਂ ਮਜਬੂਰੀਆਂ ਨੂੰ ਇਕੱਠੇ ਸੀ। ਵਾਈਫ ਇਕੱਠੇ ਜ਼ਰੂਰ ਰਹੇ ਆ, ਬਟ ਇੰਨਾ ਆਲ ਦਾ ਟਾਈਮ ਇਕੱਠੇ ਨਹੀਂ ਨਾ ਰਹੇ। ਹਾਂਜੀ, ਸੋ ਇਸ ਕਰਕੇ ਉਹਨਾਂ ਦੇ ਵਿੱਚ ਸੀਗਾ ਕਿ ਇੱਕ ਟਾਈਮ ਡਿਫਰੈਂਸ ਆ ਜਾਂਦਾ ਸੀ। ਜਿੰਨਾ ਟਾਈਮ ਵਾਈਫ ਕੰਮ ਤੇ ਆ, ਹਸਬੈਂਡ ਕੰਮ ਤੇ ਆ ਨਾ। ਹਾਂਜੀ। ਸੋ ਹੁਣ ਕੀ ਹੋ ਗਿਆ, ਹੁਣ ਆਲ ਦਾ ਟਾਈਮ ਉਸੇ ਘਰ ਦੇ ਵਿੱਚ, ਬਾਹਰ ਆਪਾਂ ਜਾ ਨਹੀਂ ਸਕਦੇ। ਹਾਂਜੀ। ਸੋ ਇਸ ਕਰਕੇ ਹੁਣ ਆਪਾਂ ਨੂੰ ਇਹਦੇ ਵਿੱਚ ਦੇਖੋ, ਜੇ ਬਿਜ਼ੀ ਹੋਣਾ ਚਾਹੁੰਦੇ ਆ ਨਾ, ਬਹੁਤ ਕੁਝ ਹੈਗਾ। ਬਿਲਕੁਲ ਜੀ। ਜੇ ਲੇਜ਼ੀ ਆ, ਨਹੀਂ ਕਰਨਾ ਚਾਹੁੰਦੇ, ਫਿਰ ਤੁਸੀਂ ਵਿਹਲੇ ਹੀ ਆ, ਫਿਰ ਕੁਝ ਕਰਨ ਨੂੰ ਆਪਣੇ ਕੋਲ ਹੈ ਨਹੀਂਗਾ। ਪਰ ਜੇ ਬਿਜ਼ੀ ਹੋਣਾ ਚਾਹੁੰਦੇ ਆ, ਉਹਦੇ ਲਈ ਆਪਾਂ ਹੁਣ ਥੋੜਾ ਜਿਹਾ ਟਿਪਸ ਦੱਸਾਂਗੇ ਵੀ ਕਿੰਨੇ ਕੰਮ ਹੈਗੇ ਆ ਜਿਹੜੇ ਆਪਾਂ ਘਰ ਦੇ ਵਿੱਚ ਕਰ ਸਕਦੇ ਆ, ਜਾਂ ਕਿਹੜੇ ਕੰਮ ਆਪਾਂ ਕਰ ਸਕਦੇ ਆ, ਉਹਦੇ ਬਾਰੇ ਅਸੀਂ ਗੱਲ ਉਹਦੇ ਬਾਰੇ ਦੇਖੋ, ਮੈਂ ਇੱਕ ਮੇਰਾ ਦੋਸਤ ਹੈ, ਉਹਨੇ ਬਹੁਤ ਵਧੀਆ ਗੱਲ ਕੀਤੀ ਸੀ ਅੱਜ ਤੋਂ 5-6 ਸਾਲ ਪਹਿਲਾਂ। ਉਹਨੇ ਗੱਲ ਕੀਤੀ ਸੀ ਵੀ ਘਰਾਂ 'ਚ ਇੱਕ ਘਰ 'ਚ ਰਹਿ ਕੇ ਵੀ ਹਸਬੈਂਡ ਵਾਈਫ ਉਹ ਇਕੱਲੇ ਰਹਿ ਰਹੇ ਆ, ਠੀਕ ਹੈ। ਉਹ ਇਸ ਤਰੀਕੇ ਦੇ ਨਾਲ ਬਿਹੇਵ ਕਰਦੇ ਆ ਵੀ ਜਿੱਦਾਂ ਉਹ ਕਿਰਾਏਦਾਰ ਹੋਣ। ਉਹ ਅੱਜ ਮੁੜ ਕੇ ਹੁਣ ਇਕੱਠੇ ਰਹਿਣਾ ਪੈ ਗਿਆ ਕਿਉਂਕਿ ਦੋਵਾਂ ਹਸਬੈਂਡ ਵਾਈਫ ਦੇ ਕੰਮ ਜਿਹੜੇ ਆ ਉਹ ਬੰਦ ਹੋ ਗਏ। ਤਾਂ ਪਰਿਵਾਰ ਵੀ ਸਾਰਾ ਹੀ ਇੱਕੋ ਜਗ੍ਹਾ ਆ, ਬੱਚੇ ਵੀ ਉੱਥੇ ਆ, ਹਸਬੈਂਡ ਵਾਈਫ ਵੀ ਉੱਥੇ ਹੀ ਆ। ਸੋ ਉਹ ਕਦੇ ਵੀ ਆਪਾਂ ਸਿੰਕਰੋਨਾਈਜ਼ ਨਹੀਂ ਕੀਤਾ ਆਪਣੇ ਆਪ ਨਾਲ। ਅੱਜ ਉਹ ਸਿੰਕਰੋਨਾਈਜੇਸ਼ਨ ਦੀ, ਕਿਉਂਕਿ ਵੱਖਰੇ ਸੌਫਟਵੇਅਰ ਚੱਲ ਰਹੇ ਸੀਗੇ, ਅੱਜ ਜਿਹੜੀ ਸਿੰਕਰੋਨਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ, then it's fine not found, but it is not impossible, it is possible. one thing ਮੈਂ ਐਡ ਕਰ ਸਕਦੀ, ਇਹ ਵੀ ਹੋ ਸਕਦਾ ਜਿੱਦਾਂ ਐਜ਼ ਅ ਲੇਡੀ ਮੈਂ ਕਹਿ ਸਕਦੀ ਹਾਂ ਕਿ ਜਦੋਂ ਹਸਬੈਂਡ ਬਿਲਕੁਲ ਹੀ ਕੁਝ ਨਹੀਂ ਕਰ ਰਿਹਾ, ਤੁਸੀਂ ਸੋਫੇ ਤੇ ਬੈਠੇ ਆ, ਅਸੀਂ ਸਾਰੀ ਨੱਠ ਭੱਜ ਕਰ ਰਹੇ ਆ, ਹਨਾ, ਫਿਰ ਉਹਦੇ ਨਾਲ ਥੋੜਾ ਜਿਹਾ ਜਦੋਂ ਅੱਖਾਂ ਦੇ ਸਾਹਮਣੇ ਨਹੀਂ ਸੀਗੇ, ਕੰਮ ਤੇ ਸੀਗੇ, ਉਦੋਂ ਈਜ਼ੀ ਆ, ਹਨਾ, ਜਦੋਂ ਅੰਡਰਸਟੈਂਡ ਕਰਦੇ ਆ ਵੀ ਹਾਂ ਉਹ ਕੰਮ ਕਰ ਰਹੇ ਆ। ਪਰ ਜਦੋਂ ਵਿਹਲੇ ਉਹ ਬੈਠੇ ਆ ਤੇ ਵਾਈਫ ਸਾਰੀ ਹਸਲ ਕਰ ਰਹੀ ਆ, ਫਿਰ ਉਹਨੂੰ ਲੱਗਦਾ ਵੀ ਮੈਂ ਸਭ ਕੁਝ ਕਰ ਰਹੀ ਹਾਂ, ਵਿਹਲੇ ਬੈਠੇ ਆਰਡਰ ਕਰੀ ਜਾਂਦੇ ਆ। ਦੇਖੋ ਲੜਾਈ ਪਹਿਲਾਂ ਵੀ ਇਹੀ ਸੀ, ਹਾਂਜੀ, ਵੀ ਮੈਂ ਇਕੱਲੀ ਕੰਮ ਕਰੀ ਜਾਂਦੀ ਹਾਂ, ਤੁਸੀਂ ਬੈਠੇ ਆ, ਪਰ ਅੱਗੇ ਐਕਸੈਪਟੇਬਲ ਸੀਗਾ। ਹਾਂਜੀ, ਪਰ ਹੁਣ ਤਾਂ ਟੋਟਲ ਬੇਲ ਆ ਨਾ। ਹੁਣ ਥੋੜਾ ਜਿਹਾ ਇੱਕ ਆਪਾਂ ਚੇਂਜ ਕਰ ਲਈਏ। ਮੈਂ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ, ਥੋੜੀ ਜਿਹੀ ਚੇਂਜ ਬਹੁਤ ਵੱਡਾ ਘਰ ਦੇ ਵਿੱਚ ਡਿਫਰੈਂਸ ਲਿਆ ਸਕਦੀ ਹੈ। ਹਾਂਜੀ, ਥੈਂਕ ਯੂ ਸੁਖੀ ਤੁਹਾਡਾ ਕਾਲ ਕਰਨ ਦੇ ਲਈ। ਥੈਂਕ ਯੂ ਭਾਜੀ। ਓਕੇ ਜੀ, ਇੱਕ ਹੋਰ ਕਾਲ ਹੈ ਮਨਜੀਤ, ਆਪਾਂ ਲੈ ਲਈਏ ਜੀ। ਹੈਲੋ ਹੈਲੋ, ਹਾਂਜੀ ਸਵਾਗਤ ਹੈ ਜੀ PTN 24 ਤੇ ਤੁਹਾਡਾ। ਹੈਲੋ ਹੈਲੋ ਜੀ, ਕਾਲ ਕੱਟੀ ਗਈ ਤੁਹਾਡੀ। ਸੋ ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਕੌਣ ਬੋਲਦੇ ਜੀ? ਭਾਜੀ ਮੈਂ ਅੰਮ੍ਰਿਤ ਬੋਲਦਾ ਜੀ। ਹਾਂਜੀ ਅੰਮ੍ਰਿਤ ਜੀ, ਕੀ ਹਾਲ ਚਾਲ ਜੀ? ਬਹੁਤ ਵਧੀਆ ਭਾਜੀ। ਭਾਜੀ ਤੁਸੀਂ ਇੱਕ ਟੈਗਲਾਈਨ ਦੇ ਰਹੇ ਹੋ ਕਿ ਹੱਥ ਧੋਵੋ ਨਾਲ ਕੋਲੀ ਵੀ ਧੋ ਦਿਓ। ਨਹੀਂ ਭਾਜੀ, ਦੇਖੋ ਕਹਿੰਦੇ ਨਹੀਂ ਹਸਬੈਂਡ ਵਾਈਫ, ਸੋ ਮੱਚ ਸਮਝਣ ਲਈ ਹਸਬੈਂਡ ਵਾਈਫ ਜਿਹੜੇ ਆ, ਇੱਕ ਗੱਡੀ ਦੇ ਦੋ ਪਹੀਏ ਆ, ਜੇ ਇੱਕ ਪਹੀਆ ਹੀ ਰੁਕਿਆ ਰਿਹਾ ਤਾਂ ਕੀ ਕਰਾਂਗੇ? ਜਾਂ ਤਾਂ ਧੂੰਆਂ ਨਹੀਂ ਨਿਕਲੂਗਾ। ਭਾਜੀ,
ਉਹ ਤਾਂ ਭਾਜੀ ਵਧੀਆ ਗੱਲ ਹੈ, ਪਰ ਸਾਡੇ ਘਰ ਦੇ ਵਿੱਚ ਇਦਾਂ ਦੇ ਹਾਲਾਤ ਨੇ ਵੀ ਸਾਡੀ ਸਿੰਕ ਕਦੀ ਵਿਹਲੀ ਨਹੀਂ ਹੁੰਦੀ। ਫਿਰ ਤੁਸੀਂ ਕਿੱਥੇ ਰਹਿੰਦੇ ਆ ਜੀ, ਸੋਫੇ ਤੇ ਕਿ ਸਿੰਕ ਦੇ ਕੋਲ ਜੀ? ਸਰ ਮੋਸਟਲੀ ਅਸੀਂ ਕਿਚਨ 'ਚ ਹੀ ਹੁੰਦੇ ਆ ਜੀ। ਸਾਡਾ ਜ਼ਿਆਦਾ ਟਾਈਮ ਕਿਚਨ 'ਚ ਨਿਕਲਦਾ। ਚਲੋ ਬਹੁਤ ਵਧੀਆ ਜੀ। ਇੱਕ ਕੋਲੀ ਮਾਂਜ ਕੇ ਰੱਖੀ, ਦੂਜੀ ਪਲੇਟ ਨਾਲ ਤਿਆਰ ਹੁੰਦੀ ਹੈ। ਓਕੇ ਜੀ, ਦੇਖੋ ਮੈਂ ਤੁਹਾਨੂੰ ਦੱਸਦਾ ਇਹ ਕਿਚਨ ਦਾ ਕੰਮ ਕਿੰਨਾ ਔਖਾ ਆ। ਉਦੋਂ ਮੈਂ ਸਿੰਗਲ ਸੀ, ਅਜੇ ਇੰਡੀਆ ਤੋਂ ਆਏ ਸੀ, ਸਾਡੇ ਮੰਮੀ ਦੇ ਗੁੱਟ ਟੁੱਟ ਗਿਆ ਡਿੱਗ ਕੇ ਇੱਥੋਂ ਸਨੋ ਤੋਂ। ਤਾਂ ਉਹ ਜਦੋਂ ਖਬਰ ਲੈਣ ਆਉਂਦੇ ਸੀ ਤਾਂ ਮੈਂ ਚਾਹ ਬਣਾ ਕੇ ਫਿਰ ਮੈਨੂੰ ਹੀ ਭਾਂਡੇ ਧੋਣੇ ਪੈਂਦੇ ਸੀ। ਮੈਂ ਪੂਰੇ ਵੀਕ ਦੇ ਵਿੱਚ ਅੱਕ ਗਿਆ ਵੀ ਇੰਨੇ ਭਾਂਡੇ ਧੋਣੇ ਪੈਂਦੇ ਆ। ਹਰੇਕ ਅੱਧੇ ਘੰਟੇ ਬਾਅਦ 10-15 ਭਾਂਡੇ ਧੋਣੇ ਪੈ ਜਾ ਕਰਨ। ਹਾਂਜੀ, ਮੈਂ ਭਾਜੀ ਇੱਕ ਗੱਲ ਐਡ ਕਰਨੀ ਚਾਹੁੰਦੀ ਆ ਕਿ ਇਹ ਪਹਿਲਾਂ ਵੀ ਇਦਾਂ ਹੀ ਚੱਲ ਰਿਹਾ ਸੀ, ਪਰ ਤੁਹਾਨੂੰ ਨਹੀਂ ਸੀ ਪਤਾ ਇਸ ਚੀਜ਼ ਬਾਰੇ। ਇਸ ਚੀਜ਼ ਦਾ ਪਤਾ ਨਹੀਂ, ਰਿਅਲਾਈਜ਼ ਕਰ ਲਿਆ ਵੀ ਇੱਕ ਕੋਲੀ ਧੋਣੀ ਹੈ ਤੇ ਦੂਜੀ ਤਿਆਰ ਹੋ ਜਾਂਦੀ ਹੈ। ਹਾਂ, ਅੱਜ ਫੀਲ ਤਾਂ ਹੋ ਰਿਹਾ, ਖੁਦ ਕਰਨਾ ਪੈ ਰਿਹਾ ਨਾ ਜੀ। ਹਾਂਜੀ ਬਿਲਕੁਲ ਬਿਲਕੁਲ। ਤੇ ਇੱਕ ਚੀਜ਼ ਹੋਰ ਹੈ ਜੀ, ਇਹ ਲੋਕਡਾਊਨ ਦੇ ਕਰਕੇ ਇੱਕ ਚੀਜ਼ ਹੋਰ ਆਪਾਂ ਨੂੰ ਬੜੀ ਪਤਾ ਲੱਗੀ, ਲੋਕਾਂ ਦਾ ਵੀ ਟੈਲੈਂਟ ਬਹੁਤ ਹੈ ਜੀ। ਹਾਂ, ਟੈਲੈਂਟ ਬਹੁਤ ਹੈ ਜੀ, ਟੈਲੈਂਟ ਬਹੁਤ ਹੈ। ਹੁਣ ਕੁਕਿੰਗ ਦਾ ਟੈਲੈਂਟ ਬਹੁਤ ਹੈ ਜੀ। ਕਦੇ ਘਰ ਦੇ ਵਿੱਚ ਕੁਝ ਬਣ ਰਿਹਾ, ਕਦੇ ਕੁਝ ਬਣ ਰਿਹਾ। ਹਾਂਜੀ, ਹਲਵਾਈ ਬਣ ਜਾਣਾ ਜੀ ਡਿਫਰੈਂਟ ਟੈਲੈਂਟ ਆਪਾਂ ਨੂੰ ਦੇਖਣ ਨੂੰ ਮਿਲਦਾ। ਸਹੀ ਗੱਲ ਹੈ। ਹਾਂਜੀ, ਹਰ ਬੰਦਾ ਇੱਕ ਕਲਾਕਾਰ ਹੈ ਜੀ। ਹਾਂਜੀ, ਹਰ ਬੰਦਾ ਸਾਰੇ ਕਲਾਕਾਰ ਨੇ ਜੀ। ਸਹੀ ਬਿਲਕੁਲ ਜੀ। ਕੋਈ ਆਪਣਾ ਜਿਸ ਤਰੀਕੇ ਨਾਲ ਹੈ ਉਹ ਆਪਣਾ ਕਿਰਦਾਰ ਨਿਭਾ ਰਿਹਾ ਜੀ ਇੱਥੇ, ਨਿਭਾ ਰਹੇ ਜੀ। ਉਹੀ ਕਹਿੰਦੇ ਆ ਕਿ ਜੇ ਕਿਸੇ ਚੀਜ਼ ਦਾ ਨੁਕਸਾਨ ਆ ਨਾ, ਉਹਦਾ ਬੈਨੀਫਿਟ ਵੀ ਹੈ। ਬੈਨੀਫਿਟ ਬਹੁਤ ਹੈ ਜੀ। ਹੁਣ ਆਪਣਾ এনवायरमेंट 'ਚ ਕਾਫੀ ਬੈਨੀਫਿਟ ਹੈ। ਹੁਣ ਹਰ ਇੱਕ ਚੀਜ਼ ਆਪਾਂ ਲਾ ਕੇ ਚੱਲੀਏ ਤਾਂ ਬਹੁਤ ਕੁਝ ਸੁਧਾਰ ਹੋ ਹੀ ਰਿਹਾ। ਹਾਂਜੀ, ਥੈਂਕ ਯੂ ਜੀ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਤੁਹਾਡਾ। ਥੈਂਕ ਯੂ ਭਾਜੀ, ਥੈਂਕਸ ਅ ਲੋਟ। ਥੈਂਕ ਯੂ, ਥੈਂਕ ਯੂ। ਸੋ ਇੱਕ ਕਾਲ ਹੋ ਰਿਹਾ ਜੀ ਆਪਣੇ ਕੋਲ ਅੱਜ ਕਾਲਾਂ ਦੇ ਨਾਲ ਹੀ ਆਪਣੀ। ਓਕੇ ਜੀ, ਡ੍ਰੌਪ ਹੋ ਗਈ ਸਾਡੇ ਤੋਂ ਕਾਲ। ਉਹ ਤਾਂ ਕਿਉਂਕਿ ਮੈਂ ਜੇ ਨਵਾਂ ਟੈਲੀਫੋਨ ਚੰਗੀ ਤਰ੍ਹਾਂ ਹੈਂਡਲ ਨਹੀਂ ਕਰਨਾ ਆਉਂਦਾ ਜੀ। ਮੈਂ ਬੇਨਤੀ ਕਰਾਂਗਾ ਜਿਨ੍ਹਾਂ ਦੀ ਕਾਲ ਡ੍ਰੌਪ ਹੋਈ ਆ ਪਲੀਜ਼ ਕਾਲ ਦੁਬਾਰਾ ਕਰ ਲਓ ਮੈਨੂੰ, ਠੀਕ ਹੈ ਜੀ। ਹੈਲੋ, ਸਵਾਗਤ ਹੈ ਜੀ PTN 24 ਤੇ। ਹੈਲੋ ਹਾਂਜੀ, ਸਵਾਗਤ ਜੀ PTN 24 ਤੇ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਵਿੰਦਰ ਆ। ਹਾਂਜੀ ਰਵਿੰਦਰ, ਕੀ ਹਾਲ ਚਾਲ ਜੀ? ਬਹੁਤ ਵਧੀਆ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗ ਰਿਹਾ। ਥੈਂਕ ਯੂ ਐਂਡ ਰਾਜ ਦਾ। ਹਾਂਜੀ, ਮੈਂ ਵੀ ਉਹੀ ਗੱਲ ਨਾਲ ਐਕਚੁਅਲੀ ਐਡ ਕਰਨਾ ਚਾਹੂੰਗੀ ਕਿ ਆਪਾਂ ਨੂੰ ਆਈ ਨੋ ਇਹ ਹਾਰਡ ਟਾਈਮ ਚੱਲ ਰਿਹਾ ਆ, ਕਈਆਂ ਲਈ ਇੰਜੋਇਮੈਂਟ ਟਾਈਮ ਵੀ ਹੋ ਸਕਦਾ, ਬਟ ਆਈ ਥਿੰਕ ਆਪਾਂ ਨੂੰ ਉਹ ਟਾਈਮ ਜਿਹੜਾ ਵੀ ਆ ਉਹਨੂੰ ਇੰਜੋਏ ਕਰਨਾ ਚਾਹੀਦਾ, ਹਰ ਮੂਮੈਂਟ ਨੂੰ। ਜਿੱਦਾਂ ਆਪਾਂ ਕਹਿੰਦੇ ਹੁੰਦੇ ਸੀਗੇ ਕਿ ਬਚਪਨ ਲੰਘ ਗਿਆ, ਉਹ ਟਾਈਮ ਬਹੁਤ ਵਧੀਆ ਸੀ, ਫਿਰ ਆਪਾਂ ਜਵਾਨੀ 'ਚ ਚਲੇ ਜਾਂਦੇ ਹਾਂ, ਆਪਾਂ ਕਹਿੰਦੇ ਜਵਾਨੀ ਦਾ ਟਾਈਮ ਬਹੁਤ ਵਧੀਆ ਸੀ। ਸੋ ਇਸੇ ਤਰ੍ਹਾਂ ਕਰਦੇ ਕਰਦੇ ਕਿਤੇ ਜਿਹੜਾ ਟਾਈਮ ਆਪਾਂ ਫੈਮਿਲੀ ਨਾਲ ਵਧੀਆ ਤਰੀਕੇ ਨਾਲ ਸਪੈਂਡ ਕਰ ਸਕਦੇ, ਇਹ ਵੀ ਗਵਾ ਨਾ ਲਈਏ। ਸੋ ਆਈ ਥਿੰਕ ਆਪਾਂ ਨੂੰ ਵੇ ਵਧੀਆ ਲੱਭ ਸਕਦੇ ਹਾਂ ਜੇ ਲੱਭਣਾ ਚਾਹੀਏ। ਬਿਲਕੁਲ 100% ਐਗਰੀ। ਆਪਾਂ ਕੰਪਲੇਨ ਨਹੀਂ ਕਰ ਸਕਦੇ ਵੀ ਮੈਨੂੰ ਟਾਈਮ ਨਹੀਂ ਮਿਲਿਆ। ਹਾਂਜੀ ਕੰਪਲੇਨ ਸੀ ਨਾ ਮੇਰਾ ਹੌਬੀ ਸੀ, ਮੈਂ ਆ ਚੀਜ਼ ਸਿੱਖਣਾ ਚਾਹੁੰਦਾ ਸੀ, ਹਨਾ। ਹਾਂਜੀ ਬਿਲਕੁਲ ਜੀ, ਚਾਹੁੰਦਾ ਸੀ ਜ਼ਿੰਦਗੀ 'ਚ, ਮੈਨੂੰ ਟਾਈਮ ਨਹੀਂ ਮਿਲਿਆ। ਬਹੁਤ ਜ਼ਿਆਦਾ ਜਿਹੜੀ ਕੰਪਲੇਂਟ ਹੁੰਦੀ ਸੀ ਜੀ, ਮੇਰੇ ਕੋਲ ਟਾਈਮ ਨਹੀਂ ਹੈਗਾ ਮੇਰੇ ਪਰਿਵਾਰ ਦੇ ਨਾਲ ਬਿਤਾਉਣ ਲਈ। ਹਾਂਜੀ ਬਿਲਕੁਲ। ਚਲੋ ਇਹ ਨਹੀਂ ਹੈਗਾ ਵੀ ਵਧੀਆ ਹੋਇਆ ਕਰੋਨਾ ਵਾਇਰਸ, ਇਹ ਨਹੀਂ ਕਹਿੰਦੇ ਵੀ ਵਧੀਆ ਹੋਇਆ, ਪਰ ਫਿਰ ਵੀ ਇੱਕ ਇਦਾਂ ਦਾ ਟਾਈਮ ਹੈਗਾ ਜਿੱਥੇ ਸਾਡੇ ਕੋਲ ਇਨਫ ਟਾਈਮ ਹੋ ਗਿਆ, ਸੋ ਆਪਾਂ ਆਪਣੀ ਫੈਮਿਲੀ ਨਾਲ ਇੱਕ ਮੈਂ ਹੋਰ ਕਹੂੰਗੀ ਕਿ ਆਪਾਂ ਸਾਰਿਆਂ ਨੇ ਇੱਕ ਲੈਸਨ ਵੀ ਲਰਨ ਕਰ ਲਿਆ ਇਸ ਟਾਈਮ ਤੋਂ ਕਿ ਇੰਨੀ ਨੱਠ ਭੱਜ ਆਪਾਂ ਵੈਸੇ ਵਾਧੂ ਦੀ ਵੀ ਥੋੜੀ ਕੀਤੀ ਹੋ ਸੀ ਜ਼ਿੰਦਗੀ ਦੇ ਵਿੱਚ। ਬਿਲਕੁਲ, ਕਈ ਵਾਰ ਇਦਾਂ ਲੱਗਦਾ ਕਿ ਆ ਫਿਰ ਵੀ ਸਰੀ ਜਾਂਦਾ ਆ, ਫਿਰ ਵੀ ਸਾਰਾ ਕੁਝ ਹੋਈ ਜਾਂਦਾ ਆ, ਹਨਾ। ਅੱਜ ਵੀ ਜ਼ਿੰਦਗੀ ਚੱਲ ਰਹੀ ਆ। ਦੇਖੋ, ਜ਼ਿੰਦਗੀ ਜਿਉਣ ਲਈ ਪੈਸੇ ਨਹੀਂ ਜ਼ਿਆਦਾ ਚਾਹੀਦੇ, ਆਪਾਂ ਨੂੰ ਲਾਈਫ ਸਟਾਈਲ ਲਈ ਪੈਸੇ ਜ਼ਿਆਦਾ ਚਾਹੀਦੇ ਆ। ਹਾਂਜੀ, ਬਾਕੀ ਇਹ ਆ ਕਿ ਜੇ ਆਪਾਂ ਮਾਰਨਿੰਗ ਤੋਂ ਲੈ ਕੇ ਈਵਨਿੰਗ ਤੱਕ ਆਪਣਾ ਟਾਈਮ ਹਰ ਚੀਜ਼ ਦਾ ਮੰਨ ਲਈਏ, ਆਪਣੀ ਪ੍ਰੇਅਰ ਦਾ, ਜੇ ਤੁਸੀਂ ਚੰਗਾ ਪੜ੍ਹਦੇ ਆ, ਆਪਣੇ ਕੰਮ ਦਾ, ਆਈ ਥਿੰਕ ਫਿਰ ਵੀ ਕੰਮ ਵੀ ਵੰਡ ਲਈਏ, ਸਾਰਾ ਕੁਝ ਕਰ ਲਈਏ ਤਾਂ ਬਹੁਤ ਵਧੀਆ ਕਹਿ ਲਓ ਕਿ ਆਪਣਾ ਨਾ ਨਿਕਲ ਸਕਦਾ। ਹਾਂਜੀ ਬਹੁਤ ਵਧੀਆ ਸਰ, ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਠੀਕ ਹੈ ਜੀ। ਸੋ ਮਨਜੀਤ, ਹੁਣ ਗੱਲ ਆਪਾਂ ਇਹ ਆਉਂਦੇ ਆ ਵੀ ਬੇਲ ਵੀ ਬਹੁਤ ਆ ਸਪੈਸ਼ਲੀ ਲੇਡੀਜ਼ ਦੇ ਲਈ। ਆਈ ਨੋ ਉਹਨਾਂ ਦਾ ਕੰਮ ਵੱਧ ਗਿਆ, ਸੋ ਕੀ ਸੁਜੈਸ਼ਨ ਕਰਨਾ ਚਾਹੋਗੇ ਵੀ ਲੇਡੀਜ਼ ਜਿਹੜਾ ਆ ਆਪਣਾ ਜਿਹੜਾ ਵਿਹਲਾ ਟਾਈਮ ਹੈ ਤਾਂ ਹੈ, ਉਹਨੂੰ ਕਿਸ ਤਰੀਕੇ ਨਾਲ ਯੂਜ਼ ਕਰਕੇ ਫੈਮਿਲੀ ਦੇ ਵਿੱਚ ਜਿਹੜੀ ਆ ਆਪਾਂ ਉਹਨੂੰ ਥੋੜਾ ਜਿਹੜੀ ਬੋਇਲੈਂਸ ਵਾਲੇ ਪਾਸੇ ਨੂੰ ਉਦੋਂ ਦੂਰ ਲੈ ਕੇ ਜਾ ਸਕਦੇ ਹਾਂ, ਜਾਂ ਕੋਈ ਇਨਕਮ ਕ੍ਰੀਏਟ ਕਰ ਸਕਦੇ ਹਾਂ, ਜਾਂ ਕਿਸ ਤਰੀਕੇ ਦੇ ਨਾਲ ਉਹਨੂੰ ਯੂਜ਼ ਕਰ ਸਕਦੇ ਹਾਂ? ਹਾਂਜੀ, ਜਿੱਦਾਂ ਆਪਾਂ ਕਹਾਵਤਾਂ ਸੁਣਦੇ ਸੀ, ਵਿਹਲਾ ਮਨ ਸ਼ੈਤਾਨ ਦਾ ਘਰ, ਹਨਾ। ਜਿੰਨਾ ਜ਼ਿਆਦਾ ਆਪਾਂ ਵਿਹਲੇ ਆ ਆਪਣੇ ਦਿਮਾਗ ਦੇ ਵਿੱਚ ਉਹੀ ਜਿਹੜੀ ਵਾਇਲੈਂਸ ਵੀ ਆ ਕਿਉਂ ਹੈਗੀ ਆ
ਕਿ ਕੁਝ ਹੋਰ ਆਪਣੇ ਦਿਮਾਗ ਦੇ ਵਿੱਚ ਕੋਈ ਕਰਨ ਨੂੰ ਕੁਝ ਹੈ ਨਹੀਂਗਾ ਤੇ ਫਿਰ ਆਪਾਂ ਲੜਾਈ ਵੱਲ ਹੋ ਜਾਂਦੇ ਆ ਨਾ। ਸੋ ਜਿੰਨਾ ਆਪਣੇ ਆਪ ਨੂੰ ਵੱਧ ਬਿਜ਼ੀ ਕਿੱਦਾਂ ਰੱਖ ਸਕਦੇ ਆ, ਬਹੁਤ ਕੁਝ ਹੈ ਆਪਣੇ ਆਪ ਨੂੰ ਬਿਜ਼ੀ ਰੱਖਣ ਲਈ। ਹੁਣ ਜੇ ਕੋਈ ਤੁਹਾਡੀ ਹੌਬੀ ਕੀ ਆ, ਸਭ ਤੋਂ ਪਹਿਲਾਂ ਕੀ ਤੁਸੀਂ ਪਸੰਦ ਕਰਦੇ ਆ ਕਰਨਾ, ਹਨਾ। ਕਈ ਵਾਰ ਕਈਆਂ ਨੂੰ ਹੈਗਾ ਕੋਈ ਸਿਲਾਈ ਕਰਨੀ ਆ, ਕੋਈ ਕਢਾਈ ਕਰਨੀ ਆ, ਕੋਈ ਇਨਸਟਰੂਮੈਂਟ ਆ ਉਹਨੂੰ ਚਲਾਉਣਾ ਸਿੱਖਣਾ, ਤਬਲਾ ਆ, ਢੋਲਕੀ ਆ, ਸੰਗੀਤ ਆ, ਗਾਉਣਾ ਆ। ਬਾਕੀ ਐਜ਼ ਏ ਐਂਟਰਪ੍ਰੈਨਿਓਰ ਮੈਂ ਆ, ਹੁਣ ਮੇਰਾ ਕੀ ਸੀਗਾ, ਰੀਡਿੰਗ, ਲਿਸਨਿੰਗ, ਮੈਨੂੰ ਰੀਡਿੰਗ ਦਾ ਸ਼ੌਂਕ ਆ ਕਿ ਆਪਾਂ ਪਰਸਨਲ ਡਿਵੈਲਪਮੈਂਟ ਲਈ ਬੁੱਕਸ ਰੀਡ ਕਰ ਸਕਦੇ ਆ, ਰਾਈਟ। ਜਿਹੜੀ ਕੋਈ ਸਕਿੱਲ ਡਿਵੈਲਪ, ਇੰਗਲਿਸ਼ ਸਿੱਖਣਾ ਚਾਹੁੰਦੇ ਆ ਬੋਲਣੀ, ਉਹਦੇ ਲਈ ਆਪਾਂ ਆਨਲਾਈਨ ਕਲਾਸਿਸ ਅਟੈਂਡ ਕਰ ਸਕਦੇ ਆ, YouTube ਤੇ ਜਾ ਕੇ ਕੁਝ ਵੀ ਸਿੱਖ ਸਕਦੇ ਆ। ਕੋਈ ਕੁਕਿੰਗ ਦੇ ਵਿੱਚ ਕਿਸੇ ਨੂੰ ਸ਼ੌਂਕ ਆ, ਉਹਦੇ ਲਈ ਆਪਾਂ ਲਰਨ ਕਰ ਸਕਦੇ ਆ। ਹੁਣ ਤਾਂ ਸੋਸ਼ਲ ਮੀਡੀਆ ਤੇ ਬਹੁਤ ਕੁਝ ਹੈਗਾ ਆਪਣੇ ਆਪ ਨੂੰ ਬਿਜ਼ੀ ਕਰਨ ਲਈ, ਚੰਗੀਆਂ ਚੀਜ਼ਾਂ ਦੇਖਣ ਦੇ ਲਈ, ਉਹਨਾਂ ਚੀਜ਼ਾਂ ਦੇ ਵਿੱਚ ਆਪਣੇ ਆਪ ਨੂੰ ਬਿਜ਼ੀ ਕਰ ਸਕਦੇ ਆ। ਗਾਰਡਨਿੰਗ ਕਰ ਸਕਦੇ ਆ, ਬੱਚਿਆਂ ਦੇ ਨਾਲ ਐਕਟੀਵਿਟੀਜ਼, ਕਿੰਨੀਆਂ ਗੇਮਸ ਆ ਪਲੇ ਕਰਨ ਦੇ ਲਈ। ਜਿਹੜਾ ਟਾਈਮ ਬੱਚਿਆਂ ਨੂੰ ਨਹੀਂ ਦੇ ਸਕੇ ਆਪਾਂ ਉਹ ਟਾਈਮ ਬੱਚਿਆਂ ਨੂੰ ਦੇ ਸਕਦੇ ਆ। ਸੋ ਬਹੁਤ ਕੁਝ ਕਰਨ ਨੂੰ ਹੈਗਾ ਜੇ ਆਪਾਂ ਕਰਨਾ ਚਾਹੀਏ ਤਾਂ। ਜੇ ਨਹੀਂ ਕਰਨਾ ਚਾਹੁੰਦੇ ਫਿਰ ਆਪਣੇ ਕੋਲ ਕੁਝ ਵੀ ਕਰਨ ਨੂੰ ਹੈ। ਇੱਕ ਕਾਲ ਲੈ ਲਈਏ ਜੀ। ਹਾਂਜੀ, ਹੈਲੋ, ਸਵਾਗਤ ਹੈ ਜੀ PTN 24। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ? ਹਾਂਜੀ, ਠੀਕ ਆ। ਕੌਣ ਬੋਲਦੇ? ਹਾਂਜੀ, ਮੈਂ ਦਵਿੰਦਰ ਬੋਲਦੀ ਹਾਂ। ਹਾਂਜੀ ਦਵਿੰਦਰ ਜੀ, ਕੀ ਹਾਲ ਚਾਲ? ਹਾਂਜੀ, ਬਿਲਕੁਲ ਠੀਕ ਆ। ਜਿਹੜਾ ਤੁਸੀਂ ਅੱਜ ਦਾ ਕਹਿ ਰਹੇ ਗੱਲ, ਹਾਂਜੀ, ਕਿ ਟਾਈਮ ਬਹੁਤ ਬਲੈਸਿੰਗ ਆ, ਆਈ ਥਿੰਕ। ਹਾਂਜੀ, ਇੱਕ ਤਰ੍ਹਾਂ ਜ਼ਿੰਦਗੀ ਦੇ ਠਹਿਰਾਓ ਆ, ਕਹਿ ਲਓ ਕਿ ਬਹੁਤ ਵਧੀਆ ਜ਼ਿੰਦਗੀ 'ਚ ਮਿਲਿਆ ਇਹ, ਜਿਹੜਾ ਆਪਾਂ ਆਪਣੀ ਫੈਮਿਲੀ ਨਾਲ ਸਪੈਂਡ ਕਰ ਸਕਦੇ ਹਾਂ। ਐਂਡ ਇਸਦਾ ਬਹੁਤ ਵੱਡਾ ਬੈਨੀਫਿਟ ਆ ਕਿ ਕਿਡਸ ਬਹੁਤ ਨੇੜੇ ਆਏ ਆ, ਕਿ ਤੁਸੀਂ ਇੱਕ ਦੂਜੇ ਦੀ ਸਲਾਹ ਕਰਦੇ ਆ। ਦੇਖੋ ਆਪਾਂ ਨੇਚਰ ਦੇ ਕਿੰਨਾ ਨੇੜੇ ਆ ਗਏ, ਹਨਾ। ਪਹਿਲਾਂ ਵੀ ਬਾਹਰ ਹੀ ਸੀ, ਪਹਿਲਾਂ ਦੇਖਣ ਦਾ ਟਾਈਮ ਹੀ ਨਹੀਂ ਸੀ, ਦੇਖਣ ਦਾ ਟਾਈਮ ਨਹੀਂ ਸੀਗਾ, ਹਨਾ। ਕੁਦਰਤ ਦੇ ਜਿਹੜੇ ਕੁਦਰਤੀ ਤੌਰ ਤੇ ਹੈਗੀਆਂ ਕਿੰਨੀਆਂ ਚੀਜ਼ਾਂ, ਕਿੰਨਾ ਸੋਹਣਾ ਕੁਛ ਹੈਗਾ ਆ, ਪਰ ਆਪਣਾ ਧਿਆਨ ਚੀਜ਼ਾਂ ਦੇ ਵਿੱਚ ਬਿਲਕੁਲ ਨਹੀਂ ਸੀ। ਹਾਂਜੀ, ਦੇਖਣ ਦਾ ਟਾਈਮ ਵੀ ਕੀ, ਖਾਣ ਦਾ ਵੀ ਨੱਠ ਭੱਜ ਹੀ ਖਾ ਜਾਈਦਾ ਸੀਗਾ, ਕੈਜੂਅਲ ਇਦਾਂ ਦਾ ਬਣਿਆ ਹੋਇਆ ਸੀ, ਤੇਜ਼। ਦੇਖੋ ਕਿ ਕਰ ਲਏ ਲਾਈਫ ਇੰਨੀ ਰੇਸ 'ਚ ਚੱਲ ਰਹੀ ਸੀਗੀ ਨਾ ਬਹੁਤ ਜ਼ਿਆਦਾ, ਤਾਂ ਹੁਣ ਜਿੱਦਾਂ ਲੱਗਦਾ ਕਿ ਇਦਾਂ ਦਾ ਵੀ ਟਾਈਮ ਹੈਗਾ ਆ ਕਿ ਬੜਾ ਅਦਭੁਤ ਜਿਹਾ ਲੱਗ ਰਿਹਾ ਕਿ ਇਦਾਂ ਦਾ ਵੀ ਟਾਈਮ ਹੋ ਸਕਦਾ ਸੀਗਾ। ਪਰ ਕਦੇ ਇਮੇਜਿਨ ਨਹੀਂ ਸੀ ਕੀਤਾ ਵੀ ਇਸ ਤਰੀਕੇ ਦੇ ਨਾਲ। ਬਿਲਕੁਲ, ਇਹ ਬਹੁਤ ਵੱਡੀ ਯਾਦਗਾਰ ਛੱਡ ਜਾਣੀ ਆ। ਹੋਪ ਸੋ ਐਵਰੀਬਾਡੀ ਹੈਲਥੀ ਰਹਿਣ, ਐਵਰੀਥਿੰਗ ਬਿਲਕੁਲ ਗੁੱਡ ਰਹੇ ਨਾ ਹੈਲਥ। ਦੇਖੋ ਅੱਗੇ ਦਵਿੰਦਰ ਇਹ ਹੁੰਦਾ ਸੀ, ਇੱਕ ਕਹਾਵਤ ਹੁੰਦੀ ਸੀਗੀ, ਜਾਨ ਹੈ ਤਾਂ ਜਹਾਨ ਹੈ। ਆਪਾਂ ਸੁਣੀਆਂ ਹੀ ਸੀਗੀਆਂ, ਅੱਜ ਉਹ ਸਿੱਧ ਹੋ ਗਈ ਵੀ ਜਾਨ ਹੈ ਤਾਂ ਜਹਾਨ ਹੈ। ਸੱਚੀ ਕਹਾਵਤ ਜਿਹੜੀ ਹੈ ਉਹ ਸੱਚ ਹੈ। ਹਾਂਜੀ, ਉਹ ਪਤਾ ਨਹੀਂ ਕਦੀ ਬਣੀ ਹੋਊਗੀ, ਪਤਾ ਨਹੀਂ 1920 ਦੀ ਬਣੀ ਆ, ਕਦੋਂ ਇੱਕ ਕਦੇ ਮਹਾਮਾਰੀ ਆਈ ਹੋਊਗੀ, ਉਸ ਵਕਤ ਦੀ ਬਣੀ। ਜਾਨ ਹੈ ਤਾਂ ਜਹਾਨ ਹੈ, ਪਤਾ ਨਹੀਂ ਸਦੀਆਂ ਪਹਿਲਾਂ ਦੀ ਉਹ ਬਣੀ ਹੋਈ ਸੀ। ਬਸ ਇਸ ਟਾਈਮ ਦੇ ਵਿੱਚ ਇੱਕੋ ਹੀ ਹੈਗਾ ਕਿ ਆਪਾਂ ਜੇ ਪੇਸ਼ੈਂਸ ਰੱਖਦੇ ਆ ਇੱਕ ਦੂਜੇ ਦੇ ਨਾਲ ਥੋੜੇ ਜਿਹੇ, ਤੇ ਇਹ ਟਾਈਮ ਵੀ ਆਪਣਾ ਸੁੱਖ ਦਾ ਟਾਈਮ ਲੰਘੂਗਾ। ਬਿਲਕੁਲ ਜੀ। ਹਾਂਜੀ, ਇਹ 'ਚ ਕਿਉਂਕਿ ਟਾਈਮ ਹੀ ਬਹੁਤ, ਆਪਣੇ ਕੋਲ ਪੇਸ਼ੈਂਸ ਵੀ ਬਹੁਤ ਆ ਮਨਜੀਤ, ਆਈ ਥਿੰਕ ਬਹੁਤ ਜ਼ਿਆਦਾ ਹੋ ਜਾਂਦਾ ਹੈ। ਹਾਂਜੀ, ਕਿਉਂਕਿ ਤੁਹਾਡੇ ਕੋਲ ਹੈਗਾ ਕਿ ਤੁਸੀਂ ਇੱਕ ਮੈਨੇਜ ਕਰਨ ਨੂੰ ਕੋਈ ਟਾਈਮ ਬਹੁਤ ਪਿਆ ਆ ਹਰ ਕੋਈ ਚੀਜ਼ ਕਰਨ ਨੂੰ। ਸੋ ਦਵਿੰਦਰ, ਇੱਕ ਕੁਐਸਚਨ ਹੈ, ਕਿਤੇ ਹੋਮ ਸਿਕ ਤਾਂ ਨਹੀਂ ਫੀਲ ਕਰਨ ਲੱਗਾ? ਹਾਂਜੀ, ਹੋਮ ਸਿਕ ਜਿਹਨੂੰ ਕਹਿ ਦਿੰਦੇ ਆਪਾਂ, ਘਰ ਰਹਿ ਕੇ ਕਈ ਵਾਰੀ। ਨੋ, ਮੈਂ ਰੀਅਲੀ ਆਪਣਾ ਬਲੈਸਿੰਗ ਕਹਿ ਰਹੀ ਹਾਂ ਕਿ ਬਹੁਤ ਬਲੈਸਿੰਗ ਟਾਈਮ ਆ ਇਹ, ਰੀਅਲੀ ਲਾਈਕ ਇਟ। ਹਾਂਜੀ, ਨਹੀਂ ਠੀਕ ਹੈ ਜੀ, ਥੈਂਕ ਯੂ ਵੈਰੀ ਮਚ ਫॉर ਕਾਲਿੰਗ ਦਵਿੰਦਰ ਜੀ। ਥੈਂਕ ਯੂ ਐਂਡ ਨਾਈਸ ਟੂ ਯੂ। ਤੁਸੀਂ ਬਹੁਤ ਵਧੀਆ ਟੌਪਿਕ ਕਰ ਰਹੇ ਹੋ। ਥੈਂਕ ਯੂ। ਬਾਏ। ਇੱਕ ਹੋਰ ਜਿਹੜੀ ਰਾਜ ਦੇਖਣ ਦੇ ਵਿੱਚ ਚੀਜ਼ ਆਈ ਹੈ ਕਿ ਜਿਹੜੇ ਬੱਚੇ ਆ ਉਹ ਘਰ ਦਾ ਫੂਡ ਖਾਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ, ਹਨਾ। ਉਹ ਵੀ ਬਲੈਸਿੰਗ ਹੈ। ਹਾਂਜੀ, ਜਿਵੇਂ ਸਾਡੇ ਵੀ 2 ਬੱਚੇ ਆ, ਬੇਟੀ 15 ਆ, ਬੇਟਾ 12 ਆ, ਤੇ ਘਰ ਦੇ ਵਿੱਚ ਕੀ ਆ ਕਿ ਹਰ ਦੂਸਰੇ ਦਿਨ, ਤੀਸਰੇ ਦਿਨ ਕਿ ਨਹੀਂ ਘਰ ਦਾ ਨਹੀਂ ਖਾਣਾ, ਆਪਾਂ ਬਾਹਰਲਾ ਫੂਡ ਖਾਣਾ, ਪੀਜ਼ਾ ਖਾਣਾ, 버ਗਰ ਖਾਣੇ ਆ, ਹਨਾ। ਹਾਂਜੀ। ਸੋ ਹੁਣ ਇਸ ਦੌਰਾਨ ਬੱਚਿਆਂ ਨੇ ਐਕਚੁਅਲੀ ਘਰ ਦਾ ਖਾਣਾ ਸ਼ੁਰੂ ਕਰ ਦਿੱਤਾ। ਸੋ ਜਿਹੜਾ ਕਿ ਇੱਕ ਹੋਰ ਬੈਨੀਫਿਟ ਆਪਾਂ ਨੂੰ ਬੈਨੀਫਿਟ ਹੋ ਗਿਆ, ਬੱਚਿਆਂ ਨੂੰ ਵੀ ਲੱਗ ਗਿਆ ਪਤਾ ਵੀ ਘਰ ਵੀ ਸਵਾਦ ਖਾਣਾ ਬਣ ਸਕਦਾ, ਬਾਹਰ ਹੀ ਨਹੀਂ ਹੈਗਾ। ਦੂਜੀ ਗੱਲ ਹੈ ਵੀ ਮੈਂ ਇੱਕ ਚੀਜ਼ ਨੋਟ ਕੀਤੀ ਆ, ਪਹਿਲਾਂ ਇਹ ਲੱਗਦਾ ਸੀ ਵੀ ਬਾਹਰ ਦਾ ਖਾਣਾ ਹੀ ਸਵਾਦ ਹੈ ਜੋ ਫਾਸਟ ਫੂਡ ਹੈਗਾ। ਹੁਣ ਘਰਾਂ ਦੇ ਵਿੱਚ ਤੁਸੀਂ ਸਲੋ ਵੀ ਬਣਾਓ ਤਾਂ ਵੀ ਖਾਣਾ ਸਵਾਦ ਬਣਦਾ, ਕਿਉਂਕਿ ਹੁਣ ਲੋੜ ਕਾਢ ਦੀ ਮਾਂ ਆ। ਇਹ ਆਪਾਂ ਬੜੀ ਵਾਰੀ ਸੁਣਿਆ। ਕਈ ਕਹਾਵਤਾਂ ਜਿਹੜੀਆਂ ਉਹ ਇੱਥੇ ਆ ਕੇ ਸਮਝ ਆਈਆਂ ਵੀ ਸੱਚੀ ਲੋੜ ਜਿਹੜੀ ਆ ਉਹ ਕਾਢ ਦੀ ਮਾਂ ਆ। ਅੱਜ ਸਾਰੀਆਂ ਕਾਢਾਂ ਕੱਢੀਆਂ ਜਾ ਰਹੀਆਂ ਵੀ ਕਿੱਦਾਂ ਟੇਸਟੀ ਫੂਡ ਬਣਾਇਆ ਜਾਵੇ, ਕਿੱਦਾਂ ਸੇਮ
ਉਹ ਟੇਸਟ ਕ੍ਰੀਏਟ ਕੀਤਾ ਜਾਵੇ ਜਿਹੜਾ ਫਾਸਟ ਫੂਡ ਦੇ ਵਿੱਚੋਂ ਮਿਲਦਾ ਸੀਗਾ ਆਪਾਂ ਨੂੰ। ਕਿਉਂਕਿ ਪਹਿਲਾਂ ਸਾਨੂੰ ਵੀ ਸੀਗਾ ਨਾ ਵੀ ਸਰੀ ਜਾਂਦਾ, ਬਾਹਰਲਾ ਖਾ ਲੈਂਦੇ ਆ, ਇਟਸ ਫਾਈਨ। ਹੁਣ ਸਾਨੂੰ ਵੀ, ਅਸੀਂ ਵੀ ਕੋਸ਼ਿਸ਼ ਕਰਦੇ ਆ ਵੀ ਕੁਝ ਬੱਚਿਆਂ ਲਈ ਨਵਾਂ ਜਾਂ ਘਰਦਿਆਂ ਲਈ ਕੁਝ ਹੋਰ ਸਿੱਖੀਏ, ਬਿਲਕੁਲ ਕੁਝ ਡਿਫਰੈਂਟ ਬਣਾਈਏ, ਹਨਾ। ਟਰੂ ਜੀ, ਟਰੂ। ਸੋ ਉਹ ਟਾਈਮ ਵੀ ਮਿਲ ਗਿਆ ਕਿ ਨਵਾਂ ਕੁਝ ਸਿੱਖਣ ਦਾ, ਨਵਾਂ ਕੁਝ ਬਣਾਉਣ ਦਾ। ਠੀਕ ਹੈ। ਸੁਮਨਜੀਤ, ਤੁਸੀਂ ਡਿਸਕਸ ਕਰੋ ਬਈ, ਜਿਹੜਾ ਘਰ ਦੇ ਵਿੱਚ ਰਹਿ ਕੇ ਜਿਹੜੀਆਂ ਲੇਡੀਜ਼ ਆ ਉਹ ਕੰਟਰੀਬਿਊਸ਼ਨ ਜ਼ਿਆਦਾ ਕਿੱਦਾਂ ਕਰ ਸਕਦੀਆਂ ਆਪਣੇ ਫੈਮਿਲੀ ਦੀ ਇਨਕਮ ਜਾਂ ਉਹਨੂੰ ਇੱਕ ਵਧੀਆ ਮਾਹੌਲ ਦੇ ਵਿੱਚ ਰੱਖਣ ਦੇ ਲਈ? ਹਾਂਜੀ, ਮੈਂ ਇਹੀ ਕਹਿਣਾ ਚਾਹੂੰਗੀ ਕਿ ਜਿਵੇਂ ਹਰ ਇੱਕ ਨੂੰ ਕਾਮਯਾਬ ਹੋਣ ਦਾ ਚਾਅ ਆ, ਬਿਲਕੁਲ ਜੀ। ਸੋ ਕਈ ਵਾਰ ਲੇਡੀਜ਼ ਕੀ ਕਰ ਲੈਂਦੀਆਂ ਕਿ ਆਪਣੇ ਆਪ ਨੂੰ ਅਸੀਂ ਅੰਡਰ ਐਸਟੀਮੇਟ ਕਰ ਲਈਦਾ, ਚਲੋ ਕੋਈ ਨਹੀਂ, ਹਸਬੈਂਡ ਹੈਗੇ ਆ, ਉਹ ਕਰ ਲੈਣਗੇ, ਹਨਾ। ਆ ਕਿ ਜ਼ਿੰਮੇਵਾਰੀ ਨਹੀਂ ਘਰ ਚਲਾਉਣ ਦੀ ਸਮਝੀਦੀ ਅਸੀਂ, ਕਿਉਂਕਿ ਸਾਨੂੰ ਹੁੰਦਾ ਵੀ ਕੋਈ ਗੱਲ ਨਹੀਂ, ਹਸਬੈਂਡ ਹੈਗੇ ਆ ਕਰਨ ਲਈ। ਬਟ ਮੈਂ ਇਹੀ ਰეკਮੈਂਡ ਕਰੂੰਗੀ ਕਿ ਕੁਛ ਨਾ ਕੁਛ ਤੁਸੀਂ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਕਰੋ, ਕੋਈ ਨਾ ਕੋਈ ਸਕਿੱਲ ਜ਼ਰੂਰ ਕ੍ਰੀਏਟ ਕਰੋ। ਜਿਵੇਂ ਹੁਣ ਮੈਂ ਵੀ ਐਂਟਰਪ੍ਰੈਨਿਓਰ ਆ, ਪਰ ਮੇਰੀ ਕੋਈ ਬੈਕਗ੍ਰਾਉਂਡ ਨਹੀਂ, ਕੋਈ ਬਿਜ਼ਨਸ ਦੀ ਬੈਕਗ੍ਰਾਉਂਡ ਨਹੀਂ ਹੈਗੀ ਮੇਰੀ, ਰਾਈਟ। ਮੈਂ ਗ੍ਰੇਡ 12 ਦੇ ਵਿੱਚ ਸੀ ਜਦੋਂ ਇੱਥੇ ਕੈਨੇਡਾ ਦੇ ਵਿੱਚ ਆ ਗਈ ਆ। ਸੋ ਇੱਥੇ ਆ ਕੇ ਮੈਂ, ਜਿਵੇਂ ਆਪਾਂ ਕਹਿੰਦੇ ਆ, ਸ਼ੁਰੂਆਤ ਸਾਰਿਆਂ ਦੀ ਸੇਮ ਆ। ਸ਼ੁਰੂ ਦੇ ਵਿੱਚ ਔਰ ਜੌਬਸ ਕੀਤੀਆਂ। ਮੇਰੀ ਫਰਸਟ ਜੌਬ ਸੀ ਜਿਹੜੀ ਬੇਕਰੀ ਦੇ ਵਿੱਚ ਮੈਂ ਕੰਮ ਕੀਤਾ, ਤੇ ਬਟ ਸੀਗਾ ਵੀ ਸਾਰੀ ਉਮਰ ਲਈ ਮੈਂ ਇਹੀ ਜੌਬ ਨਹੀਂ ਕਰਨੀ। ਮੈਂ ਨਾਲ ਪਾਰਟ ਟਾਈਮ ਕੋਰਸ ਲੈ ਲਿਆ, ਆਫਿਸ ਐਡਮਿਨ ਦਾ ਕੋਰਸ ਕਰ ਲਿਆ। ਸੋ ਮੈਨੂੰ ਇੱਕ ਥੋੜੀ ਬੈਟਰ ਜੌਬ ਮਿਲ ਗਈ ਐਜ਼ ਅ ਸੁਪਰਵਾਈਜ਼ਰ। ਮੈਂ ਕੰਪਨੀ ਦੇ ਵਿੱਚ ਕੰਮ ਕਰਦੀ ਸੀ, ਬਟ ਥੋੜੇ ਸਾਲ ਕੰਮ ਕਰਨ ਤੋਂ ਬਾਅਦ ਫਿਰ ਲੱਗਾ ਕਿ ਪੈਸੇ ਵਧੀਆ ਬਣੀ ਜਾਂਦੇ ਆ, ਪਰ ਬੱਚਿਆਂ ਲਈ, ਫੈਮਿਲੀ ਲਈ ਟਾਈਮ ਹੈ ਨਹੀਂ। ਸੋ ਥੈਂਕ ਗॉड ਕਿ ਜਦੋਂ ਕਿਸੇ ਨੇ ਸਾਨੂੰ ਬਿਜ਼ਨਸ ਬਾਰੇ ਦੱਸਿਆ, ਪਰ ਬਿਲੀਫ ਨਹੀਂ ਸੀ ਸ਼ੁਰੂ ਦੇ ਵਿੱਚ ਕਿ ਅਸੀਂ ਕੁਝ ਕਰ ਸਕਦੇ ਹਾਂ, ਕਿ ਇਨਕਮ ਇਦਾਂ ਵੀ ਬਣਾਈ ਜਾ ਸਕਦੀ ਆ। ਬਿਲੀਵ ਕੀ ਸੀਗਾ ਕਿ ਜੌਬ ਹੀ ਇੱਕ ਤਰੀਕਾ ਆ ਇਨਕਮ ਬਣਾਉਣ ਦਾ। ਬਟ ਥੈਂਕ ਗॉड ਕਿ ਥੋੜਾ ਜਿਹਾ ਇੱਕ ਆਪਣੇ ਆਪ ਤੇ ਬਿਲੀਵ ਕੀਤਾ, ਇੱਕ ਜਿਹੜਾ ਪਰਸਨ ਜਿਨ੍ਹਾਂ ਨੇ ਇੰਟਰੋਡਿਊਸ ਕੀਤਾ ਬਿਜ਼ਨਸ, ਉਹਨਾਂ ਤੇ ਥੋੜਾ ਜਿਹਾ ਬਿਲੀਵ ਕੀਤਾ, ਇੱਕ ਹਸਬੈਂਡ ਵਾਈਫ ਦੋਨੇ ਆਪਸ ਦੇ ਵਿੱਚ ਰਿਲੇਸ਼ਨਸ਼ਿਪ ਠੀਕ ਹੋਣ ਕਰਕੇ ਕਿ ਚਲੋ ਇਕੱਠੇ ਹੋ ਕੇ ਕੁਝ ਕਰਕੇ ਦੇਖਦੇ ਆ। ਸੋ ਉਹਦਾ ਰੀਜ਼ਨ ਕੀ ਸੀਗਾ? ਕਿਉਂਕਿ ਮੋਸਟ ਆਫ ਦਾ ਟਾਈਮ ਕੀ ਹੈਗਾ, ਕਿਉਂ ਨਹੀਂ ਹਸਬੈਂਡ ਵਾਈਫ ਦੇ ਜਿਹੜੇ ਰਿਲੇਸ਼ਨ ਆ ਉਹ ਦ ਸੇਮ ਲੈਵਲ ਤੇ ਹੈਗੇ? ਹਾਂਜੀ, ਉਹਦੇ ਬਾਰੇ ਕੁਝ ਦੱਸਣਾ। ਹਾਂਜੀ, ਹਸਬੈਂਡ ਵਾਈਫ ਦੇਖੋ ਡਿਫਰੈਂਸ ਤਾਂ ਹੁੰਦੇ ਹੀ ਆ, ਇਹ ਤਾਂ ਹੈਗਾ ਹੀ ਆ, ਆਪਾਂ ਨੂੰ ਪਤਾ ਹੀ ਆ ਵੀ ਸਾਰਿਆਂ ਦੀ ਸੋਚ ਅਲੱਗ ਆ। ਕਦੀ ਇਦਾਂ ਨਹੀਂ ਹੋ ਸਕਦਾ ਵੀ ਕੋਈ ਕਵੇ ਕਿ ਸਾਡੀ ਕਦੇ ਵੀ ਲੜਾਈ ਨਹੀਂ ਹੋਈ। ਮਤਲਬ ਥੋੜਾ ਬਹੁਤਾ ਤਾਂ ਇਹ ਚੱਲੀ ਜਾਣਾ, ਇਹ ਲਾਈਫ ਆ। ਬਿਲਕੁਲ, ਉਹ ਤਾਂ ਚੱਲਦਾ ਚਾਹੀਦਾ ਵੀ ਆ, ਰਾਈਟ। ਸੋ ਇਦਾਂ ਕਦੇ ਹੋ ਨਹੀਂ ਸਕਦਾ ਵੀ ਆਪਾਂ ਕਹੀਏ ਵੀ ਕਦੇ ਅਸੀਂ ਲੜੇ ਨਹੀਂ ਆ ਜਾਂ ਕਦੇ ਸਾਡਾ ਵੱਧ ਘੱਟ ਹੋਇਆ ਹੀ ਨਹੀਂ ਆ। ਪਰ ਉਸ ਲੈਵਲ ਤੱਕ ਨਾ ਕਰੋ ਜਿੱਥੇ ਮਤਲਬ ਕਹਿੰਦੇ ਨਹੀਂ ਕਿ ਦੋ ਭਾਂਡੇ ਆ ਉਹ ਖੜਕਦੇ ਹੀ ਆ, ਪਰ ਭਾਂਡਿਆਂ ਨੂੰ ਚੈਬ ਨਾ ਪੈ ਜਾਣ। ਇਹ ਨਾ ਹੋਵੇ ਵੀ ਤੁਸੀਂ ਸੈਪਰੇਟ ਹੋ ਜਾਓ। ਲੜਾਈਆਂ ਹੋਣੀਆਂ ਹੀ ਹੋਣੀਆਂ, ਇਹ 'ਚ ਕੋਈ ਸ਼ੱਕ ਨਹੀਂ, ਪਰ ਇਹ ਨਾ ਹੋਵੇ ਵੀ ਤੁਹਾਨੂੰ ਸੁਲਝਾਉਣੀ ਨਾ ਆਵੇ। ਹਾਂਜੀ ਹਾਂਜੀ, ਰਾਈਟ। ਇਹ ਨਾ ਹੋਵੇ ਵੀ ਤੁਸੀਂ ਕੋਈ ਹੋਰ ਤੁਹਾਡਾ ਸੁਲਝਾਉਣ ਆਵੇ। ਹਾਂਜੀ ਹਾਂਜੀ, ਠੀਕ ਹੈ। ਇਟਸ ਲਾਈਕ, ਮੈਂ ਤੁਹਾਨੂੰ ਇੱਕ ਵਧੀਆ ਐਗਜ਼ਾਮਪਲ ਦਿੰਦਾ। ਇੱਥੇ ਹੁਣ ਤੁਹਾਡੇ ਕੋਲ ਇੱਕ ਕਾਰ ਆ, ਮੇਰਾ ਵੱਡਾ ਭਰਾ ਬ੍ਰਦਰ ਭਾਜੀ, ਉਹਨੂੰ ਸਾਦੇ ਭਿੰਦਰ ਭਾਜੀ, ਅਸੀਂ ਭਾਜੀ ਬਸ ਭਾਜੀ ਨਿਕਲਦਾ ਜੀ। ਹਾਂਜੀ। ਸੋ ਉਹਨੂੰ ਇੱਕੋ ਹੀ ਭਾਜੀ ਨੂੰ ਇੱਕ ਚੀਜ਼ ਹੈਗੀ ਆ ਵੀ ਹਰ ਚੀਜ਼ ਜਿਹੜੀ ਆ ਉਹ ਮੈਂ ਘਰੇ ਕਰਨੀ ਕਾਰ ਦੀ। ਮੇਰੇ ਨਾਲ ਵੀ ਇਦਾਂ ਹੀ ਆ, ਮੈਨੇ ਤੂੰ ਘਰੇ ਕਰ, ਤੂੰ ਕਰ ਸਕਦਾ। ਉੱਥੋਂ ਇੱਕ ਐਗਜ਼ਾਮਪਲ ਆਪਾਂ ਬਣਾਉਣੀ ਹੈ ਵੀ ਕੋਈ ਚੀਜ਼ ਤਾਂ ਤੁਹਾਨੂੰ ਕਾਰ ਦੀ ਆਉਣੀ ਚਾਹੀਦੀ ਹੈ ਜਿਹੜੀ ਤੁਸੀਂ ਆਪਣੇ ਘਰ ਫਿਕਸ ਕਰ ਸਕੋ, ਐਟਲੀਸਟ ਪੈਂਚਰ ਹੀ ਲਾ ਸਕੋ, ਜਾਂ ਤੁਸੀਂ ਬ੍ਰੇਕਾਂ ਚੇਂਜ ਕਰ ਸਕੋ, ਜਾਂ ਆਇਲ ਚੇਂਜ ਕਰ ਸਕੋ, ਜਾਂ ਕੋਈ ਚੀਜ਼ ਸਕਰੂ ਹੀ ਕੱਸਣਾ ਆਉਂਦਾ ਹੋਵੇ। ਹਾਂਜੀ ਹਾਂਜੀ, ਜੇ ਤੁਹਾਨੂੰ ਉਹ ਚੀਜ਼ਾਂ ਆਉਣੀਆਂ ਆ, ਤੁਸੀਂ ਕਈ ਚੀਜ਼ਾਂ ਆਟੋਮੈਟਿਕਲੀ ਸੋਲਵ ਕਰ ਲੈਂਦੇ ਆ। ਪਰ ਜ਼ਿੰਦਗੀ ਦੇ ਵਿੱਚ ਇਹ ਲਾਗੂ ਨਹੀਂ ਕਰਦੇ। ਆਪਾਂ ਕਹਿੰਦੇ ਨਹੀਂ, ਆਪਾਂ ਕਿਸੇ ਮਕੈਨਿਕ ਕੋਲ ਚੱਲੀਏ ਵੀ ਉਹ ਸਾਡੀ ਜ਼ਿੰਦਗੀ ਸੁਲਝਾ ਦੇਣ। ਇਹ ਕਦੇ ਵੀ ਨਹੀਂ ਹੁੰਦਾ। ਤੁਸੀਂ ਮਕੈਨਿਕ ਬਣੋ ਆਪਣੀ ਜ਼ਿੰਦਗੀ ਦੇ, ਸਿੱਖੋ, ਵਧੀਆ ਮਕੈਨਿਕ ਬਣ ਜਾਓ, ਤੁਹਾਡੀ ਜ਼ਿੰਦਗੀ ਬਹੁਤ ਵਧੀਆ ਚੱਲੂਗੀ, ਮੈਂ ਗਾਰੰਟੀ ਕਰਦਾ। ਹਾਂਜੀ, ਥੋੜੇ ਥੋੜੇ ਨਟ ਬੋਲਟਸ ਜਿਹੜੇ ਆ ਨਾ ਆਪਣੇ ਆਪ ਥੋੜਾ ਚਾਬੀ ਪਾਣਾ ਆਪਣੇ ਕੋਲ ਰੱਖੋ। ਸੋ ਥੋੜੇ ਜਦੋਂ ਢਿੱਲੇ ਹੁੰਦੇ ਆ ਨਾਲ ਨਾਲ ਆਪੇ ਕੱਸੀ ਜਾਓ। ਮੇਰੇ ਤਾਂ ਬਾਲੇ ਕੱਸ ਹੋ ਜਾਂਦੇ ਜੀ ਕਈ ਵਾਰੀ। ਐਟਲੀਸਟ ਮੈਂ ਤਾਂ ਇਹ ਕਹਿੰਦਾ ਵੀ ਲੇਡੀਜ਼ ਨੂੰ ਇਹ ਪਤਾ ਹੋਣਾ ਚਾਹੀਦਾ, ਪਰ ਹੈਗਾ ਤਾਂ ਕੰਟਰਾਡਿਕਟ ਹੀ ਆ ਜਾਂ ਔਖਾ ਹੀ ਲੱਗਦਾ ਵੀ ਉਹਨਾਂ ਨੂੰ ਇਹ ਪਤਾ ਨਹੀਂ ਬ੍ਰੇਕਾਂ ਕਿੱਥੇ ਦੀਆਂ, ਬ੍ਰੇਕਾਂ ਕਿੱਦਾਂ ਕੱਸਣੀਆਂ, ਲਾ ਦਈਏ ਇੱਕ ਵਾਰੀ ਬ੍ਰੇਕਾਂ। ਸੋ ਮਨਜੀਤ ਸਹਿਮਤ ਹੈ ਕਿ ਨਹੀਂ? ਦੇਖੋ, ਜਦੋਂ ਆਪਾਂ ਇੰਨੇ ਸਾਲਾਂ ਤੋਂ, ਹੁਣ ਸਾਡੇ ਵਿਆਹ ਨੂੰ 17 ਇਅਰਸ ਹੋ ਗਏ ਹਨਾ, ਤੁਹਾਨੂੰ ਇੰਨੇ ਟਾਈਮ ਦੇ ਵਿੱਚ ਪੂਰਾ ਪਤਾ ਹੁੰਦਾ ਆਪਣੇ ਪਾਰਟਨਰ ਦਾ ਵੀ ਤੁਸੀਂ ਉਹਨੂੰ ਕਿਹੜੇ ਤਰੀਕਿਆਂ ਨਾਲ, ਕਿੱਦਾਂ ਉਹ ਖੁਸ਼ ਹੁੰਦੇ ਆ, ਕਿੱਦਾਂ ਕਿਸ ਤਰੀਕੇ ਨਾਲ ਉਹ ਗੁੱਸੇ ਹੁੰਦੇ ਆ। ਪਰ ਜਾਣਦੇ ਹੋਏ ਵੀ ਆਪਾਂ ਕਈ ਵਾਰ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ ਹਨਾ। ਬਿਲਕੁਲ ਨਹੀਂ, ਇਹ ਗੱਲ ਤਾਂ ਹੈਗੀ ਆ। ਦੂਜੀ ਗੱਲ ਆ ਵੀ ਜਿੱਦਾਂ ਹਸਬੈਂਡ ਆ ਜਾਂ ਮੈਨਸ, ਮੈਂ ਕਹਿ ਦਿੰਦਾ, ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਆ ਥੋੜ੍ਹਾ ਜਿਹਾ ਚੇਂਜ ਹੋਵੋ, ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰੋ, ਸੋਸ਼ਲ ਮੀਡੀਆ ਛੱਡ ਨਹੀਂ ਹੋਣਾ, ਇਹਨੂੰ ਥੋੜਾ ਘੱਟ ਕਰ ਦਿਓ, ਚੰਗੀਆਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰੋ,
ਸੋ ਜ਼ਿੰਦਗੀ ਦੇਖੋ, ਜਦੋਂ ਜ਼ਿੰਦਗੀ ਆਪਾਂ ਕੱਟਣੀ ਹੀ ਉਸ ਪਰਿਵਾਰ ਦੇ ਵਿੱਚ ਆ, ਜਾਂ ਲੜ ਕੇ ਕੱਟ ਲਓ ਤਾਂ ਜਾਂ ਤੁਸੀਂ ਗੁੱਸੇ ਨਾਲ ਆਪਣੇ ਪਿਆਰ ਨਾਲ ਕੱਟ ਲਓ। ਤਾਂ ਮੈਨੂੰ ਲੱਗਦਾ ਪਿਆਰ ਜਿਹੜੀ ਚੀਜ਼ ਵਧੀਆ, ਥੋੜ੍ਹੀ ਜਿਹੀ ਸੈਕਰੀਫਾਈਸ ਕਰਨੇ ਵੀ ਜ਼ਰੂਰੀ ਆ। ਪਰਿਵਾਰ ਨੂੰ ਜਾਂ ਮੈਰਿਜ ਨੂੰ ਇੱਕ ਬਿਜ਼ਨਸ ਦੀ ਤਰ੍ਹਾਂ ਲਾਓ, ਉੱਥੇ ਬੇਇੱਜ਼ਤੀ ਨਾ ਮਹਿਸੂਸ ਕਰੋ। ਕਈ ਵਾਰੀ ਆਪਾਂ ਨੂੰ ਲੱਗਦਾ ਬਈ ਜੇ ਮੈਨੂੰ ਵਾਈਫ ਨੇ ਕਹਿ ਦਿੱਤਾ ਮੈਂ ਤਾਂ ਗੱਲ ਨਹੀਂ ਮੰਨਣੀ, ਮੇਰੀ ਬੇਇੱਜ਼ਤੀ ਹੋ ਗਈ। ਪਰ ਬਾਹਰ ਆਪਾਂ ਕਈ ਵਾਰੀ ਇਦਾਂ ਹੁੰਦੀ ਹੈ, ਕਈ ਵਾਰੀ ਕੌੜਾ ਘੁੱਟ ਭਰ ਕੇ ਵੀ ਕੰਮਾਂ ਕਾਰਾਂ ਤੇ ਆਪਾਂ ਕਹਿੰਦੇ ਚੱਲ ਕੋਈ ਨਹੀਂ, ਕਿਉਂ ਮੇਰਾ ਕਿਤੇ ਕੰਮ ਨਾ ਚੱਲ ਜਾਵੇ। ਪਰ ਪਰਿਵਾਰਾਂ 'ਚ ਇਹ ਨਹੀਂ ਹੋ ਸਕਦਾ ਕਿਤੇ। ਇਹ ਆ ਕਿ ਰਾਜ ਥੋੜਾ ਜਿਹਾ ਜਿੱਦਾਂ ਹਸਬੈਂਡ ਵਾਈਫ ਨੂੰ ਇੱਕ ਦੂਜੇ ਨੂੰ ਸਪੇਸ ਦੇਣੀ ਮਤਲਬ ਚਾਹੀਦੀ ਹੈ, ਜ਼ਰੂਰੀ ਹੈ ਨਾ। ਹਾਂਜੀ, ਕਈ ਵਾਰ ਆਪਾਂ ਇੱਕ ਦੂਜੇ ਨੂੰ ਜ਼ਿਆਦਾ ਕਿ ਮੇਰੇ ਤਰੀਕੇ ਨਾਲ ਹੀ ਹੋਵੇ, ਉਹ ਕਰੈਕਟ ਕਰਨ 'ਚ ਜ਼ਿਆਦਾ ਉਹ ਹੋ ਜਾਂਦਾ। ਇੱਕ ਸੈਕਿੰਡ ਦਿਓ ਜੀ। ਹਾਂਜੀ, ਸਵਾਗਤ ਹੈ ਜੀ PTN 24। ਹਾਂਜੀ, ਹੈਲੋ। ਹਾਂਜੀ, ਸਵਾਗਤ ਹੈ ਜੀ ਤੁਹਾਡਾ। ਸਵਾਗਤ ਹੈ। ਮੈਂ ਗੁਰਪ੍ਰੀਤ ਸਿੰਘ ਬੋਲਦਾ ਮੌਂਟਰੀਅਲ ਤੋਂ। ਹਾਂਜੀ, ਕੀ ਹਾਲ ਚਾਲ ਜੀ? ਸਤਿ ਸ਼੍ਰੀ ਅਕਾਲ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਗੱਲ ਕਰਨੀ ਸਟੂਡੀਓ 'ਚ। ਹਾਂਜੀ, ਇਹ ਤੁਸੀਂ ਸਾਡੇ ਨਾਲ ਕਰਨੀ ਕਿ ਸਟੂਡੀਓ ਦੇ ਵਿੱਚ ਗੱਲ ਕਰਨੀ ਹੈ? ਸਟੂਡੀਓ 'ਚ ਕਰਾ ਦਿਓ ਅੰਦਰ ਜੀ। ਅੱਛਾ, ਠੀਕ ਹੈ ਜੀ, ਓਕੇ ਜੀ, ਹੋਲਡ ਰੱਖੋ। ਹੈਲੋ, ਸਵਾਗਤ ਹੈ ਜੀ PTN 24। ਓਕੇ ਜੀ, ਕਾਲ ਸਤਿ ਸ਼੍ਰੀ ਅਕਾਲ ਭਾਈ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੇਰਾ ਨਾਮ ਕਰਨ ਜੋਸਨ ਹੈ ਐਂਡ ਸਤਿ ਸ਼੍ਰੀ ਅਕਾਲ ਮਨਜੀਤ ਜੀ, ਤੁਹਾਨੂੰ ਵੀ। ਹਾਂਜੀ ਕਰਨ ਜੋਸਨ, ਕੀ ਹਾਲ ਚਾਲ ਜੀ? ਐਕਚੁਅਲੀ ਮੈਂ ਤੁਹਾਡਾ ਲਾਈਫ ਸਟਾਈਲ ਦੇਖਿਆ, ਤੁਸੀਂ ਬਹੁਤ ਹੀ ਵਧੀਆ ਲਾਈਫ ਸਟਾਈਲ ਜੀ ਰਹੇ ਇਸ ਟਾਈਮ, ਕਿਉਂਕਿ ਤੁਸੀਂ ਐਂਟਰਪ੍ਰੈਨਿਓਰ ਆ, ਆਪਣਾ ਬਿਜ਼ਨਸ ਆ ਤੁਹਾਡਾ। ਸੋ ਮੇਰਾ ਥੋੜਾ ਡਿਫਰੈਂਟ ਕੁਐਸਚਨ ਆ, ਕਿਉਂਕਿ ਮੈਂ ਵੀ ਹੁਣੇ ਨਿਊਲੀ ਮੈਰਿਡ ਆ, ਤੇ ਮੈਂ ਕੁਐਸਚਨ ਪੁੱਛਣਾ ਸੀ ਕਿ ਜਿੱਦਾਂ ਮੈਂ ਤੁਹਾਡੇ ਬੱਚਿਆਂ ਨੂੰ ਵੀ ਮਿਲਿਆ ਹੋਇਆ, ਰਾਈਟ? ਸੋ ਤੁਸੀਂ ਉਹਨਾਂ ਦੀ ਪਰਵਰਿਸ਼ ਕਿੱਦਾਂ ਕੀਤੀ? ਲਾਈਕ ਮੈਂ ਦੇਖਿਆ ਇੱਥੋਂ ਦੀ ਜਿਹੜੀ ਬੋਰਨ ਬੱਚੇ ਆ, ਇੱਥੋਂ ਦੀਆਂ ਫੈਮਿਲੀਜ਼ ਦੇ ਵਿੱਚ ਜਦੋਂ ਆਪਾਂ ਜਾਂਦੇ ਆ ਐਜ਼ ਅ ਗੈਸਟ, ਤਾਂ ਬੱਚੇ ਮੋਸਟਲੀ ਬਹਿੰਦੇ ਨਹੀਂਗੇ ਇੱਥੇ, ਲਾਈਕ ਆਪਣੇ ਗੈਸਟ ਦੇ ਕੋਲ ਬਹਿੰਦੇ ਨਹੀਂਗੇ, ਆਪਣੇ ਆਪਣੇ ਕਮਰੇ ਚਲ ਜਾਂਦੇ ਜਾਂ ਬੁਲਾਉਂਦੇ ਨਹੀਂ, ਹਨਾ। ਪਰ ਜਦੋਂ ਮੈਂ ਤੁਹਾਡੇ ਘਰੇ ਗਿਆ ਸੀ, ਮੇਰੀ ਵਾਈਫ ਜਾਂਦੇ ਆ ਤਾਂ ਬਹੁਤ ਹੀ ਕਹਿ ਲਓ ਕਿ ਪਿਆਰ ਨਾਲ ਮਿਲਦੇ ਆ ਐਂਡ ਨਾਲ ਹੀ ਬੈਠੇ ਰਹਿੰਦੇ ਆ। ਇਟਸ ਨੋਟ ਲਾਈਕ ਕਿ ਉਹ ਉੱਠ ਕੇ ਚਲੇ ਜਾਂਦੇ। ਸੋ ਮੈਂ ਉਹੀ ਕੁਐਸਚਨ ਸੀਗਾ ਕਿ ਮੈਂ ਵੀ ਹੁਣ ਆਪਣੀ ਸ਼ੁਰੂਆਤ ਕੀਤੀ ਆ, ਕਹਿ ਲਓ ਕਿ ਕਬੀਲਦਾਰੀ 'ਚ ਪੈਣਾ ਤੋਂ ਉਹ ਕੁਐਸਚਨ ਸੀ ਮੇਰਾ। ਥੈਂਕ ਯੂ ਸਭ ਤੋਂ ਪਹਿਲਾਂ ਤਾਂ। ਨਹੀਂ ਦੇਖੋ, ਉਹਦੇ ਵਿੱਚ ਗੱਲ ਆ ਵੀ ਇਹਦਾ ਸਾਰਿਆਂ ਤੋਂ ਵੱਡਾ ਹੱਥ ਹੈਗਾ ਸਾਡੇ ਪੇਰੈਂਟਸ ਦਾ, ਕਿਉਂਕਿ ਉਹਨੇ ਪੰਜਾਬੀ ਸਿਖਾਈ ਉਹਨਾਂ ਨੂੰ, ਬੱਚਿਆਂ ਦੇ ਨਾਲ ਉਹ ਪੰਜਾਬੀ ਬੋਲਦੇ ਆ, ਔਖੇ ਹੋ ਕੇ ਵੀ ਬੱਚੇ ਸਾਡੇ ਉਹਨਾਂ ਨਾਲ ਪੰਜਾਬੀ ਬੋਲਦੇ ਆ। ਬੱਚੇ ਸ਼ੈਤਾਨ ਬੜੇ ਆ, ਜਾਂ ਕਲੈਵਰ ਕਹਿ ਲਓ, ਸ਼ੈਤਾਨ ਚੰਗਾ ਨਹੀਂ ਲੱਗਦਾ, ਕਲੈਵਰ ਅੰਗਰੇਜ਼ੀ ਬਹੁਤ ਸੋਹਣਾ ਲੱਗਦਾ, ਠੀਕ ਹੈ। ਸ਼ੈਤਾਨ 'ਚ ਇਹ ਲੱਗਦਾ ਜਦੋਂ ਸਾਡੇ ਬੱਚੇ ਕਲੈਵਰ ਹੀ ਹੋਣਾ ਚਲੋ ਸਾਡੇ ਨਾਲ, ਠੀਕ ਹੈ। ਉਹ ਜਿਹੜੀ ਬੱਚੇ ਬਹੁਤ ਕਲੈਵਰ ਆ, ਜਦੋਂ ਉਹ ਸਾਡੇ ਨਾਲ ਗੱਲ ਕਰਨਗੇ ਉਹ ਅੰਗਰੇਜ਼ੀ 'ਚ ਕਰਨ ਦੀ ਕੋਸ਼ਿਸ਼ ਕਰਦੇ ਆ, ਜਦੋਂ ਸਾਡੇ ਪੇਰੈਂਟਸ ਨਾਲ ਕਰਨੀ ਆ ਉਹਨੀ ਪੰਜਾਬੀ 'ਚ ਕਰਨੀ, ਠੀਕ ਹੈ ਜੀ। ਉਹਨਾਂ ਦੇ ਨਾਲ ਰਹਿ ਕੇ ਸਾਨੂੰ ਇਹ ਬਲੈਸਿੰਗ ਆ ਗਈਆਂ ਵੀ ਉਹ ਪੰਜਾਬੀ ਸਿੱਖ ਗਏ ਸਾਡੇ ਪੇਰੈਂਟਸ ਦੇ ਨਾਲ ਗੱਲਾਂ ਬਾਤਾਂ ਕਰਕੇ, ਠੀਕ ਹੈ ਜੀ। ਸੋ ਉਹਨਾਂ ਦੇ ਨਾਲ ਉਹਨਾਂ ਦਾ ਪਿਆਰ ਬਹੁਤ ਬਣਿਆ ਹੋਇਆ, ਉਹਨਾਂ ਦੇ ਨਾਲ ਇੰਟਰੈਕਟ ਬਹੁਤ ਹੈ। ਜਦੋਂ ਹੁਣ ਤੁਸੀਂ ਵੀ ਆਉਂਦੇ ਆ, ਉਹ ਪੰਜਾਬੀ ਸਮਝਦੇ ਹੋਣ ਕਰਕੇ ਉਹ ਤੁਹਾਡੇ ਕੋਲ ਬੈਠੇ ਰਹਿੰਦੇ ਆ। ਹਾਂਜੀ, ਦੂਜੀ ਗੱਲ ਮੈਂ ਇਹ ਕਹਿਣਾ ਚਾਹੂੰਗੀ ਕਿ ਬੱਚੇ ਜਿਹੜੇ ਪੇਰੈਂਟਸ ਤੋਂ ਬਹੁਤ ਕੁਝ ਸਿੱਖਦੇ ਆ। ਜਿੱਦਾਂ ਆਪਾਂ ਨੂੰ ਪਤਾ ਕਿ ਮੁੰਡਲੇ ਜਿਹੜੇ ਉਹਨਾਂ ਦੇ ਟੀਚਰ ਆ ਨਾ, ਉਹਨਾਂ ਦੇ ਪੇਰੈਂਟਸ, ਉਹਨਾਂ ਦੇ ਗ੍ਰੈਂਡ ਪੇਰੈਂਟਸ ਹੀ ਹਨ, ਹਨਾ, ਆਪਾਂ ਨੂੰ ਪਤਾ। ਸੋ ਉਹ ਜਿਹੜੀ ਘਰ ਦੀ ਆਪਣੀ ਇਨਵਾਇਰਨਮੈਂਟ ਆ, ਉਹਦਾ ਬੱਚਿਆਂ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਆਪਣੇ ਤੇ। ਬਿਲਕੁਲ ਜੀ। ਸੋ ਇਸ ਕਰਕੇ ਕਹਿੰਦੇ ਨਹੀਂ ਸਿਖਾਇਆ ਨਹੀਂ ਜਾ ਸਕਦਾ, ਬਟ ਤੁਸੀਂ ਐਗਜ਼ਾਮਪਲ ਦੇ ਨਾਲ ਲੀਡ ਕਰ ਸਕਦੇ ਆ, ਹਨਾ। ਹਾਂਜੀ, ਤੇ ਸੋ ਇਸ ਤਰੀਕੇ ਦੇ ਨਾਲ ਹੀ ਆਪਾਂ। ਬਿਲਕੁਲ ਜੀ, ਥੈਂਕ ਯੂ ਕਰਨ, ਕਾਲ ਕਰਨ ਲਈ ਤੁਹਾਡਾ ਜੀ। ਇੱਕ ਹੋਰ ਕਾਲ ਜੀ, ਅੱਜ ਆਪਾਂ ਬਹੁਤ ਬਿਜ਼ੀ ਆ ਕਾਲਾਂ ਦੇ ਨਾਲ। ਹਾਂਜੀ, ਸਵਾਗਤ ਹੈ ਜੀ PTN 24। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਿਹਾ ਜੀ? ਜੀ ਮੈਂ ਗੁਰਪ੍ਰੀਤ ਬੋਲਦਾ ਭਾਈ ਮੌਂਟਰੀਅਲ ਤੋਂ। ਹਾਂਜੀ ਗੁਰਪ੍ਰੀਤ ਸਿੰਘ ਜੀ, ਕੀ ਹਾਲ ਚਾਲ? ਠੀਕ ਹੈ ਵੀਰ ਜੀ। ਘਰ ਦੇ ਵਿੱਚ ਵਿਹਲੇ ਰਹਿਣ ਦਾ ਕਈ ਕੁਝ ਸਿੱਖਣ ਨੂੰ ਮਿਲਿਆ ਜੀ। ਉਹ ਤਾਂ ਬੀਬੀਆਂ ਤੋਂ ਕੁੱਟ ਖਾਣ ਦਾ ਵੀ ਪਤਾ ਲੱਗਾ, ਬੀਬੀਆਂ ਨਾਲ ਪਕੌੜੇ ਬਣਾਉਣ ਦਾ ਵੀ ਪਤਾ ਲੱਗਾ, ਜਾਂ ਕੁਛ ਜਾਂ ਬੱਚਿਆਂ ਨੂੰ ਪੜ੍ਹਾਉਣ ਦਾ। ਤਾਂ ਕਰਾਰੀ ਕਿਹੜੀ ਚੀਜ਼ ਸੀਗੀ ਜੀ? ਹਾਂਜੀ, ਕਰਾਰੀ ਕਿਹੜੀ ਚੀਜ਼ ਲੱਗੀ ਜੀ, ਕੁੱਟ ਕੇ ਪਕੌੜੇ? ਸਾਰੀਆਂ ਹੀ ਵਧੀਆ ਲੱਗੀਆਂ ਜੀ, ਘਰਦਿਆਂ ਦੀ ਕੁੱਟ ਖਾਣੀ ਵੀ, ਬੈਠਣਾ ਪਕੌੜੇ ਸ਼ੋੜੇ ਬਣਾਉਣੇ ਵੀ। ਠੀਕ ਹੈ ਜੀ, ਠੀਕ ਹੈ ਜੀ ਨਾ, ਬੱਚਿਆਂ ਦੇ ਨਾਲ ਟਾਈਮ ਕੱਢਣ ਦਾ ਵੀ। ਬਿਲਕੁਲ ਜੀ, ਨਹੀਂ ਬਹੁਤ ਵਧੀਆ ਜੀ। ਦੇਖੋ ਸਿੱਖਣਾ ਚਾਹੀਦਾ, ਹੁਣ ਜੇ ਟਾਈਮ ਮਿਲਿਆ ਸਿੱਖਣਾ ਚਾਹੀਦਾ। ਦੂਜੀ ਗੱਲ ਇਹ ਵੀ ਆਪਾਂ ਇੱਕ ਬਹਾਨਾ ਨਹੀਂ ਮਾਰ ਸਕਦੇ ਵੀ ਮੈਂ ਚੇਂਜ ਨਹੀਂ ਹੁੰਦਾ। ਕੋਰੋਨਾ ਵਾਇਰਸ ਨੇ ਸਾਰਾ ਕੁਝ ਚੇਂਜ ਕਰਕੇ ਰੱਖ ਦਿੱਤਾ। ਬੰਦਾ ਬਹਾਨਾ ਕਰ ਹੀ ਨਹੀਂ ਸਕਦਾ ਵੀ ਮੈਨੂੰ ਕੁਛ ਮੈਂ ਕੁਛ ਚੇਂਜ ਹੀ ਨਹੀਂ ਕਰ ਸਕਦਾ। ਹਾਂਜੀ ਹਾਂਜੀ, ਠੀਕ ਹੈ ਜੀ, ਹਰ ਚੀਜ਼ ਹੀ ਚੇਂਜ ਹੋ ਗਈ ਜੀ। ਉਹ ਬਹਾਨੇ ਤਾਂ ਹੁਣ ਬੈਨਿਸ਼ ਹੋ ਗਏ, ਠੀਕ ਹੈ ਜੀ। ਥੈਂਕ ਯੂ ਵੈਰੀ ਮਚ ਜੀ ਕਾਲ ਲਈ ਗੁਰਪ੍ਰੀਤ ਸਿੰਘ ਜੀ। ਹਾਂਜੀ, ਥੈਂਕ ਯੂ ਵੈਰੀ ਮਚ ਜੀ ਕਾਲਿੰਗ। ਓਕੇ ਓਕੇ, ਸਤਿ ਸ਼੍ਰੀ ਅਕਾਲ ਜੀ। ਇੱਕ ਹੋਰ ਜੀ,
ਹਾਂਜੀ ਸਵਾਗਤ ਹੈ ਜੀ। ਹੈਲੋ, ਹਾਂਜੀ ਕੱਟੀ ਗਈ ਕਾਲ। ਹਾਂਜੀ ਸਵਾਗਤ ਹੈ ਜੀ PTN 24। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਜੀ ਮੈਂ ਬੋਲਦੇ? ਗਗਨਦੀਪ ਕੌਰ। ਹਾਂਜੀ ਗਗਨਦੀਪ ਜੀ, ਕੀ ਹਾਲ ਚਾਲ? ਵਧੀਆ ਜੀ, ਤੁਸੀਂ ਦੱਸੋ? ਬਸ ਬਹੁਤ ਵਧੀਆ ਜੀ। ਹਾਂਜੀ, ਜਿਵੇਂ ਅੱਜ ਕੱਲ ਘਰ ਰਹਿਣਾ ਬੜਾ ਔਖਾ ਹੋਇਆ ਪਿਆ, ਘਰ ਰਹਿ ਕੇ ਸਾਰੇ ਜਣੇ ਮਤਲਬ ਇੱਕ ਤਾਂ ਪਤਾ ਲੱਗਿਆ ਕਿ ਆਪਣੇ ਘਰਦਿਆਂ ਦੀ ਵੈਲਿਊ ਕੀ ਆ, ਬਾਕੀ ਇੱਕ ਪਾਸੇ ਔਖਾ ਵੀ ਹੋਇਆ ਪਿਆ ਕਿ ਆਪਾਂ ਘਰ ਰਹਿ ਰਹੇ ਹਾਂ ਤੇ ਬਾਹਰ ਜਾਣ ਦੀਆਂ ਹੈਬਿਟਾਂ ਜਿਹੜੀਆਂ ਆਪਣੀਆਂ ਬਣੀਆਂ ਹੋਈਆਂ ਤੁਰੇ ਫਿਰੇ ਦੀਆਂ ਉਹ ਵੀ ਬੰਦ ਹੋ ਗਈਆਂ। ਕੰਮ ਤਾਂ ਰੁਕੇ ਜਿਨ੍ਹਾਂ ਨੇ ਮੇਰੇ ਵਰਗੇ ਨੇ ਵਿਹਲੇ ਘੁੰਮਣਾ ਹੁੰਦਾ ਉਹ ਵੀ ਬੰਦ ਹੋ ਚੁੱਕਾ ਹੈ। ਵਿੰਡੋ ਸ਼ਾਪਿੰਗ ਵੀ ਬੰਦ ਹੋ ਚੁੱਕੀ ਹੈ ਜੀ। ਹਾਂਜੀ ਹਾਂਜੀ, ਪਾਰਕਾਂ 'ਚ ਜਾਣਾ ਵੀ ਬੰਦ ਹੋ ਗਿਆ। ਤੇ ਇੱਕ ਕੀ ਹੈ ਕਿ ਲੋਕੀ ਓਵਰ ਈਟਿੰਗ ਦੀ ਹੈਬਿਟ ਬਣਾ ਰਹੇ ਆ ਘਰੇ ਰਹਿ ਕੇ, ਤੇ ਉਹਨਾਂ ਨੇ ਓਬੈਸਿਟੀ ਨੂੰ ਜ਼ਿਆਦਾ ਅਪਣਾ ਲਿਆ ਵਾ। ਹੈਲਥ ਦਾ ਕੋਈ ਧਿਆਨ ਨਹੀਂ ਰੱਖ ਰਿਹਾ ਅੱਜ ਕੱਲ। ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ? ਹਾਂਜੀ ਥੈਂਕ ਯੂ ਵੈਰੀ ਮਚ ਜੀ। ਆਪਾਂ ਹੁਣੇ ਹੀ ਆਨਸਰ ਕਰਦੇ ਹਾਂ ਵੀ ਕਿਉਂ ਓਵਰ ਈਟਿੰਗ ਸ਼ੁਰੂ ਹੋ ਜਾਂਦੀ ਹੈ, ਐਕਸਰਸਾਈਜ਼ ਕਿਉਂ ਨਹੀਂ ਹੋ ਰਹੀ ਜੀ। ਥੈਂਕ ਯੂ ਵੈਰੀ ਮਚ ਜੀ ਫॉर ਕਾਲਿੰਗ। ਹਾਂਜੀ ਮਨਜੀਤ, ਸੋ ਜਿੱਥੇ ਸੀਗੇ ਆਪਾਂ ਉੱਥੋਂ ਆਪਾਂ ਵੀ ਜਿਹੜਾ ਇਹ ਜ਼ਿੰਦਗੀ ਆ ਜਿਹੜੇ ਬੱਚਿਆਂ ਦੀ ਜਾਂ ਕਰਨ ਦੀ ਗੱਲ ਕੀਤੀ ਸੀ, ਜਾਂ ਹੁਣ ਇਹਨਾਂ ਦੀ ਗੱਲ ਲੈ ਲਈ, ਓਵਰ ਈਟਿੰਗ ਵੀ ਸ਼ੁਰੂ ਹੋ ਜਾਂਦੀ। ਹਾਂਜੀ ਹਾਂਜੀ ਠੀਕ ਹੈ। ਦੇਖੋ ਜਦੋਂ ਘਰ ਦੇ ਵਿੱਚ ਐਕਸਟਰਾ ਬਣਨਾ ਆ ਤੇ ਆਪਾਂ ਸੁੱਟਣਾ ਤਾਂ ਫਿਰ ਹੈ ਨਹੀਂ ਨਾ। ਹਾਂਜੀ, ਫਿਰ ਆਪਾਂ ਓਵਰ ਈਟਿੰਗ ਕਰਨੀ ਹੀ ਕਰਨੀ ਆ। ਇੱਕ ਜਿਹੜਾ ਮੈਂ ਤਜਰਬਾ ਕੀਤਾ ਜੀ, ਜਦੋਂ ਤੁਹਾਡੀ ਫ੍ਰਿਜ ਭਰੀ ਆ ਤਾਂ ਓਵਰ ਈਟਿੰਗ ਹੋ ਹੀ ਜਾਂਦੀ ਆ। ਅੱਜ ਆਪਾਂ ਨੂੰ ਗਰੋਸਰੀ ਇਸ ਤਰੀਕੇ ਨਾਲ ਲੈ ਕੇ ਆ ਰਹੇ ਆ ਕਿਉਂਕਿ ਆਪਾਂ ਵੀਕ ਦੀ 2 ਵੀਕਾਂ ਦੀ ਸਟਾਕਿੰਗ ਬਾਰ-ਬਾਰ ਜਾਣਾ ਨਾ ਪਵੇ ਕਿਉਂਕਿ ਬਾਹਰ ਖਤਰਾ ਆ। ਫਿਰ ਖਤਰਾ ਇਹ ਹੋ ਜਾਂਦਾ ਕਿ ਇੱਕ ਐਕਸਪਾਇਰ ਹੋ ਜਾਣਾ, ਫਿਰ ਆਪਾਂ ਸਿੱਟਣਾ ਨਹੀਂ ਚਾਹੁੰਦੇ। ਹਾਂਜੀ, ਇੱਕ ਤਾਂ ਇੱਕ ਰੀਜ਼ਨ ਇਹ ਹੋ ਗਿਆ, ਦੂਜਾ ਹੋ ਗਿਆ ਡਿਪਰੈਸ਼ਨ ਜਾਂ ਫਰਸਟ੍ਰੇਸ਼ਨ ਹੋ ਗਈ ਜੀ ਵੀ ਗਾਂ ਆਪਾਂ ਕਰਾਂਗੇ ਕੀ, ਘਰ ਕਿੱਦਾਂ ਅਫੋਰਡ ਕਰਾਂਗੇ, ਕਾਰਾਂ ਕਿੱਦਾਂ ਅਫੋਰਡ ਕਰਾਂਗੇ, ਹੋਰ ਕਈ ਚੀਜ਼ਾਂ ਜਿਹੜੀਆਂ ਆਪਾਂ ਤੋਂ ਲੱਗਦਾ ਵੀ ਬੱਸੋਂ ਬਾਹਰ ਹੋ ਗਈਆਂ, ਜਾਂ ਰਿਲੇਸ਼ਨਸ਼ਿਪ ਜਿਹੜੇ ਉਹ ਕਿੱਦਾਂ ਅਫੋਰਡ ਕਰਾਂਗੇ ਜਾਂ ਉਹਨਾਂ ਨੂੰ ਕਿੱਦਾਂ ਚੇਂਜ ਕਰੀਏ। ਉਹ ਵੀ ਇੱਕ ਓਵਰ ਈਟਿੰਗ ਦਾ ਇੱਕ ਕਾਰਨ ਬਣਦਾ ਜੀ। ਹੁਣ ਆਪਾਂ ਇੱਕ ਕਾਲ ਲੈ ਲਈਏ ਜੀ। ਹੈਲੋ, ਹਾਂਜੀ ਸਵਾਗਤ ਹੈ ਜੀ PTN 24। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਚਾਲ ਜੀ? ਠੀਕ ਹੈ ਜੀ। ਰਾਤ ਤੇ ਮਨਜੀਤ ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਕਰ ਰਹੇ ਆ ਤੇ TV ਐਪ ਤੇ ਦੇਖ ਰਹੇ ਮੈਂ। ਥੈਂਕ ਯੂ ਜੀ। ਤੇ ਤੁਸੀਂ ਬਹੁਤ ਇੱਕ ਜਿਹੜੀ ਤੁਹਾਡੀ ਗੱਲ ਕਹੀ ਤੁਸੀਂ ਕਿ ਵੂਮੈਨਸ ਨੂੰ ਇੰਡੀਪੈਂਡੈਂਟ ਹੋਣਾ ਚਾਹੀਦਾ, ਕੁਛ ਨਾ ਕੁਛ ਕਰਨਾ ਚਾਹੀਦਾ, ਉਹ ਬਹੁਤ ਚੰਗੀ ਗੱਲ ਲੱਗੀ ਹੈਗੀ। ਤੇ ਦੂਸਰਾ ਸਾਨੂੰ ਲੱਗਦਾ ਕਿ ਜਿੱਦਾਂ ਨੈਗੇਟਿਵ ਆਪਾਂ ਕਹਿੰਦੇ ਕਿ ਵੀ ਕੋਵਿਡ ਦੇ ਆਮ ਲੋਕਾਂ ਦੇ ਵਿੱਚ ਹੈਗਾ ਕਿ ਕੋਵਿਡ ਦੇ 19 ਦੇ ਨਾਲ ਥੋੜੇ ਨੈਗੇਟਿਵ ਲੋਕਾਂ ਦੇ ਵਿੱਚ ਪ੍ਰਭਾਵ ਪਏ ਨੇ। ਕੀ ਤੁਹਾਨੂੰ ਲੱਗਦਾ ਕਿ ਕੋਈ ਪੋਜ਼ਿਟਿਵ ਸਾਈਨਸ ਵੀ ਜਾਂ ਫੈਮਿਲੀਜ਼ ਦੇ ਵਿੱਚ ਆਏ ਹੈਗੇ ਦਿਸੇ ਹੈਗੇ ਆ? ਹਾਂਜੀ, ਉਹ ਦੇਖੋ ਇੱਕ ਤਾਂ ਟਾਈਮ ਦਾ ਹੋ ਗਿਆ, ਤੇ ਦੂਜੀ ਭੈਣ ਜੀ ਤੁਸੀਂ ਇਸ ਫੀਲਡ ਦੇ ਵਿੱਚ ਕੰਮ ਕਰਦੇ ਆ, ਕੀ ਸਾਨੂੰ ਤੁਸੀਂ ਦੱਸੋਗੇ ਵੀ ਜਿਹੜੀ ਇਹ ਡੋਮੈਸਟਿਕ ਵਾਇਲੈਂਸ ਆ ਇਹਦੇ ਵਿੱਚ ਕਿੰਨਾ ਕੁ ਵਾਧਾ ਹੋਇਆ? ਓਕੇ, ਇਹਦੇ ਵਿੱਚ ਵਾਧਾ ਜੇ ਤੁਸੀਂ ਸੱਚ ਪੁੱਛਦੇ ਆ ਕਿ ਜ਼ਿਆਦੀਆਂ ਕਾਲਸ ਜਿਹੜੀਆਂ ਹੈਗੀਆਂ ਅੱਜ ਕੱਲ ਸਾਨੂੰ ਕਮਿਊਨਿਟੀ ਦੇ ਵਿੱਚੋਂ ਡੋਮੈਸਟਿਕ ਵਾਇਲੈਂਸ ਤੇ ਹੀ ਹੋ ਰਹੀਆਂ ਹੈਗੀਆਂ। ਹਾਂਜੀ, ਤੇ ਆਮ ਹਸਪਤਾਲ ਕਈ ਵਾਰ ਹੁੰਦਾ ਕਿ ਪੁਲਿਸ ਜਿਹੜੀ ਸੀ ਕਿ ਉਹ ਹੁਣ ਐਕਸੀਡੈਂਟ ਵਗੈਰਾ ਘਟ ਗਏ ਨੇ, ਬਟ ਹੁਣ ਇਹ ਡੋਮੈਸਟਿਕ ਵਾਇਲੈਂਸ ਦੇ ਕੇਸ ਵਧਣ ਦੇ ਕਰਕੇ ਸਾਰੀ ਪੁਲਿਸ ਡਿਪਾਰਟਮੈਂਟ ਜਿਹੜਾ ਉੱਧਰ ਹੀ ਬਿਜ਼ੀ ਹੋ ਗਿਆ। ਉਹਦਾ ਕਾਰਨ ਇਹ ਹੈਗਾ ਕਿ ਕਿਉਂਕਿ ਘਰਾਂ ਦੇ ਵਿੱਚ ਮੋਸਟਲੀ ਕੰਮ ਕਰਨ ਨੂੰ ਇੰਨਾ ਜ਼ਿਆਦਾ ਨਹੀਂ ਹੈਗਾ, ਕਿਉਂਕਿ ਆਮ ਜਿਹੜੇ ਹਸਬੈਂਡ ਹੁੰਦੇ ਆ ਜਾਂ ਕਿ ਹਸਬੈਂਡ ਵਾਈਫ ਦੀ ਲੜਾਈ ਇਟਸ ਨੋਟ ਓਨਲੀ ਕਿ ਆਪਾਂ ਕਹਿ ਸਕਦੇ ਹਸਬੈਂਡ ਵਾਈਫ ਦੀ ਲੜਾਈ ਹੁੰਦੀ ਹੈਗੀ ਆ, ਇਹਦੇ ਵਿੱਚ ਮਦਰ ਇਨ ਲਾਅ ਦੀ, ਬੱਚਿਆਂ ਦੀ, ਬਿਕੋਜ਼ ਅਗਰ ਸਾਡੀ ਫੈਮਿਲੀ ਜਿਹੜੀਆਂ ਹੈਗੀਆਂ ਦੇ ਨਾਲ ਯੂਜ਼ ਟੂ ਸਟੇ ਟੂਗੈਦਰ, ਉਹਨਾਂ ਨੇ ਇੱਕ ਬੜਾ ਡਿਫਰੈਂਟ ਮਾਹੌਲ ਲੱਗਣ ਲੱਗ ਪਿਆ, ਡਿਫਰੈਂਟ ਫੇਸ ਤਾਂ ਉਹਨਾਂ ਨੂੰ ਕਰਨਾ ਪੈਂਦਾ ਹੈਗਾ ਸਾਰਾ ਫੈਸਲਾ ਕਿ ਹੁਣ ਅਸੀਂ ਕਿਵੇਂ ਇਹਨਾਂ ਨੂੰ ਡੀਲ ਕਰਨਾ ਹੈਗਾ। ਤੇ ਮੇਨ ਦੂਸਰੀ ਹੈਗੀ ਕਿ ਜਦੋਂ ਹਸਬੈਂਡ ਨੇ ਸਵੇਰ ਨੂੰ ਜਾਂ ਕੋਈ ਵੀ ਕੰਮ ਤੇ ਜਾਣਾ ਹੁੰਦਾ ਜਾਂ ਬੱਚਿਆਂ ਨੇ ਜਾਣਾ ਹੁੰਦਾ, ਉਹਨਾਂ ਦੀ ਇੱਕ ਗਾਈਡਲਾਈਨ ਹੁੰਦੀ ਕਿ ਅਸੀਂ ਇੰਨੇ ਵਜੇ ਸੌ ਜਾਣਾ ਕਿਉਂਕਿ ਸਵੇਰ ਨੂੰ ਉੱਠਣਾ ਪੈਣਾ ਹੈਗਾ ਕੰਮ ਤੇ ਜਾਣ ਵਾਸਤੇ। ਪਰ ਹੁਣ ਜਿਹੜਾ ਹੈਗਾ ਕਿ ਹੁਣ ਕੰਮ ਤੇ ਜਾਣਾ ਨਹੀਂ ਹੁੰਦਾ, ਉਹ ਬੜੀ ਆਰਾਮ ਨਾਲ ਕੰਮ ਕਰਦੇ ਹੈਗੇ ਆ, ਕੋਈ ਗੱਲ ਨਹੀਂ ਜੇ ਡਰਿੰਕ ਕਰ ਲਈ ਆ ਜਾਂ ਕੋਈ ਹੋਰ ਹੋ ਗਿਆ, ਕੋਈ ਅੱਜ ਨਹੀਂ ਕੱਲ ਨੂੰ ਕਰ ਲਵਾਂਗੇ ਜੀ। ਕੋਈ ਇਹਨਾਂ ਦਾ ਰੂਟੀਨ ਨਹੀਂ ਰਿਹਾ। ਹਾਂਜੀ ਹਾਂਜੀ, ਐਂਡ ਉਹਦੇ ਨਾਲ ਇੱਕ ਇਹ ਮਾਹੌਲ ਅੰਦਰ ਰਹਿਣ ਤੇ ਉਹਨਾਂ ਦੇ ਵਿੱਚ ਫਰਸਟ੍ਰੇਸ਼ਨ ਆਉਂਦੀ ਹੈਗੀ ਆ, ਐਂਗਜ਼ਾਇਟੀ ਹੁੰਦੀ ਆ, ਡਿਪਰੈਸ਼ਨ ਹੁੰਦਾ, ਉਹ ਹਰ ਚੀਜ਼ ਨੂੰ they don't know how to control all these things। ਬਿਲਕੁਲ ਟ੍ਰੇਨ ਨਹੀਂ ਨਾ ਹੋਈ ਜੀ ਕਦੇ, ਉਹ ਨਹੀਂ ਟ੍ਰੇਨ ਨਹੀਂ ਨਾ, ਉਹ ਪ੍ਰਿਪੇਅਰ ਹੀ ਨਹੀਂ ਹੈਗੇ ਸੀ nobody for this situation। ਹਾਂਜੀ, ਕਿਉਂਕਿ ਜ਼ਿੰਦਗੀ ਬਿਜੀ ਚੱਲਦੀ ਸੀ, ਕਈ ਵਾਰੀ ਚੀਜ਼ਾਂ ਇਗਨੋਰ ਕਰ ਜਾਂਦੇ ਸੀ, ਆਪਾਂ ਕਦੇ ਇਹਦੇ ਬਾਰੇ ਪੜ੍ਹਿਆ ਨਹੀਂ ਹੈਗਾ ਕਿਉਂਕਿ ਕਿਤਾਬਾਂ ਤਾਂ ਆਪਾਂ ਗਿਵ ਅਪ ਕਰਤੀਆਂ ਜਦੋਂ ਕਾਲਜ ਆਪਾਂ ਬੰਦ ਕੀਤਾ। ਆਪਾਂ ਨੂੰ ਲੱਗਾ ਵੀ ਕਿਤਾਬਾਂ ਦੀ ਲੋੜ ਨਹੀਂ ਹੈਗੀ। ਜਦੋਂ ਮੇਰੇ ਕੋਚ ਜਿਹੜੇ ਆ ਉਹ ਆਲਵੇਜ਼ ਇੱਕ ਗੱਲ ਕਹਿੰਦੇ ਆ, ਮਨਜੀਤ ਨੂੰ ਵੀ ਪਤਾ ਸਾਡੇ ਜਿਹੜੇ ਮੈਂਟਰਿੰਗ ਕੋਚ ਹੈਗੇ ਆ, ਉਹ ਕਹਿੰਦੇ ਤੁਹਾਡੇ ਜਿਹੜੇ
ਕਾਲਜ ਟਾਈਮ ਤੋਂ ਬਾਅਦ ਜਦੋਂ ਤੁਹਾਡੀ ਮੈਰਿਜ ਹੋ ਜਾਂਦੀ ਹੈ ਉਦੋਂ ਵਧੀਆ ਕਿਤਾਬਾਂ ਦੀ ਜ਼ਿਆਦਾ ਲੋੜ ਆ ਰਾਦਰ ਦੈਨ ਕਾਲਜ ਵੇਲੇ ਨਾਲੋਂ। ਹਾਂਜੀ ਕੀ ਰੀਜ਼ਨ ਹੈਗਾ ਕਿ ਹੁਣ ਤੁਸੀਂ ਕਿੰਨੇ ਜਣਿਆਂ ਤੇ ਇਨਫਲੂਐਂਸ ਗਲਤ ਕਰੋਗੇ ਨਾ, ਜੇ ਤੁਹਾਡਾ ਆਪਣਾ ਮਾਈਂਡਸੈਟ ਨਹੀਂ ਵਧੀਆ ਹੈਗਾ ਕਿੰਨੇ ਜਣਿਆਂ ਦਾ ਨੁਕਸਾਨ ਹੋ ਸਕਦਾ। ਉਸ ਟਾਈਮ ਤੁਸੀਂ ਕਿਹਦਾ ਨੁਕਸਾਨ ਕਰ ਲਓਗੇ? ਆਪਣਾ ਹੀ ਕਰੋਗੇ, ਆਪਣਾ ਕਰੋਗੇ ਜਾਂ ਆਪਣਾ ਕਰਾਂਗੇ, ਦੂਸਰਾ ਫੈਮਿਲੀ ਦਾ, ਬੱਚਿਆਂ ਦਾ ਸਪੈਸ਼ਲੀ ਫॉर ਕੇ। ਤੇ ਕਈ ਵਾਰ ਆਪਾਂ ਨੂੰ ਲੱਗਦਾ ਕਿ ਜਦੋਂ ਹਸਬੈਂਡ ਵਾਈਫ ਦੇ ਘਰ ਵਿੱਚ ਲੜਾਈ ਜਾਂ ਮਦਰ ਇਨ ਲਾ ਫਾਦਰ ਇਨ ਲਾ ਦੀ ਜਾਂ ਕਿਸੇ ਹੋਰ ਦੀ ਵੀ ਕਿਸੇ ਦੀ ਵੀ ਹੁੰਦੀ ਆ, ਆਪਾਂ ਨੂੰ ਲੱਗਦਾ ਹੁੰਦਾ ਕਿ ਇਹ ਬੱਚਿਆਂ ਨੂੰ ਕੁਝ ਸੁਣ ਨਹੀਂ ਰਿਹਾ, ਛੋਟੇ ਆ, ਪਰ ਉਹਨਾਂ ਦੇ ਬੈਕ ਮਾਈਂਡ ਦੇ ਵਿੱਚ ਉਹ ਚੀਜ਼ਾਂ ਤੁਸੀਂ ਉਹ ਚੀਜ਼ਾਂ ਜ਼ਿਆਦਾ ਕਰ ਦਿੰਦੀਆਂ ਹੈਗੀਆਂ ਇਨਸਟੈਡ ਆਫ ਦੂਜੀਆਂ ਚੀਜ਼ਾਂ ਦੇ ਨਾਲ। ਹਾਂਜੀ ਭੈਣ ਜੀ, ਸੌਰੀ ਆਪਣਾ ਇੱਥੇ ਹੁਣ ਸਟੂਡੀਓ ਦਾ ਟਾਈਮ ਹੋ ਗਿਆ ਜੀ। ਆਪਾਂ ਤੁਹਾਡੇ ਅਗਲੇ ਪ੍ਰੋਗਰਾਮ ਦੇ ਵਿੱਚ ਕਾਲ ਜ਼ਰੂਰ ਲਵਾਂਗੇ। ਤੁਸੀਂ ਟਾਈਮ ਕੱਢ ਕੇ ਨਾ ਪਹਿਲਾਂ ਕਾਲ ਕਰਿਓ ਕਿਉਂਕਿ ਤੁਸੀਂ ਇਸ ਮਾਹੌਲ ਦੇ ਵਿੱਚ ਹੀ ਵਿਚਰ ਰਹੇ ਆ। ਠੀਕ ਹੈ, ਸੋਸ਼ਲ ਵਰਕਰ ਹੈ। ਤੁਹਾਡੀਆਂ ਜਿਹੜੀਆਂ ਸਲਾਹਾਂ ਆ ਬਹੁਤ ਜੀ ਆਪਣੇ ਹੈਲਪਫੁਲ ਹੋ ਸਕਦੀਆਂ ਫੈਮਿਲੀਜ਼ ਦੇ ਲਈ ਜੀ। ਹਾਂਜੀ ਬਿਲਕੁਲ ਜੀ, ਠੀਕ ਹੈ ਜੀ, ਥੈਂਕ ਯੂ ਵੈਰੀ ਮਚ ਭੈਣ ਜੀ ਕਾਲ ਕਰਨ ਦੇ ਲਈ। ਨੋ ਪ੍ਰੋਬਲਮ ਐਂਡ ਆਈ ਰੀਅਲੀ ਐਪਰੀਸ਼ੀਏਟ ਕਿ ਤੁਸੀਂ ਆਣ ਕੇ ਪ੍ਰੋਗਰਾਮ ਆਪਣੀ ਕਮਿਊਨਿਟੀ ਦੇ ਵਾਸਤੇ ਕਰ ਰਹੇ ਹੋ। ਸੋ ਆਈ ਥਿੰਕ ਕਿ ਆਪਣੀਆਂ ਫੈਮਿਲੀਜ਼ ਦੇ ਵਾਸਤੇ ਬਹੁਤ ਲਾਹੇਵੰਦ ਹੋਊਗਾ। ਥੈਂਕ ਯੂ ਭੈਣ ਜੀ, ਥੈਂਕ ਯੂ ਮਨਜੀਤ। ਆਪਣਾ ਹੁਣ ਟਾਈਮ ਹੋ ਚੁੱਕਿਆ ਜੀ। ਠੀਕ ਹੈ ਜੀ, ਆਪਾਂ ਨੂੰ ਸਿਗਨਲ ਆ ਚੁੱਕਿਆ ਵੀ ਹੁਣ ਪ੍ਰੋਗਰਾਮ ਬੰਦ ਕਰਨ ਦਾ ਟਾਈਮ ਆ ਗਿਆ। ਸੋ ਹੁਣ ਆਪਾਂ ਇਜਾਜ਼ਤ ਲੈਂਦੇ ਦਰਸ਼ਕਾਂ ਤੋਂ ਵੀ ਅਸੀਂ ਆਸ ਕਰਦੇ ਹਾਂ ਜੋ ਅੱਜ ਗੱਲਾਂ ਬਾਤਾਂ ਕੀਤੀਆਂ ਉਹ ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਤੁਸੀਂ ਫੀਡਬੈਕ ਦੇ ਸਕਦੇ ਆ ਸਾਨੂੰ ਸਾਡੇ ਸੋਸ਼ਲ ਮੀਡੀਆ ਤੇ ਰਾਜ ਮੰਡਾਰ ਔਨ ਫੇਸਬੁੱਕ, ਲਿੰਕਡਇਨ ਔਰ ਇੰਸਟਾਗ੍ਰਾਮ। ਸੇਮ ਵੇ ਮਨਜੀਤ ਮੰਡਾਰ ਨੂੰ ਵੀ ਤੁਸੀਂ ਮਨਜੀਤ ਮੰਡਾਹਰ ਤੇ ਨਾਮ ਤੇ ਤੁਸੀਂ ਲੱਭ ਸਕਦੇ ਆ ਸੋਸ਼ਲ ਮੀਡੀਆ ਤੇ, ਜਾਂ ਕਾਲ ਕਰ ਸਕਦੇ ਆ 6472193660 ਜਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਜੀ 4165655900 ਤੇ। ਸੋ ਅੱਜ ਅਸੀਂ ਤੁਹਾਤੋਂ ਇਜਾਜ਼ਤ ਮੰਗਦੇ ਹਾਂ। ਸੋ ਅਸੀਂ ਦੁਆ ਕਰਦੇ ਹਾਂ ਸੇਫ ਰਹੋ, ਖੁਸ਼ ਰਹੋ, ਆਬਾਦ ਰਹੋ ਐਂਡ ਯੂਜ਼ ਪ੍ਰੀਕਾਸ਼ਨ ਜੋ ਗਵਰਨਮੈਂਟਸ ਨੇ ਕਹੇ ਆ। ਸੋ ਇਸੇ ਨਾਲ ਅਸੀਂ ਪ੍ਰੋਗਰਾਮ ਬੰਦ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।